ਸਤਿ ਸ੍ਰੀ ਅਕਾਲ। ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਜਤਿੰਦਰ ਸਿੰਘ ਮਹਿਰੋ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜੋ ਵਿਸ਼ਾ ਰੱਖਿਆ ਗਿਆ ਉਹ ਵਿਸ਼ਾ ਸਭ ਦੇ ਨਾਲ ਸੰਬੰਧਿਤ ਹੈ। ਪਾਣੀਆਂ ਦਾ ਜ਼ਿਕਰ ਅਸੀਂ ਅਕਸਰ ਕਰਦੇ ਹਾਂ, ਹਵਾ ਨੂੰ ਬਚਾਉਣ ਦੀ ਗੱਲ ਅਸੀਂ ਕਰਦੇ ਹਾਂ, ਧਰਤੀ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਕਿਉਂਕਿ ਇਹਦੇ ਰੁਤਬੇ ਬਹੁਤ ਵੱਡੇ ਹੈ। ਹਰ ਇੱਕ ਇਨਸਾਨ ਨੂੰ ਇਹਨਾਂ ਤੱਤਾਂ ਦੀ ਜ਼ਰੂਰਤ ਹੈ ਔਰ ਜੇਕਰ ਇਹੀ ਗੰਦਲੇ ਹੋ ਗਏ, ਜੇਕਰ ਇਹੀ ਚੰਗੇ ਨਾ ਰਹੇ ਤਾਂ ਫਿਰ ਅਸੀਂ ਇਹ ਮੰਨਾਂਗੇ ਕਿ ਗਲਤੀਆਂ ਸਾਡੀਆਂ ਹੀ ਸੀਗੀਆਂ ਔਰ ਇੱਕ ਅਨਮੁੱਲਾ ਖਜ਼ਾਨਾ ਜਿਹੜਾ ਉਸ ਨੂੰ ਅਸੀਂ ਗਵਾ ਬੈਠਾਂਗੇ ਜੋ ਦੁਬਾਰਾ ਸਾਡੇ ਹੱਥ ਨਹੀਂ ਆਉਣਾ। ਜੀਰਾ ਸ਼ਰਾਬ ਫੈਕਟਰੀ ਦਾ ਮਾਮਲਾ ਕਈ ਮਹੀਨਿਆਂ ਤੋਂ ਪੱਕਿਆ ਹੋਇਆ ਹੈ। ਜੁਲਾਈ ਦੇ ਵਿੱਚ ਪਿਛਲੇ ਸਾਲ ਧਰਨਾ ਲੱਗਦਾ ਹੈ ਇੱਕ ਸ਼ਰਾਬ ਫੈਕਟਰੀ ਦੇ ਬਾਹਰ, ਜਿੱਥੇ ਇਹ ਕਿਹਾ ਜਾਂਦਾ ਹੈ ਕਿ ਇਸ ਸ਼ਰਾਬ ਫੈਕਟਰੀ ਦੇ ਨਾਲ ਪੰਜਾਬ ਦਾ ਜਿਹੜਾ ਪਾਣੀ ਹੈ, ਜੀਰੇ ਦੇ ਇਲਾਕੇ ਦਾ ਜਿਹੜਾ ਪਾਣੀ ਹੈ ਉਹ ਗੰਦਲਾ ਹੋ ਰਿਹਾ ਹੈ। ਇਲਜ਼ਾਮ ਲਗਾਏ ਗਏ ਇਲਾਕੇ ਦੇ ਲੋਕਾਂ ਵੱਲੋਂ ਤੇ ਫੈਕਟਰੀ ਬੰਦ ਕਰਨ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ। ਉਸ ਮਾਮਲੇ ਦੇ ਉੱਤੇ ਜਦੋਜਹਿਦ ਚੱਲਦੀ ਰਹੀ। ਸਰਕਾਰ, ਪ੍ਰਸ਼ਾਸਨ ਤੇ ਇਲਾਕੇ ਦੇ ਲੋਕ ਜਿਹੜੇ ਆ ਆਮੋ ਸਾਹਮਣੇ ਵੱਖ-ਵੱਖ ਸਮੇਂ ਦੇ ਉੱਤੇ ਹੁੰਦੇ ਰਹੇ ਹੈ। ਤਾਂ ਹੁਣ ਇੱਕ ਰਿਪੋਰਟ ਜਿਹੜੀ ਆ ਉਹ ਕੇਂਦਰੀ ਪ੍ਰਦੂਸ਼ਣ ਬੋਰਡ ਦੇ ਵੱਲੋਂ ਸਾਹਮਣੇ ਆਈ ਹੈ, ਜੋ ਕਿ ਉਹਨਾਂ ਦੇ ਵੱਲੋਂ NGT ਨੂੰ ਦਿੱਤੀ ਗਈ ਔਰ ਉਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਸ ਫੈਕਟਰੀ ਦੇ ਨੇੜੇ-ਤੇੜੇ ਪਿੰਡਾਂ ਦਾ ਇਲਾਕੇ ਦਾ ਜਿਹੜਾ ਪਾਣੀ ਹੈ ਉਹ ਪੀਣਯੋਗ ਨਹੀਂ। ਇੱਥੋਂ ਤੱਕ ਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਅਵਾ ਕਿ ਇਸ ਫੈਕਟਰੀ ਦੇ ਅੰਦਰ ਦਾ ਪਾਣੀ ਵੀ ਜਿਹੜਾ ਉਹ ਪੀਣਯੋਗ ਨਹੀਂ ਹੈ। ਆਖਰਕਾਰ ਇਸ ਦੇ ਵਿੱਚੋਂ ਹੋਰ ਕਿਹੜੀਆਂ ਗੱਲਾਂ ਦਾ ਜਿਹੜਾ ਉਹ ਖੁਲਾਸਾ ਹੋਇਆ ਔਰ ਇਸ ਦੇ ਨਾਲ ਕੀ ਜੀਰਾ ਸ਼ਰਾਬ ਫੈਕਟਰੀ ਦੇ ਬਾਹਰ ਜੋ ਧਰਨਾ ਲੱਗਿਆ ਚੁੱਕਿਆ ਜਾਏਗਾ, ਕਿ ਮਸਲੇ ਦਾ ਹੱਲ ਹੋਏਗਾ ਜਾਂ ਫਿਰ ਇਸ ਸ਼ਰਾਬ ਫੈਕਟਰੀ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਰੋਕ ਲੱਗ ਜਾਏਗੀ। ਅੱਜ ਇਸੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ, ਪਰ ਉਸ ਤੋਂ ਪਹਿਲਾਂ ਦੇਖੋ ਸਾਡੀ ਖਾਸ ਰਿਪੋਰਟ। ਜੀਰਾ ਦੇ ਮਨਸੂਰਵਾਲ ਕਲਾਂ 'ਚ ਸ਼ਰਾਬ ਫੈਕਟਰੀ ਦਾ ਮਾਮਲਾ। CPCB ਦੀ ਰਿਪੋਰਟ ਦੇ ਵਿੱਚ ਹੋਏ ਵੱਡੇ ਖੁਲਾਸੇ। ਫੈਕਟਰੀ ਦੇ ਆਲੇ ਦੁਆਲੇ ਦਾ ਪਾਣੀ ਪੀਣਯੋਗ ਨਹੀਂ। ਮਨਸੂਰਵਾਲ, ਮਈਆਂਵਾਲਾ ਕਲਾਂ ਅਤੇ ਰਟੋਲ ਰੋਹੀ ਸਭ ਤੋਂ ਵੱਧ ਪ੍ਰਭਾਵਿਤ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਾਰਵਾਈ ਦੇ ਹੁਕਮ। ਸਾਲ 2022 ਤੇ ਮਹੀਨਾ ਜੁਲਾਈ। ਜੀਰਾ ਅਧੀਨ ਪੈਂਦੇ ਪਿੰਡ ਮਨਸੂਰਵਾਲ ਕਲਾਂ ਦੇ ਵਿੱਚ ਲੱਗੀ ਮਾਲਬਰੋਸ ਸ਼ਰਾਬ ਫੈਕਟਰੀ ਖਿਲਾਫ ਇਲਾਕੇ ਦੇ 40 ਪਿੰਡਾਂ ਦੇ ਲੋਕ ਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾ ਦਿੱਤਾ। ਸ਼ਰਾਬ ਫੈਕਟਰੀ ਉੱਤੇ ਇਲਜ਼ਾਮ ਲੱਗੇ ਕਿ ਉਹਨਾਂ ਵੱਲੋਂ ਧਰਤੀ ਦੇ ਵਿੱਚ ਪ੍ਰਦੂਸ਼ਿਤ ਪਾਣੀ ਸੁੱਟਿਆ ਜਾ ਰਿਹਾ ਹੈ, ਜਿਸ ਦੇ ਨਾਲ ਇਲਾਕੇ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਤੇ ਲੋਕ ਗੰਭੀਰ ਬਿਮਾਰੀਆਂ ਦੇ ਨਾਲ ਪੀੜਤ ਹੋ ਰਹੇ ਨੇ। ਇਸ ਮਾਮਲੇ ਤੇ ਇਲਾਕੇ ਦੇ ਲੋਕ ਫੈਕਟਰੀ ਪ੍ਰਸ਼ਾਸਨ ਤੇ ਸਰਕਾਰ ਦੇ ਨਾਲ ਆਮੋ ਸਾਹਮਣੇ ਹੁੰਦੇ ਰਹੇ। ਹੁਣ ਇਸ ਮਾਮਲੇ ਦੇ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 19 ਮਈ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ, ਜਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਜੀਰਾ ਇਲਾਕੇ ਦੇ 3 ਪਿੰਡਾਂ ਮਨਸੂਰਵਾਲ, ਮਈਆਂਵਾਲਾ ਕਲਾਂ ਅਤੇ ਰਟੋਲ ਰੋਹੀ ਦੇ ਵਿੱਚ ਜ਼ਮੀਨੀ ਪਾਣੀ ਜ਼ਹਿਰੀਲੇ ਤੱਤਾਂ ਤੇ ਧਾਤੂਆਂ ਦੇ ਨਾਲ ਪ੍ਰਭਾਵਿਤ ਹੈ। CPCB ਦੀ ਰਿਪੋਰਟ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ। ਜੀਰਾ ਸ਼ਰਾਬ ਫੈਕਟਰੀ ਦੇ ਆਲੇ ਦੁਆਲੇ ਦਾ ਪਾਣੀ ਪੀਣਯੋਗ ਨਹੀਂ ਹੈ। ਫੈਕਟਰੀ ਨੇੜਿਓਂ 29 ਬੋਰਵੈਲਾਂ ਦੇ ਸੈਂਪਲ ਲਏ ਗਏ ਸਨ। ਬੋਰਵੈਲਾਂ ਦੇ ਵਿੱਚ ਆਰਸੈਨਿਕ, ਕਰੋਮੀਅਮ, ਲੋਹਾ ਤੇ ਮੈਗਨੀਜ਼ ਭਾਰੀ ਮਾਤਰਾ ਦੇ ਵਿੱਚ ਮਿਲਿਆ। ਮਈਆਂਵਾਲਾ ਕਲਾਂ ਪਿੰਡ ਤੋਂ 250 ਮੀਟਰ ਤੱਕ ਡੂੰਘਾਈ ਵਾਲੇ ਬੋਰਵੈਲ ਦੇ ਸੈਂਪਲ ਲਏ ਗਏ ਸਨ। ਪਿੰਡ ਦੀ ਜ਼ਮੀਨ ਹੇਠਲੇ ਪਾਣੀ ਦੇ ਵਿੱਚ ਸਾਈਨਾਈਡ ਮਿਲਿਆ। ਇਹ ਤੈਅ ਮਾਪਦੰਡਾਂ ਤੋਂ 3 ਗੁਣਾ ਵਧੇਰੇ ਹੈ। 5 ਹੋਰਨਾਂ ਬੋਰਵੈਲ 'ਚੋਂ ਕਾਲਾ ਪਾਣੀ ਵੀ ਨਿਕਲਿਆ। ਦਰਜਨ ਤੋਂ ਵੱਧ ਬੋਰਵੈਲਾਂ ਦੇ ਪਾਣੀ 'ਚੋਂ ਬਦਬੂ ਆ ਰਹੀ ਹੈ। ਇੱਕ ਬੋਰਵੈਲ 'ਚੋਂ ਸਾਈਨਾਈਡ 4 ਗੁਣਾ ਵੱਧ ਮਾਤਰਾ ਦੇ ਵਿੱਚ ਮਿਲਿਆ। ਸ਼ਰਾਬ ਫੈਕਟਰੀ ਅੰਦਰਲਾ ਪਾਣੀ ਵੀ ਪੀਣਯੋਗ ਨਹੀਂ। ਫੈਕਟਰੀ ਅੰਦਰ ਲੱਗੇ 6 ਪੀਜ਼ੋਮੀਟਰਾਂ ਦੀ ਕੋਈ ਮਨਜ਼ੂਰੀ ਹੀ ਨਹੀਂ ਸੀ। ਫੈਕਟਰੀ ਅੰਦਰ 10 ਬੋਰਵੈਲ ਵੀ ਲਗਾਏ ਹੋਏ ਸਨ, ਜਿਸ ਦੇ ਰਾਹੀਂ ਪਾਣੀ ਹੇਠਾਂ ਭੇਜਿਆ ਜਾ ਰਿਹਾ ਸੀ। ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਲੋਕਾਂ ਦਾ ਇਲਜ਼ਾਮ ਸੀ ਕਿ ਡਿਸਟਿਲਰੀ ਨੇ ਆਪਣੀ ਫੈਕਟਰੀ ਦੇ ਵਿੱਚ 25 ਡੂੰਘੇ ਬੋਰਵੈਲ ਕੀਤੇ ਹੋਏ ਨੇ ਅਤੇ ਉਹਨਾਂ ਦੇ ਵਿੱਚ ਜ਼ਹਿਰੀਲਾ ਪਾਣੀ ਡੰਪ ਕੀਤਾ ਜਾਂਦਾ ਹੈ, ਜਿਸ ਦੇ ਨਾਲ 15 ਕਿਲੋਮੀਟਰ ਦੇ ਘੇਰੇ ਵਿੱਚ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਸਬੰਧ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਉਦਯੋਗ ਦੇ ਵਿੱਚ ਲਗਾਏ ਗਏ 10 ਬੋਰਵੈਲਾਂ ਅਤੇ 6 ਪੀਜ਼ੋਮੀਟਰਾਂ ਦੀ ਮੌਕੇ ਤੇ ਜਾਂਚ ਕੀਤੀ। ਜਾਂਚ ਦੌਰਾਨ ਉਦਯੋਗ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹਨਾਂ ਨੇ ਕੇਂਦਰੀ ਗਰਾਊਂਡ ਵਾਟਰ ਬੋਰਡ ਤੇ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਤੋਂ 4 ਬੋਰਵੈਲਾਂ ਅਤੇ 2 ਪੀਜ਼ੋਮੀਟਰਾਂ ਲਈ ਮਨਜ਼ੂਰੀ ਹਾਸਲ ਕੀਤੀ ਹੋਈ ਹੈ, ਪਰ ਫੈਕਟਰੀ ਵੱਲੋਂ ਕੋਈ ਵੇਰਵਾ ਨਹੀਂ ਦਿੱਤਾ ਗਿਆ। ਕੇਂਦਰੀ ਜਾਂਚ ਟੀਮ ਨੇ ਪਾਇਆ ਕਿ ਫੈਕਟਰੀ ਦੇ ਅੰਦਰ 2 ਬੋਰਵੈਲ ਇੱਕ ਦੂਸਰੇ ਤੋਂ ਕੁਝ ਮੀਟਰ ਦੀ ਦੂਰੀ ਤੇ ਲਗਾਏ ਗਏ ਸਨ ਅਤੇ ਸੀਲ ਕਰਕੇ ਮਿੱਟੀ ਦੇ ਵਿੱਚ ਦੱਬੇ ਹੋਏ ਸਨ, ਜਦਕਿ ਦਿਸ਼ਾ ਨਿਰਦੇਸ਼ਾਂ ਮੁਤਾਬਕ 2 ਬੋਰਵੈਲ ਵਿਚਕਾਰ 200 ਮੀਟਰ ਦੀ ਦੂਰੀ ਹੋਣਾ ਜ਼ਰੂਰੀ ਹੈ।
ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 45 ਦਿਨਾਂ ਦੇ ਅੰਦਰ ਬਣਦੀ ਕਾਰਵਾਈ ਕਰਨ ਦੇ ਲਈ ਕਿਹਾ ਹੈ। ਫਿਲਹਾਲ ਮਾਲਬਰੋਸ ਫੈਕਟਰੀ ਨੂੰ ਲੋਕਾਂ ਦੇ ਭਾਰੀ ਵਿਰੋਧ ਕਰਕੇ ਬੰਦ ਕੀਤਾ ਹੋਇਆ ਹੈ। 17 ਜਨਵਰੀ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਸੀ। ਜੀਰਾ ਸ਼ਰਾਬ ਫੈਕਟਰੀ ਮਾਮਲੇ ਨਾਲ ਸੰਬੰਧਿਤ ਵੱਖ-ਵੱਖ ਪਟੀਸ਼ਨਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਾਲੇ ਵੀ ਵਿਚਾਰ ਅਧੀਨ ਹੈ। ਹੁਣ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵੱਡੇ ਸਵਾਲ ਇਹ ਨੇ ਕਿ ਕੀ ਇਹ ਸ਼ਰਾਬ ਫੈਕਟਰੀ ਪੂਰਨ ਤੌਰ ਦੇ ਉੱਤੇ ਬੰਦ ਹੋਏਗੀ ਜਾਂ ਫਿਰ ਨਹੀਂ। ਬਿਊਰੋ ਰਿਪੋਰਟ, ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ। ਤਾਂ ਪਾਣੀਆਂ ਨੂੰ ਬਚਾਉਣ ਦੀ ਗੱਲ ਅਕਸਰ ਹੁੰਦੀ ਹੈ ਕਿ ਹੁਣ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਜਾਂ ਫਿਰ ਜਿਸ ਤਰ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਕਾਰਵਾਈ ਦੇ ਜਿਹੜੇ ਹੁਕਮ ਦਿੱਤੇ ਗਏ ਆ ਤਾਂ ਉਸ ਤੋਂ ਬਾਅਦ ਕੀ ਕੋਈ ਸਾਹਮਣੇ ਆਉਂਦਾ ਹੈ, ਇਹ ਵੀ ਦੇਖਣ ਵਾਲਾ ਹੋਊਗਾ। ਅੱਜ ਇਸੇ ਹੀ ਮਸਲੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ। ਤੁਸੀਂ ਵੀ ਸਾਡੇ ਨਾਲ ਜੁੜਿਓ। ਜੋ ਸਵਾਲ ਅੱਜ ਰਹਿਣਗੇ ਕਿ ਕੀ ਜੀਰਾ ਸ਼ਰਾਬ ਫੈਕਟਰੀ ਹੁਣ ਮੁਕੰਮਲ ਤੌਰ ਦੇ ਉੱਤੇ ਇਸ ਦੇ ਨਾਲ ਬੰਦ ਹੋਏਗੀ, ਫੈਕਟਰੀ ਕਰਕੇ ਇਲਾਕੇ ਦਾ ਕਿੰਨਾ ਨੁਕਸਾਨ ਹੋਇਆ, ਕੁਦਰਤੀ ਸਰੋਤਾਂ ਦੇ ਵਿੱਚ ਘੁਲੇ ਜ਼ਹਿਰ ਦੇ ਲਈ ਕੌਣ-ਕੌਣ ਜ਼ਿੰਮੇਵਾਰ ਹੈ, ਇਲਾਕੇ ਦੇ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਆਖਰਕਾਰ ਕਿਵੇਂ ਹੋਵੇਗੀ, ਕਿ ਅਜਿਹੀਆਂ ਹੋਰ ਵੀ ਫੈਕਟਰੀਆਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਜਿਨ੍ਹਾਂ ਦੇ ਵੱਲੋਂ ਅਣਗਹਿਲੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਕਿਉਂਕਿ ਕਈ ਥਾਵਾਂ ਦੇ ਉੱਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਲੱਗਦੇ ਰਹੇ ਆ। ਇਲਾਕੇ ਦੇ ਲੋਕ ਇਕੱਠੇ ਹੋ ਕੇ ਮੰਗ ਕਰਦੇ ਰਹੇ ਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਜਿਹੜੀਆਂ ਫੈਕਟਰੀਆਂ ਨੇ ਤਾਂ ਉਹ ਉਹਨਾਂ ਦੇ ਉੱਤੇ ਜਿਹੜੀ ਉਹ ਕਾਰਵਾਈ ਕੀਤੀ ਜਾਵੇ। ਇਹਨਾਂ ਸਵਾਲਾਂ ਦੇ ਉੱਤੇ ਤੁਸੀਂ ਵੀ ਆਪਣੀ ਰਾਏ ਜਿਹੜੀ ਹੈ ਉਹ ਦੇਣੀ ਹੈ। ਇਸ ਤੋਂ ਇਲਾਵਾ ਸਾਡੇ ਨਾਲ ਮਹਿਮਾਨ ਵੀ ਜੁੜਨਗੇ ਜੋ ਇਸ ਮਸਲੇ ਨੂੰ ਜਿਹੜਾ ਉਹ ਦੇਖਦੇ ਵੀ ਰਹੇ ਆ। ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਦੇ ਮੈਂਬਰ ਨੇ, ਉਹ ਵੀ ਸਾਡੇ ਨਾਲ ਅੱਜ ਹੋਣਗੇ ਇਸ ਮਸਲੇ ਦੇ ਉੱਤੇ। ਉਹਨਾਂ ਤੋਂ ਵੀ ਜਾਣਾਂਗੇ ਕਿਉਂਕਿ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਦੀ ਜਿਹੜੀ ਆ ਨੇੜੇ ਤੋਂ ਦੇਖ ਰੇਖ ਕੀਤੀ ਗਈ ਸੀ। NGT ਦੇ ਵੱਲੋਂ ਉਹਨਾਂ ਦੀ ਜ਼ਿੰਮੇਵਾਰੀ ਲੱਗੀ ਸੀ ਮੈਂਬਰ ਦੇ ਵਜੋਂ, ਜੋ ਇੱਕ ਕਮੇਟੀ ਬਣੀ ਸੀ ਉਸ ਦੇ ਵਿੱਚ ਉਹ ਵੀ ਉੱਥੇ ਗਏ ਸੀ ਔਰ ਉਸ ਦੌਰਾਨ ਉਹਨਾਂ ਦੇ ਵੱਲੋਂ ਵੀ ਇਸ ਦੀ ਜਾਂਚ ਜਿਹੜੀ ਆ ਉਹ ਕੀਤੀ ਗਈ। ਔਰ ਇਸ ਤੋਂ ਇਲਾਵਾ ਫਤਿਹ ਸਿੰਘ ਰਟੌਲ ਕਿਸਾਨ ਆਗੂ ਨੇ, ਉਹ ਵੀ ਸਾਡੇ ਨਾਲ ਜੁੜੇ ਆ, ਤਾਂ ਉਹਨਾਂ ਨੂੰ ਵੀ ਇਸ ਮਸਲੇ ਦੇ ਵਿੱਚ ਸ਼ਾਮਲ ਕਰਾਂਗੇ। ਤੁਸੀਂ ਵੀ ਜੁੜਿਓ, ਜੋ ਸਵਾਲ ਹੋਏ ਉਹ ਆਪਾਂ ਲਵਾਂਗੇ ਵੀ, ਔਰ ਜੋ ਇਸ ਮਸਲੇ ਦੇ ਉੱਤੇ ਤੁਹਾਡੀ ਰਾਏ ਹੈ ਕਿ ਕੀ ਹੋਣਾ ਚਾਹੀਦਾ ਉਹਦੇ ਤੇ ਵੀ ਆਪਾਂ ਖੁੱਲ੍ਹ ਕੇ ਅੱਜ ਗੱਲਬਾਤ ਕਰਾਂਗੇ। ਤਾਂ ਇਹ ਸਵਾਲ ਜਿਹੜੇ ਨੇ ਫੈਕਟਰੀ ਕਰਕੇ ਇਲਾਕੇ ਦਾ ਕਿੰਨਾ ਨੁਕਸਾਨ ਹੋਇਆ, ਤਾਂ ਸਭ ਤੋਂ ਪਹਿਲਾਂ ਮਹਿਮਾਨਾਂ ਦਾ ਸਵਾਗਤ ਵੀ ਕਰ ਲੈਂਦੇ ਹਾਂ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਸਾਡੇ ਨਾਲ ਜੁੜੇ ਨੇ, ਰਾਜ ਸਭਾ ਮੈਂਬਰ ਨੇ। ਸੀਚੇਵਾਲ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਬਹੁਤ ਬਹੁਤ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਫਤਿਹ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਇਸ ਜਿਹੜਾ ਕਿਸਾਨ ਅੰਦੋਲਨ ਚੱਲਿਆ ਜਾਂ ਕਹਿ ਲਈਏ ਕਿ ਜਿਹੜਾ ਇਲਾਕੇ ਦਾ ਇਹ ਮਸਲਾ ਸੀਗਾ ਜਿਸ ਦੇ ਵਿੱਚ ਸੰਘਰਸ਼ ਜਿਹੜਾ ਇਹ ਵਿੱਢਿਆ ਗਿਆ, ਤਾਂ ਉਸ ਦੀ ਅਗਵਾਈ ਇਹ ਕਰਦੇ ਰਹੇ ਆ। ਤੁਹਾਡਾ ਵੀ ਸਵਾਗਤ ਹੈ ਜੀ। ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੇ ਆਵਾਂਗਾ। NGT ਦੇ ਵੱਲੋਂ ਤੁਹਾਡੀ ਵੀ ਜ਼ਿੰਮੇਵਾਰੀ ਲੱਗੀ ਸੀ, ਕਮੇਟੀ ਦੇ ਮੈਂਬਰ ਦੇ ਤੌਰ ਤੇ ਤੁਸੀਂ ਵੀ ਉਸ ਥਾਂ ਦੇ ਉੱਤੇ ਗਏ। ਉੱਥੇ ਜਿਹੜੀ ਰਿਪੋਰਟ ਤਿਆਰ ਹੋਈ ਸੀ ਜਾਂ ਤੁਸੀਂ ਜੋ ਜਾਂਚ ਕੀਤੀ ਉਸ ਦੇ ਮੁਤਾਬਕ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਸੀ, ਕੀ ਹੁਣ ਜਿਹੜੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਆਈ ਹੈ, ਜੋ ਗੱਲਾਂ ਇਹਦੇ ਵਿੱਚ ਕਹੀਆਂ ਗਈਆਂ ਨੇ ਹੂਬਹੂ ਉਹਦੇ ਵਿੱਚ ਵੀ ਸੀ ਜਾਂ ਉਹਦੇ ਨਾਲੋਂ ਇਹ ਗੱਲਾਂ ਵੱਖਰੀਆਂ ਨੇ, ਔਰ ਹੁਣ ਇਸ ਤੋਂ ਬਾਅਦ ਅੱਗੇ ਕਾਰਵਾਈ ਕੀ? ਉਹਨਾਂ ਜਿਹੜੀ ਹੁਣ ਰਿਪੋਰਟ ਆਈ ਉਹਦੇ ਬਾਰੇ ਸਾਨੂੰ ਨਹੀਂ ਪਤਾ ਕੋਈ। ਅੱਜ ਅਸੀਂ ਗੱਲ ਜ਼ਰੂਰ ਕੀਤੀ ਸੀ ਆਪਣੇ ਮੈਂਬਰ ਸੈਕਟਰੀ ਨਾਲ, ਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੇ ਆਦੇਸ਼ ਆਏ ਆ, 45 ਦਿਨਾਂ ਦੇ ਵਿੱਚ ਅਸੀਂ ਉਹ ਕਾਰਵਾਈ ਕਰਨੀ ਹੈ। ਸੋ ਉਹ ਜਿਹੜੀ ਪਹਿਲੀ ਵੀ ਰਿਪੋਰਟ ਆਈ ਸੀ ਉਹਦੇ ਵਿੱਚ ਵੀ ਆਇਆ ਸੀ ਵੀ ਇਹ ਪਾਣੀ ਪੀਣ ਯੋਗ ਨਹੀਂ, ਇਲਾਕੇ ਦਾ ਪਾਣੀ ਉਹ ਸਾਰੇ ਦਾ ਹੀ ਜਿਹੜਾ ਹੈਗਾ ਉਹ ਪਾਣੀ ਮਾੜਾ ਵਾ। ਉੱਥੇ ਤੇ ਉਸ ਵੇਲੇ ਵੀ ਕਿਹਾ ਸੀ ਵੀ ਫਸਲਾਂ ਨੂੰ ਵੀ ਸਿੱਧੇ ਤੌਰ ਦੇ ਉੱਤੇ ਪਾਉਣ ਦੇ ਨਹੀਂ, ਇਹਦੇ ਵਿੱਚ ਮਿਲਾ ਕੇ ਪਾਣੀ ਜਿਹੜਾ ਹੈ ਉਹ ਖੇਤੀ ਨੂੰ ਲਾਇਆ ਜਾ ਸਕਦਾ। ਸੋ ਪਾਣੀ ਉਸ ਸਾਰੇ ਇਲਾਕੇ ਤੇ ਵੜਿਆ। ਸੋ ਜਿਹਦੇ ਵਾਸਤੇ ਜਿਹੜੀ ਹੁਣ ਉਹ ਰਿਪੋਰਟ ਅਸੀਂ ਅੱਗੇ ਵੀ ਬੇਨਤੀ ਕਰਦੇ ਸੀਗੇ ਕਿ ਜਿਹੜੀ ਅੱਗੇ ਵੀ ਰਿਪੋਰਟ ਆਈ ਆ ਉਹ ਹੈ ਲੈਬੋਰਟਰੀ ਦੀ ਰਿਪੋਰਟ,
ਤੇ ਹੁਣ ਵੀ ਜਿਹੜੀ ਲੈਬੋਰਟਰੀ ਦੀ ਰਿਪੋਰਟ ਆ ਉਹਨੂੰ ਜਿਹੜੀ ਅਗਲੀ ਰਿਪੋਰਟ ਆ ਜਿਹੜੀ ਉਹੋ ਹੀ ਉਹਨੂੰ ਕੱਢ ਸਕਦੀ ਹੈ ਕਿ ਇਹਦੇ ਵਿੱਚ ਕੀ ਫਰਕ ਆ ਉਸ ਰਿਪੋਰਟ ਵਿੱਚ ਤੇ ਇਸ ਰਿਪੋਰਟ ਦੇ ਵਿੱਚ। ਦੂਸਰਾ, ਇਸ ਕੇਸ ਨੂੰ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜੀ ਕੋਰਟ ਆ ਉਹ ਨੇੜੇ ਤੋਂ ਦੇਖ ਰਹੀ ਹੈ ਕਿ ਲਗਾਤਾਰ ਹਰ ਪੱਖ ਨੂੰ ਜਿਹੜਾ ਹੈਗਾ ਜਿੰਨੇ ਵੀ ਉਸ ਇਲਾਕੇ ਦੇ ਜਿਹੜੇ ਹੈਗੇ ਆ ਸੰਘਰਸ਼ ਕਰ ਰਹੇ ਲੋਕ, ਉਹਨਾਂ ਦਾ ਹਰ ਦਾ ਉਹ ਪੱਖ ਦੇਖ ਕੇ ਉਹਦੇ ਉੱਤੇ ਜਿਹੜੀ ਹੈਗੀ ਅੱਗੇ ਵੀ ਜਿਹੜਾ ਹੈਗਾ ਉਹਦੇ ਵਿੱਚ ਸਰਕਾਰ ਨੂੰ ਵੀ ਜਿਹੜਾ ਹੈਗਾ ਉਹਦੇ ਵਿੱਚ ਉਹਦਾ ਜਿਹੜਾ ਹੈਗਾ ਪੱਖ ਰੱਖਿਆ। ਫਿਰ ਸਰਕਾਰ ਨੇ ਉਹਦੇ ਦੁਆਰਾ ਜਿਹੜੇ ਹੈਗੇ ਆ ਕਰਵਾਏ, ਉਹਨੂੰ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਹੁਣ ਵੀ ਇਹ ਜਿਹੜਾ ਕੁਝ ਹੋ ਰਿਹਾ ਹੈ ਕੋਰਟ ਦੀ ਦੇਖ ਰੇਖ ਵਿੱਚ ਹੋ ਰਿਹਾ। ਅਸੀਂ ਕਹਿੰਦੇ ਹੋ ਸਕਦਾ ਕਿ ਸਾਨੂੰ ਉਹਨਾਂ ਕੁਦਰਤੀ ਜੋ ਕੁਝ ਉੱਥੇ ਪੈ ਰਿਹਾ, ਉੱਥੇ ਬਣ ਰਿਹਾ, ਸਾਡੇ ਉਹ ਨੌਲੇਜ ਤੋਂ ਬਾਹਰ ਹੋਵੇ। ਪਰ ਉਹ ਜਿਹੜਾ ਕੋਰਟ ਦੇ ਜਿਹੜੇ ਮਾਹਰ ਆ, ਜਿਹੜੇ ਜੇਕਰ ਇਹ ਫੈਕਟਰੀ ਜਿੰਨੀ ਵੀ ਜ਼ਿੰਮੇਵਾਰ, ਕਿਉਂਕਿ ਪੰਜਾਬ ਸਰਕਾਰ ਨੂੰ ਵੀ ਕੋਰਟ ਨੇ ਜੁਰਮਾਨਾ ਲਾਇਆ 2200 ਕਰੋੜ ਦਾ, 2020 ਕਰੋੜ ਰੁਪਏ ਦਾ। ਕਿਉਂ ਲਾਇਆ? ਕਿ ਉਹਨਾਂ ਦਾ ਪਾਣੀ ਡਰੇਨਾਂ ਦੇ ਵਿੱਚ ਪੈਂਦਾ ਸੀ 1010 MLD। ਜੇ ਸਰਕਾਰ ਨੂੰ ਕੋਰਟ ਜੁਰਮਾਨਾ ਲਾ ਸਕਦੀ ਹੈ, ਉਹਦੀ এনवायरमेंट ਕੰਪਨਸੇਸ਼ਨ ਲੈ ਸਕਦੀ ਹੈ, ਫਿਰ ਕੋਈ ਵੀ ਜਿਹੜੀ ਫੈਕਟਰੀ ਹੈ ਜੇ ਉਹ ਨੁਕਸਾਨ ਕਰਦੀ ਆ, ਉਹਦਾ ਭਰਪਾਈ ਜਿਹੜੀ ਹੈ ਉਹਦੇ ਜ਼ਿੰਮੇਵਾਰ ਆ। ਜੇ ਉਹਨੇ ਮੁਨਾਫਾ ਆਪਣੇ ਕੋਲ ਰੱਖਣਾ ਤੇ ਉਹਨੂੰ ਇਹ ਹੱਕ ਨਹੀਂ ਕੋਈ ਵੀ ਉਹ ਲੋਕਾਂ ਦੇ ਪਾਣੀਆਂ 'ਚ ਜ਼ਹਿਰ ਮਿਲਾਵੇ ਜਾਂ ਪਾਣੀ ਨੂੰ ਗੰਦਾ ਕਰੇ। ਇਹ ਸਾਰਾ ਕੁਝ ਜਿਹੜਾ ਹੈਗਾ ਕਾਨੂੰਨ ਅਨੁਸਾਰ ਜੋ ਵੀ ਗਲਤ ਕਰਦਾ ਹੈ, ਹਾਂ ਜੇ ਉਹਦੇ ਵਿੱਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਕੋਈ ਬਣਦੀ ਹੈ ਵੀ ਉਹ ਅਧਿਕਾਰੀ ਜਿਹੜੇ ਹੈਗੇ ਆ ਪੋਲਿਊਸ਼ਨ ਕੰਟਰੋਲ ਬੋਰਡ ਜਾਂ ਜਿਹਨੇ ਦੇਖ ਰੇਖ ਕਰਨੀ ਹੈ, ਜਾਂ ਉਹਨਾਂ ਦੇ ਵਿੱਚ ਪਹਿਲੇ ਸੈਂਪਲਾਂ ਦੇ ਵਿੱਚ ਜੇ ਕੋਈ ਫਰਕ ਆ ਜਾਂ ਕੁਝ ਵੀ ਇਹ ਦਿਸਦਾ, ਉਹਦੇ ਉੱਤੇ ਵੀ ਜਿਹੜੀ ਹੈਗੀ ਆ ਉਹ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਲੋਕ ਜਿਹੜੇ ਹੈਗੇ ਇਨਸਾਫ ਚਾਹੁੰਦੇ ਆ। ਲੋਕਾਂ ਦੇ ਸਾਰਾ ਕੁਝ ਸਾਹਮਣੇ ਹੋਣਾ ਚਾਹੀਦਾ, ਤਾਂ ਕਿ ਜਿਹੜਾ ਹੈਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹ ਹੋ ਸਕੇ। ਤੇ ਲੋਕਾਂ ਨੂੰ ਜਿਹੜੀ ਹੈਗੀ ਹੈ ਜੇ ਗਲਤ ਕਰਦੇ ਆ, ਫੈਕਟਰੀ ਲੱਗਣੀਆਂ ਚਾਹੀਦੀਆਂ, ਵਧਣੀਆਂ ਚਾਹੀਦੀਆਂ, ਪਰ ਫੈਕਟਰੀ ਨੂੰ ਕੋਈ ਹੱਕ ਨਹੀਂ, ਕਿਉਂਕਿ ਪੀਣ ਵਾਲੇ ਪਾਣੀਆਂ ਦੇ ਵਿੱਚ, ਹਵਾ ਦੇ ਵਿੱਚ ਉਹ ਆਪਣੇ ਕੋਈ ਵੀ ਜ਼ਹਿਰ ਜਾਂ ਕੋਈ ਇਹੋ ਜਿਹੀ ਚੀਜ਼ ਮਿਲਾਵੇ, ਇਹ ਕਿਸੇ ਨੂੰ ਕੋਈ ਨਾ ਫੈਕਟਰੀ ਨੂੰ ਇਹੋ ਜਿਹਾ ਕੋਈ ਲਾਇਸੈਂਸ ਮਿਲਦਾ ਤੇ ਨਾ ਹੀ ਕਿਸੇ ਨੂੰ ਅਧਿਕਾਰ ਆ। ਕਿ ਇਹ ਸਾਰਾ ਕੁਝ ਜਿਹੜਾ ਹੁਣ ਤੱਕ ਹੋਇਆ ਇਹ ਗੈਰ ਕਾਨੂੰਨੀ ਹੋਇਆ। ਜੇ ਕਿ ਇਹ ਇਕੱਲਾ ਜੀਰਾ ਫੈਕਟਰੀ ਨਹੀਂ, ਜਿਹੜੀਆਂ ਹੋਰ ਵੀ ਕੋਈ ਵੀ ਫੈਕਟਰੀ ਹੈ ਜੀ, ਜਿੱਥੇ ਵੀ ਪਾਣੀ ਗੰਦਾ ਹੋ ਰਿਹਾ ਜਾਂ ਕੋਈ ਕਰ ਰਿਹਾ, ਉਹਦੀ ਜਿਹੜੀ ਹੈਗੀ ਉਹ ਰੋਕਣਾ ਚਾਹੀਦਾ, ਕਿਉਂਕਿ ਸਾਡਾ ਫੰਡਾਮੈਂਟਲ ਰਾਈਟ ਆ, ਸਾਨੂੰ ਜਿਉਣ ਦਾ ਹੱਕ ਸੰਵਿਧਾਨ ਨੇ ਦਿੱਤਾ ਤੇ ਉਹ ਸਾਨੂੰ ਜਿਹੜਾ ਹੈਗਾ ਹਰ ਸਰਕਾਰ ਦੀ ਡਿਊਟੀ ਹੈ ਕਿ ਉਹਨੂੰ ਮੁਹੱਈਆ ਕਰਵਾਇਆ ਜਾਵੇ। ਠੀਕ ਹੈ ਜੀ। ਚਲੋ ਮੈਂ ਦੁਬਾਰਾ ਆਉਂਗਾ ਤੁਹਾਡੇ ਕੋਲੇ। ਫਤਿਹ ਸਿੰਘ ਰਟੌਲ ਵੀ ਜੁੜੇ ਆ ਸਾਡੇ ਨਾਲ। ਫਤਿਹ ਸਿੰਘ ਜੀ, ਜਿਹੜੀ ਇਹ ਰਿਪੋਰਟ ਹੁਣ ਆਈ ਹੈ, ਜਿਹੜੀ NGT ਦੇ ਵਿੱਚ ਸੌਂਪੀ ਗਈ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ, ਤਾਂ ਉਹਦੇ ਵਿੱਚ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਬਾਕੀ ਜਿਹੜੀਆਂ ਰਿਪੋਰਟਾਂ ਹੁਣ ਤੱਕ ਆਉਂਦੀਆਂ ਰਹੀਆਂ, ਚਾਹੇ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸੀ ਜਾਂ NGT ਦੇ ਜਿਹੜੀ ਕਮੇਟੀਆਂ ਬਣੀਆਂ ਉਹਨਾਂ ਵੱਲੋਂ ਜੋ ਪੜਚੋਲ ਕੀਤੀ ਗਈ ਸੀ, ਉਹਦੇ ਨਾਲੋਂ ਕਿੰਨੀ ਵੱਖਰੀ ਹੈ? ਔਰ ਜਿਹੜੀ ਹੁਣ ਤੱਕ ਕਾਰਵਾਈ ਇਸ ਫੈਕਟਰੀ ਨੂੰ ਲੈ ਕੇ ਸਰਕਾਰ ਦੀ ਰਹੀ ਹੈ, ਪੰਜਾਬ ਸਰਕਾਰ ਦੀ, ਉਹਦੇ ਤੋਂ ਕਿੰਨੇ ਕੁ ਸੰਤੁਸ਼ਟ ਹੋ ਤੁਸੀਂ ਹੁਣ ਤੱਕ? ਸਰ ਦੇਖੋ ਜੀ, ਜਿਹੜੀ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀ ਰਿਪੋਰਟ ਆਈ ਹੈ ਜੀ, ਇਹਨਾਂ ਨੇ ਫਰਵਰੀ ਮਹੀਨੇ ਦੇ ਵਿੱਚ ਸੈਂਪਲਿੰਗ ਹੋਈ ਸੀਗੀ ਜੀ, ਮੈਂ ਖੁਦ ਨਾਲ ਜਾ ਕੇ ਸੈਂਪਲਿੰਗ ਕਰਵਾਈ ਹੈ ਜੀ। ਠੀਕ ਹੈ, 29 ਸੈਂਪਲ ਹੋਏ ਆ ਜੀ, 29 ਦੇ 29 ਸੈਂਪਲ ਫੇਲ ਹੋਏ ਆ ਜੀ। ਤੇ ਜਿਹੜੀ ਸੈਂਪਲਿੰਗ ਦਾ ਰੇਡੀਅਸ ਸੀਗਾ 5 ਤੋਂ ਲੈ ਕੇ 15 ਕਿਲੋਮੀਟਰ ਦਾ ਸੀਗਾ ਜੀ। ਤੇ ਉਹ ਸਾਰੇ ਹੀ ਸੈਂਪਲ ਫੇਲ ਹੋਏ ਆ ਤੇ ਸੈਂਪਲਾਂ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪਾਇਆ ਗਿਆ ਅਰਸਨਿਕ, ਕ੍ਰੋਮੀਅਮ, ਕਾਪਰ, ਆਇਰਨ, ਮੈਗਨੀਜ਼, ਨਾਈਕਲ, ਲੈਡ, ਸਲੇਮੀਅਮ। ਤੇ ਇਹ ਸਾਰੇ ਸਰ ਹੈਵੀ ਮੈਟਲ ਆ ਜਿਹੜੇ ਪਾਣੀ ਦੇ ਵਿੱਚ ਨਹੀਂ ਹੋਣੇ ਚਾਹੀਦੇਗੇ। ਇਹ ਖਤਰਨਾਕ ਹੁੰਦੇ ਆ, ਇਹ ਹਿਊਮਨ ਬੋਡੀ ਨੂੰ ਬਹੁਤ ਜ਼ਿਆਦਾ ਖਰਾਬ ਕਰਦੇ ਆ। ਖਰਾਬ ਕਰਕੇ ਫਿਰ ਬਿਮਾਰੀਆਂ ਦੇ ਰੂਪ ਦੇ ਵਿੱਚ ਇਨਸਾਨ ਚਲਾ ਜਾਂਦਾ, ਫਿਰ ਮੌਤਾਂ ਹੋ ਜਾਂਦੀਆਂ ਜੀ। ਇਹ ਸਰ ਜਿਹੜੇ ਇੰਨੀਆਂ ਜਿਹੜੀਆਂ ਖਤਰਨਾਕ ਚੀਜ਼ਾਂ ਹੈਗੀਆਂ, ਇਹ ਸਾਰੀਆਂ ਸਾਡੇ ਅੰਡਰਗਰਾਉਂਡ ਵਾਟਰ ਦੇ ਵਿੱਚ ਪਾਈਆਂ ਗਈਆਂ ਜੀ, ਵਿਦਿਨ ਰੇਡੀਅਸ ਆਫ 15 ਕਿਲੋਮੀਟਰ। ਤੇ ਰਿਪੋਰਟ ਦੇ ਵਿੱਚ ਇਹ 43 ਪੇਜਾਂ ਦੀ ਰਿਪੋਰਟ ਆ, ਮੇਰੇ ਹੱਥ 'ਚ ਵੀ ਸਰ ਫੜੀ ਹੈਗੀ ਹੈ ਜੀ ਇਹ ਰਿਪੋਰਟ। ਇਹਦੇ ਵਿੱਚ ਇਹ ਵੀ ਲਿਖਿਆ ਹੈਗਾ ਵੀ ਜਿਹੜੀਆਂ ਇਹ ਕੁਝ ਕੈਮੀਕਲਸ ਹੈਗੇ ਆ, ਜਿਵੇਂ ਕ੍ਰੋਮੀਅਮ, ਆਇਰਨ, ਮੈਗਨੀਜ਼, ਇਹ 10-10, 12-12 ਗੁਣਾ ਪ੍ਰੈਮਸਿਸ ਤੋਂ ਜ਼ਿਆਦਾ ਹੈ। 10-10, 12-12 ਗੁਣਾ ਪ੍ਰੈਮਸਿਸ ਤੋਂ ਜ਼ਿਆਦਾ ਓਵਰ ਹੈ। ਇਟ ਮੀਨਸ ਬਹੁਤ ਜ਼ਿਆਦਾ ਹੈ, ਇਹ ਜ਼ਹਿਰ ਹੈ। ਇਟ ਮੀਨਸ ਇਸ ਇੰਡਸਟਰੀ ਨੇ ਇਸ ਇਲਾਕੇ ਦਾ ਅੰਡਰਗਰਾਉਂਡ ਵਾਟਰ ਟੋਟਲੀ ਪੋਲਿਊਟ ਕਰਤਾ, ਜਿਸ ਕਾਰਨ ਇਸ ਇਲਾਕੇ ਦੀਆਂ ਜਿੰਨੀਆਂ ਮੌਤਾਂ ਹੋਈਆਂ ਜਾਂ ਫਸਲ ਘਟੀ ਆ ਜਾਂ ਹੋਰ 에ਅਰ ਪੋਲਿਊਟ ਹੋਈ ਆ ਜਾਂ ਵਾਟਰ ਪੋਲਿਊਟ ਹੋਇਆ ਜਾਂ ਜਿੰਨਾ ਜਨਜੀਵਨ ਪ੍ਰਭਾਵਿਤ ਹੋਇਆ,
ਉਹਦਾ ਕਾਰਨ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਇੰਡਸਟਰੀ ਆ। ਇਹ ਇੰਡਸਟਰੀ ਕਸੂਰਵਾਰ ਹੈ। ਇਹ ਜਿਹੜੀ ਰਿਪੋਰਟ ਆਈ ਹੈ ਕਿ ਇਹਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਇਹ ਦਾਅਵਾ ਕੀਤਾ ਗਿਆ ਕਿ ਇਹ ਸਾਰੇ ਕੁਝ ਦੀ ਜ਼ਿੰਮੇਵਾਰ ਇਹ ਫੈਕਟਰੀ ਹੈ, ਕਿਉਂਕਿ ਪਹਿਲਾਂ ਜਿਸ ਤਰ੍ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਕਿਹਾ ਕਿ ਅਸੀਂ ਵੀ ਕਹਿੰਦੇ ਰਹੇ ਕਿ ਪੰਜਾਬ ਜਿਹੜੇ ਉਸ ਇਲਾਕੇ ਦੇ ਪਾਣੀ ਨੇ ਉਹ ਗੰਦਲੇ ਹੈ, ਉਹ ਚੰਗੇ ਨਹੀਂ ਹੈਗੇ, ਪੀਣ ਯੋਗ ਵੀ ਨਹੀਂ ਹੈਗੇ। ਕਿਤੇ ਕਿਤੇ ਇਹ ਗਏ ਵੀ ਸੀਗੇ, ਉੱਥੇ ਦੌਰਾ ਵੀ ਉੱਥੇ ਉਹਨਾਂ ਥਾਵਾਂ ਦਾ ਕੀਤਾ ਹੈ। ਤਾਂ ਕੀ ਇਸ ਰਿਪੋਰਟ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਇਸ ਫੈਕਟਰੀ ਦਾ ਜ਼ਿਕਰ ਹੋਇਆ ਜਾਂ ਸਿੱਧੇ ਤੌਰ ਦੇ ਉੱਤੇ? ਜੀ ਸਰ, ਹੋਇਆ ਜੀ, ਬਿਲਕੁਲ ਹੋਇਆ। ਉਹਦੇ ਵਿੱਚ ਇੱਕ ਇਹਦੇ ਵਿੱਚ ਲਿਖਿਆ ਹੋਇਆ ਜੀ, ਪੁਆਇੰਟ ਲਿਖਿਆ ਹੋਇਆ ਵੀ ਜਿਹੜੀ ਇੱਕ 5 ਬੋਰਾਂ ਦੀ ਅੰਦਰੋਂ ਸੈਂਪਲਿੰਗ ਹੋਈ ਆ, ਉਹਨਾਂ ਦੇ ਵਿੱਚੋਂ 2 ਬੋਰਾਂ ਦੇ ਵਿੱਚੋਂ ਤਾਂ ਹੈਵੀ ਮੈਟਲ ਪਾਏ ਗਏ ਆ। ਇਟ ਮੀਨਸ ਰਿਵਰਸ ਬੋਰਿੰਗ ਕੀਤੀ ਗਈ ਆ। ਤੇ ਹੈਵੀ ਮੈਟਲ ਸਰ ਕਿਹੜੇ ਪਾਏ ਗਏ ਆ? ਉਹਦੇ ਵਿੱਚ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜੀ। ਜਿਹੜਾ ਉਹਦੇ ਵਿੱਚ ਪਾਏਗਾ ਨਾਈਕਲ, ਮੈਗਨੀਸ, ਵੀ ਉਹ ਜਿਹੜਾ ਸੈਂਪਲਿੰਗ ਕਰਨ ਵਾਲੀ ਟੀਮ ਨੇ ਉਹ ਬੋਰਾਂ ਵਿੱਚੋਂ ਖੁਦ ਫੜਿਆ ਵੀ ਇਹ ਸੀਗਾ। ਫਿਰ ਸਰ ਸਾਡਾ ਨਾਲ ਦਾ ਪਿੰਡ ਆ ਜੀ ਰਟੌਲ ਰੋਹੀ, ਉਹਦੇ ਵਿੱਚ ਸਾਈਨਾਈਡ ਪਾਇਆ ਗਿਆ, ਸਿਲਵਰ ਪੋਟਾਸ਼ੀਅਮ ਸਾਈਨਾਈਡ। ਇੱਕ ਪਿੰਡ ਚੋਂ ਇਸ ਤਰ੍ਹਾਂ ਦਾ ਕੈਮੀਕਲ ਪਾਇਆ ਜਾਣਾ ਪਾਣੀ ਦੇ ਵਿੱਚੋਂ, ਕਿੱਡੀ ਹੈਰਾਨੀ ਦੀ ਗੱਲ ਹੈ। ਸਿਲਵਰ ਪੋਟਾਸ਼ੀਅਮ ਸਾਈਨਾਈਡ ਸਰ ਤੁਹਾਨੂੰ ਪਤਾ ਵੀ ਜ਼ਹਿਰ ਹੁੰਦਾ, ਉਹ ਪਾਣੀ ਚੋਂ ਪਾਇਆ ਜਾਣਾ। ਤੇ ਤੁਸੀਂ ਉਹ ਵੇਖੋ ਇਸ ਇੰਡਸਟਰੀ ਨੇ ਉੱਥੋਂ ਦੇ ਲੋਕਾਂ ਨਾਲ ਕਿੰਨਾ ਖਿਲਵਾੜ ਕੀਤਾ। ਤੇ ਸਰ ਅਸੀਂ ਤਾਂ ਹੁਣ ਕਹਿੰਦੇ ਆ ਵੀ ਸਾਨੂੰ ਜਿਹੜਾ ਸਾਡੀਆਂ ਫਸਲਾਂ ਘਟੀਆਂ, ਉੱਥੇ ਫਸਲਾਂ ਦਾ ਸਾਡਾ ਨੁਕਸਾਨ ਹੋਇਆ ਹੁਣ ਤੱਕ, ਜਿਹੜੇ ਸਾਡੇ ਕਣਕ ਹੋਇਆ, ਝੋਨਾ ਹੋਇਆ, ਮੱਕੀ ਹੋਈ, ਜਿੰਨੀਆਂ ਫਸਲਾਂ ਜਿਹੜੀ ਪੈਦਾਵਾਰ ਘਟੀ ਆ, ਉਹਦੀ ਜ਼ਿੰਮੇਵਾਰ ਮਾਲਬਰੋਸ ਇੰਡਸਟਰੀ ਆ। ਘੱਟ ਤੋਂ ਘੱਟ 1000 ਕਰੋੜ ਦਾ ਜੁਰਮਾਨਾ ਇਸ ਇੰਡਸਟਰੀ ਨੂੰ ਲਾਉਣਾ ਚਾਹੀਦਾ। ਤੇ ਜਿੰਨੀਆਂ ਸਰ ਸਾਡੀਆਂ ਇਲਾਕੇ ਦੀਆਂ ਮੌਤਾਂ ਹੋਈਆਂ ਸਾਡੇ ਇਲਾਕੇ ਦੇ ਵਿੱਚ, ਜਿਹਦਾ ਕਾਰਨ ਹੈਗਾ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ, ਤੇ ਇਹ ਉਹਦੇ ਮੌਤਾਂ ਦਾ ਕਾਰਨ ਵੀ ਮਾਲਬਰੋਸ ਇੰਡਸਟਰੀ ਹੀ ਹੈ, ਕਿਉਂਕਿ ਇਹ 16 ਸਾਲਾਂ ਤੋਂ ਰਿਵਰਸ ਬੋਰਿੰਗ ਕਰ ਰਹੀ ਹੈ, ਧਰਤੀ ਦੇ ਵਿੱਚ ਪਾਣੀ ਪਾ ਰਹੀ ਹੈ, ਜਿਹਦੇ ਕਰਕੇ ਸਾਡਾ ਅੰਡਰਗਰਾਉਂਡ ਵਾਟਰ ਟੋਟਲੀ ਪੋਲਿਊਟ ਹੋ ਗਿਆ ਜੀ। ਤੇ ਸਰ ਸਾਡਾ ਇਲਾਕਾ ਬਿਮਾਰੀਆਂ ਨਾਲ ਜੂਝ ਰਿਹਾ। ਠੀਕ ਹੈ, ਚਲੋ ਆਪਣੇ ਨਾਲ ਕਾਲਰ ਵੀ ਜੁੜ ਰਹੇ ਨੇ, ਉਹਨਾਂ ਨੂੰ ਵੀ ਸ਼ਾਮਲ ਕਰਾਂਗੇ। ਇੱਕ ਸਵਾਲ ਜਿਹੜਾ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਆਪਾਂ ਜ਼ਰੂਰ ਲੈ ਲਈਏ। ਸੀਚੇਵਾਲ ਜੀ, ਜਿਵੇਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਵੀ ਕਿਹਾ ਕਿ ਤੁਸੀਂ ਵੀ ਉੱਥੇ ਗਏ ਸੀ, ਤੁਸੀਂ ਇਹ ਬਿਆਨ ਵੀ ਦਿੱਤਾ ਕਿ ਪਾਣੀ ਜਿਹੜੇ ਨੇ ਉਹ ਇਸ ਇਲਾਕੇ ਦੇ ਗੰਦੇ ਜ਼ਰੂਰ ਆ, ਪਰ ਇਸ ਫੈਕਟਰੀ ਦੇ ਨਾਲ ਜੋ ਰਿਪੋਰਟ ਦੇ ਮੁਤਾਬਕ ਆਇਆ ਹੈ ਉਹਦੇ ਨਾਲ ਫੈਕਟਰੀ ਦਾ ਕੋਈ ਲਿੰਕ ਜਿਹੜਾ ਉਹ ਫਿਲਹਾਲ ਤੱਕ ਨਜ਼ਰ ਨਹੀਂ ਆਉਂਦਾਗਾ। ਪਰ ਇਸ ਰਿਪੋਰਟ ਦੇ ਵਿੱਚ ਜਿਵੇਂ ਇਹ ਵੀ ਦਾਅਵਾ ਕਰ ਰਹੇ ਨੇ ਫਤਿਹ ਸਿੰਘ ਕਿ ਇਹਨਾਂ ਨੇ ਇਹ ਗੱਲ ਕਹੀ ਕਿ ਰਿਵਰਸ ਬੋਰਿੰਗ ਕੀਤੀ ਹੋਈ ਸੀ, ਔਰ ਉਸ ਰਿਵਰਸ ਬੋਰਿੰਗ ਦੇ ਨਾਲ ਇਹ ਜੋ ਘਾਤਕ ਕੈਮੀਕਲ ਨੇ ਜਾਂ ਹੋਰ ਜਿਹੜੀਆਂ ਧਾਤਾਂ ਨੇ ਉਹ ਉਹਨਾਂ ਇਲਾਕਿਆਂ ਦੇ ਪਾਣੀਆਂ ਦੇ ਵਿੱਚ ਜ਼ਿਆਦਾਤਰ ਪਾਈਆਂ ਗਈਆਂ। ਉਹ ਰਿਪੋਰਟ ਦੇ ਵਿੱਚ ਉਸ ਦਾ ਜਿਹੜਾ ਉਹ ਦਾਅਵਾ ਵੀ ਹੋਇਆ। ਤਾਂ ਹੁਣ ਕੀ ਲੱਗਦਾ ਕਿ ਹੁਣ ਤਾਂ ਕਾਰਵਾਈ ਜਿਹੜੀ ਆ ਉਹ ਠੋਕ ਕੇ ਕਰ ਦੇਣੀ ਚਾਹੀਦੀ ਹੈ ਸਰਕਾਰ ਨੂੰ? ਅੱਗੇ ਤਾਂ ਇਹ ਸੀਗਾ ਕਿ ਹਾਲੇ ਤੱਕ ਰਿਪੋਰਟ ਦੇ ਵਿੱਚ ਕੋਈ ਲਿੰਕ ਨਹੀਂ ਸਾਹਮਣੇ ਆ ਰਿਹਾ, ਹੁਣ ਤਾਂ ਲਿੰਕ ਵੀ ਆ ਗਿਆ। ਬੰਦ ਹੈ ਫੈਕਟਰੀ ਤਾਂ ਪਹਿਲਾਂ ਹੀ ਬੰਦ ਆ। ਦੂਸਰਾ ਜਿਹੜਾ ਉਹਦੇ ਵਾਸਤੇ ਜੋ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਹਦਾਇਤਾਂ ਦਿੱਤੀਆਂ, ਜੋ ਵੀ ਉਹਦੇ ਵਿੱਚ ਆ ਕਿ ਜੇ ਉਸ ਫੈਕਟਰੀ ਦੇ ਵਿੱਚ ਜਿਹੜੀਆਂ ਚੀਜ਼ਾਂ ਵਿੱਚ ਉਹਦੇ ਆਈਆਂ ਕਿ ਉਹਦਾ ਜਿਹੜੀ ਹੈਗੀ ਹੈ ਕਿ ਉਹ ਸਿੱਧੇ ਰੂਪ ਦੇ ਵਿੱਚ ਕਈ ਵਾਰ ਜਿਹੜੀਆਂ ਸਾਰੀਆਂ ਰਿਪੋਰਟਾਂ ਦੇ ਵਿੱਚ ਇਹ ਸਾਰੀ ਜਾਣ ਕੇ ਜਿਹੜੀ ਹੈਗੀ ਹੈ ਪਤਾ ਨਹੀਂ ਕਿ ਸਪਸ਼ਟਤਾ ਨਹੀਂ। ਜੇਕਰ ਉਹ ਚੀਜ਼ਾਂ ਉਹਦੇ ਵਿੱਚ ਜਿਹੜੀਆਂ ਆਈਆਂ ਤੇ ਘੱਟੋ ਘੱਟ ਉਹਦੇ ਵਿੱਚ ਉਹ ਜਿਹੜੀ ਚੀਜ਼ ਆ ਉਹਨੂੰ ਲਾਇਸੈਂਸ ਦਿੱਤਾ, ਉਹਦੇ ਵਾਸਤੇ ਇੱਕ ਬਹੁਤ ਲੰਬਾ ਜਿਹੜਾ ਹੈਗਾ ਉਹ ਇੱਕ ਜਾਂਚ ਦੀ ਲੋੜ ਆ। ਤੇ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀ ਫੈਕਟਰੀ ਦੇ ਵਿੱਚ ਚੌਲ ਵਰਤੇ ਜਾਂਦੇ ਆ ਜਾਂ ਕੁਛ ਉਹ ਬਣਾਈ ਜਾਂਦੀ ਹੈ, ਜੇਕਰ ਇਹੋ ਜਿਹੀਆਂ ਚੀਜ਼ਾਂ ਉਹਦੇ ਵਿੱਚ ਆਈਆਂ ਵਾ, ਉੱਥੇ ਵਰਤ ਹੁੰਦੀਆਂ ਬਣੀਆਂ ਵਾ, ਉਹ ਕਦੋਂ ਦੀਆਂ ਬਣੀਆਂ ਕੀ ਹੈ, ਇੱਕ ਬਹੁਤ ਵੱਡੀ ਜਿਹੜੀ ਉਹ ਸਾਜ਼ਿਸ਼ ਹੋ ਸਕਦੀ ਹੈ। ਉਹਦੇ ਉੱਤੇ ਜਿਹੜੀ ਹੈਗੀ ਹੈ ਹੁਣ ਕੋਰਟ ਜਿਹੜੀ ਹੈਗੀ ਹੈ, ਹੋ ਸਕਦਾ ਕਿ ਆਪਾਂ ਉਹਨਾਂ ਚੀਜ਼ਾਂ ਦੇ ਬਾਰੇ ਜਾਂ ਮਾਹਰਾਂ ਦੇ ਉੱਥੋਂ ਤੱਕ ਨਾ ਜਾ ਸਕਦੇ ਹੋਈਏ, ਪਰ ਹੁਣ ਕੋਰਟ ਪਿੱਛੇ ਬੈਠੀ ਹੈ, ਕੋਰਟ ਦੇ ਪਿੱਛੇ ਵਕੀਲ ਬੈਠੇ ਆ, ਉਹ ਹਰ ਚੀਜ਼ ਦੀ ਜਿਹੜੀ ਹੈਗੀ ਹੈ ਟੈਕਨੀਕਲੀ ਉੱਥੇ ਕੀ ਆ, ਕਿਉਂਕਿ ਸਾਰਾ ਕੁਝ ਉੱਥੇ ਪਿਆ ਹੀ ਹੈ, ਉਹਦੀ ਜਾਂਚ ਹੋਣੀ ਚਾਹੀਦੀ ਹੈ। ਜੇ ਉਹ ਇਹੋ ਜਿਹੀਆਂ ਚੀਜ਼ਾਂ ਉਹਨਾਂ ਨੇ ਵਰਤੀਆਂ, ਇਹੋ ਜਿਹਾ ਕੁਝ ਬਣਾਇਆ ਵਾ, ਤੇ ਉਹਦੇ ਜ਼ਿੰਮੇਵਾਰ ਉਹ ਭੱਜ ਦੌੜ ਤਾਂ ਕਿਤੇ ਜਾਏ ਨਹੀਂ, ਕਿਉਂਕਿ ਜਿਹਨੇ ਪਾਣੀ ਧਰਤੀ ਵਿੱਚ ਪਾ ਲਿਆ, ਆਪਣੀ ਚੀਜ਼ ਪਾ ਲਈ, ਉਹ ਧਰਤੀ ਦੇ ਥੱਲੇ ਚਲ ਗਈ, ਉਹਨੂੰ ਲੈ ਕੇ ਦੌੜ ਤਾਂ ਸਕਦਾ ਹੀ ਨਹੀਂ, ਉਹਨੂੰ ਖਤਮ ਵੀ ਨਹੀਂ ਕਰ ਸਕਦਾ। ਜੇ ਕਿਸੇ ਨੇ ਗਲਤ ਕੀਤਾ ਉਹ ਦੌੜਨਗੇ ਵੀ, ਤੇ ਉਹਨਾਂ ਦੇ ਜਿਹੜੇ ਨਮੂਨੇ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਪਿੱਛਾ ਨਹੀਂ ਛੱਡਣਗੇ। ਸੋ ਇਸ ਵਾਸਤੇ ਕੋਈ ਵੀ ਇੰਡਸਟਰੀ ਜੇ ਗਲਤ ਕਰਦੀ ਆ, ਉਹ ਜ਼ਿਆਦਾ ਚਿਰ ਲੋਕਾਂ ਨੂੰ ਧੋਖਾ ਨਹੀਂ ਦੇ ਸਕਦੀ। ਉਹ ਜਿਹੜੇ ਧਰਤੀ ਵਿੱਚ ਜਿਹੜਾ ਪਾ ਦਿੰਦਾ, ਜਿਹੜਾ ਗਲਤੀ ਕਰ ਦਿੰਦਾ, ਉਹਦੇ ਵਿੱਚ ਕੋਈ ਇਹੋ ਜਿਹੇ ਉਹਦੇ ਕੋਲ ਮੁੜ ਕੇ ਤਾਕਤ ਨਹੀਂ ਰਹਿ ਜਾਂਦੀ ਕਿ ਉਹਨੂੰ ਮਿਟਾ ਦੇਵੇ। ਇਸ ਤਰ੍ਹਾਂ ਹੁਣ ਉਹ ਵੀ ਬੋਰ ਆ ਜਿਹੜੇ ਉਹਨਾਂ ਨੂੰ ਢੱਕ ਦਿੱਤਾ, ਪਰ ਉਹਨਾਂ ਨੂੰ ਕੱਢਿਆ ਜਾ ਸਕਦਾ ਜੋ ਕੁਝ ਵੀ ਹੈਗਾ। ਇਹਦੇ ਵਿੱਚ ਜਿਹੜਾ ਵੀ ਜ਼ਿੰਮੇਵਾਰ ਆ, ਚਾਹੇ ਕੋਈ
ਪੋਲਿਊਸ਼ਨ ਕੰਟਰੋਲ ਬੋਰਡ ਹੈ ਜਾਂ ਕਿਸੇ ਦੀ ਵੀ ਕੋਈ ਇੰਡਸਟਰੀ ਦੀ ਜਿਹੜੀ ਹੈਗੀ ਉਹਨੇ ਅਣਗਹਿਲੀ ਕੀਤੀ ਹੈ, ਉਹਦੇ ਵਾਸਤੇ ਜੋ ਵੀ এনवायरमेंट ਕੰਪਨਸੇਸ਼ਨ ਹੈ, ਜੋ ਕੁਝ ਵੀ ਹੈ, ਕਾਨੂੰਨ ਨੂੰ ਕੰਮ ਕਰਨਾ ਚਾਹੀਦਾ। ਉਹਨੂੰ ਸਾਫ਼ ਤਰੀਕੇ ਦੇ ਨਾਲ ਲੋਕਾਂ ਨੂੰ ਨਜ਼ਰ ਆਉਣਾ ਚਾਹੀਦਾ ਕਿ ਇਹ ਗਲਤੀ ਕਰਦਾ ਤੇ ਇਹਨੂੰ ਇਹਦੀ ਸਜ਼ਾ ਵੀ ਮਿਲੂਗੀ। ਠੀਕ ਹੈ, ਠੀਕ ਹੈ, ਚਲੋ ਆਉਣੇ ਆ ਤੁਹਾਡੇ ਕੋਲੇ, ਦੁਬਾਰਾ ਆਵਾਂਗੇ। ਕਾਲਰ ਵੀ ਜੁੜੇ ਹੋਏ ਨੇ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਵਿੱਚ। ਨਾਮ ਦੱਸ ਦਿਓ ਜੀ ਆਪਣਾ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ, ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ? ਬੋਲਦੀ ਹਾਂ ਜੀ ਬਲਜੀਤ ਕੌਰ ਅਕਾਲਗੜ੍ਹ ਜੀ। ਬਾਈ ਜੀ, ਪੰਜਾਬ ਜਿਹੜੀ ਹੈਗੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਸ਼ਰਾਬ ਦੀਆਂ ਫੈਕਟਰੀਆਂ ਇਹੋ ਜਿਹੀਆਂ ਚੀਜ਼ਾਂ ਵੈਸੇ ਹੋਣੀਆਂ ਨਹੀਂ ਚਾਹੀਦੀਆਂ, ਪਰ ਜੇ ਹੈਗੀਆਂ ਤਾਂ ਫਿਰ ਇਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਪੋਲਿਊਸ਼ਨ ਕੰਟਰੋਲ ਬੋਰਡ ਦੀ ਹੈ, ਕਿਉਂਕਿ ਲੋਕਾਂ ਦੀ ਤਾਂ ਮੱਤ ਮਾਰੀ ਹੋਈ ਹੈ। ਉਹ ਕਹਿੰਦੇ ਪੈਸੇ ਕਮਾ ਲਓ, ਜਿੱਦਾਂ ਮਰਜ਼ੀ ਕਮਾਓ ਜੀ, ਚਾਹੇ ਨੁਕਸਾਨ ਕਿਸੇ ਇਨਸਾਨ ਦਾ ਹੁੰਦਾ ਹੋ ਹੀ ਜਾਏ, ਠੀਕ ਹੈ ਜੀ। ਤਾਂ ਪੋਲਿਊਸ਼ਨ ਕੰਟਰੋਲ ਬੋਰਡ ਇੱਕ ਵਾਰੀ ਜਿਹੜਾ NOC ਦਿੰਦਾ, ਉਸ ਤੋਂ ਬਾਅਦ ਉਹਨੂੰ ਹੱਥ ਤੇ ਹੱਥ ਧਰ ਕੇ ਨਹੀਂ ਬਹਿਣਾ ਚਾਹੀਦਾ। ਮੈਂ ਇਕੱਲੀ ਇੱਕ ਫੈਕਟਰੀ ਦੀ ਗੱਲ ਨਹੀਂ ਕਰੂੰਗੀ, ਹੋਰ ਵੀ ਫੈਕਟਰੀਆਂ ਜਿੱਥੇ ਆ ਦੁੱਧ ਦੀ ਪੈਕਿੰਗ ਹੁੰਦੀਆਂ ਜਾਂ ਹੋਰ ਵੀ ਚੀਜ਼ਾਂ, ਸਾਰੀਆਂ ਚੀਜ਼ਾਂ ਇਹਨਾਂ ਨੂੰ ਟਾਈਮ ਤੋਂ ਸਮੇਂ ਤੋਂ ਇਹਨਾਂ ਨੂੰ ਜਾ ਕੇ ਚੈਕਿੰਗ ਕਰਨੀਆਂ ਚਾਹੀਦੀਆਂ ਹੈਗੀਆਂ। ਜੇ ਨਹੀਂ ਕਰਦੇ ਤਾਂ ਲੋਕਾਂ ਦਾ ਹਾਲ ਦੇਖ ਲਓ ਵੀ ਕੀ ਹੋਇਆ ਹੋਇਆ ਪੰਜਾਬ ਦੇ ਵਿੱਚ। ਦੂਸਰੀ ਗੱਲ ਜੀ, ਸੀਚੇਵਾਲ ਸਾਹਿਬ ਬੈਠੇ ਨੇ, ਮੈਂ ਇਹਨਾਂ ਦੇ ਨਾਲ ਇਹਨਾਂ ਨੂੰ ਇੱਕ ਬੇਨਤੀ ਜ਼ਰੂਰੀ ਕਰਨਾ ਚਾਹੁੰਦੀ ਹਾਂ ਵੀ ਤੁਸੀਂ ਹੁਣ ਸਾਡੇ MP ਹੈਗੇ ਆ ਔਰ ਸਮਾਜ ਸੇਵਾ ਤੋਂ ਬਚਾ ਕੇ ਬਣੇ ਹੈਗੇ ਆ, ਤੁਹਾਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਪਤਾ। ਦੇਖੋ ਸਰ, ਜਦੋਂ ਪੰਜਾਬ ਤੋਂ ਬਾਹਰ ਆਪਣੀ ਜਿਹੜੀ ਖੇਤੀ ਹੈ ਖਸਖਸ ਦੀ ਹੋ ਰਹੀ ਹੈ, ਜਿਹੜਾ ਕਿ ਨਸ਼ਾ ਖਰਾਬ ਨਹੀਂ ਕਰਦਾ ਸਿਹਤ ਨੂੰ, ਤੁਸੀਂ ਸਭ ਤੋਂ ਜ਼ਿਆਦਾ ਜਾਣਦੇ ਆ। ਇਹ ਨਸ਼ਾ ਨਹੀਂ ਹੈਗਾ, ਐਕਚੁਅਲੀ ਦਵਾਈ ਹੈ, ਇਸ ਮੈਡੀਸਨ। ਐਂਡ ਸਾਰੇ ਪੰਜਾਬ ਤੋਂ ਬਾਹਰ ਇਹ ਖੇਤੀ ਹੈਗੀ ਆ, ਤੇ ਸਾਡੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੈਗੀ? ਇਹ ਹੁਣ ਤੁਸੀਂ ਸੰਸਦ ਵਿੱਚ ਤੁਹਾਨੂੰ ਬਿਠਾਇਆ ਜੀ, ਹੁਣ ਤੁਹਾਡਾ ਫਰਜ਼ ਬਣਦਾ ਵੀ ਇਹਦੇ ਲਈ ਪਲੀਜ਼ ਕੰਮ ਕਰੋ। ਮੈਂ ਹਜੂਰ ਸਾਹਿਬ ਗਈ ਸੀ ਜੀ, ਕਈ ਸਾਲ ਪਹਿਲਾਂ ਦੀ ਗੱਲ ਆ। ਉੱਥੇ ਬਾਹਰ ਠੇਕਾ ਸੀ ਜੀ, ਡੋਡਿਆਂ ਦਾ ਠੇਕਾ। ਉਹਨਾਂ ਜ਼ਮਾਨਿਆਂ 'ਚ ਮੈਂ ਇਹ ਚੀਜ਼ ਨਹੀਂ ਜਾਣਦੀ ਸੀ, ਨਾ ਮੈਂ ਅਫੀਮ ਦੇਖੀ ਸੀ, ਹੁਣ ਵੀ ਨਹੀਂ ਦੇਖੀ ਖੈਰ, ਤੇ ਡੋਡੇ ਤਾਂ ਮੈਂ ਸੁਣਿਆ ਹੀ ਨਹੀਂ ਸੀਗਾ। ਜਦੋਂ ਮੇਰੇ ਹਸਬੈਂਡ ਨੇ ਮੈਨੂੰ ਦੱਸੀ ਗੱਲ ਵੀ ਇਹਦਾ ਠੇਕਾ, ਮੈਂ ਕਿਹਾ ਹੋ ਨਹੀਂ ਸਕਦਾ ਏਦਾਂ ਠੇਕਾ, ਇਹ ਤਾਂ ਸ਼ਰਾਬ ਦੇ ਹੁੰਦੇ ਆ, ਇਹ ਕੀ ਚੀਜ਼ ਆ? ਮੈਨੂੰ ਉਹਨਾਂ ਨੇ ਫਿਰ ਵਿਸਤਾਰ ਨਾਲ ਸਮਝਾਇਆ ਵੀ ਏਦਾਂ ਹੈਗਾ, ਇਹਦੇ ਤੋਂ ਖਸਖਸ ਬਣਦੀ ਹੈ, ਖਸਖਸ ਆਪਣੇ ਪੰਜਾਬ 'ਚ ਵਿਕਦੀ ਹੈ ਔਰ ਬਹੁਤ ਮਹਿੰਗੀ ਚੀਜ਼ ਆ, ਐਂਡ ਦਿਮਾਗ ਵਾਸਤੇ, ਬੋਡੀ ਵਾਸਤੇ ਜ਼ਰੂਰੀ ਚੀਜ਼ ਹੈ। ਔਰ ਜਦੋਂ ਮੈਂ ਉਹ ਫਿਰ ਚਲੀ ਗਈ, ਮੈਂ ਉੱਥੇ ਦੁਕਾਨ ਤੇ, ਉਹ ਸੱਚੀ ਗੱਲ ਸੀ ਜੀ, ਉੱਥੇ ਸਾਰਾ ਕੁਝ ਵਿਕ ਰਿਹਾ ਸੀਗਾ। ਔਰ ਉਹ ਕਹਿੰਦੇ ਵੀ ਸਾਡੇ ਤਾਂ, ਮੈਂ ਕਿਹਾ ਵੀ ਤੁਹਾਡੇ ਇਹ ਕਿੱਦਾਂ ਏਦਾਂ ਇਹ ਖੁੱਲ ਗਿਆ ਠੇਕਾ ਜਾਂ ਕਿੱਦਾਂ ਹੁੰਦਾ, ਕੀ ਸਿਸਟਮ ਹੈ ਲੈਣ ਦਾ? ਕਹਿੰਦਾ ਮੈਡਮ ਸਾਡੇ ਤਾਂ ਆਹ ਠੇਕੇ ਖੁੱਲਦੇ ਆ, ਤੁਹਾਡੇ ਜ਼ਹਿਰਾਂ ਦੇ ਠੇਕੇ ਖੁੱਲ ਰਹੇ ਆ। ਮੈਂ ਕਿਹਾ ਜੀ ਉਹ ਕਿੱਦਾਂ? ਕਹਿੰਦਾ ਚਿੱਟਾ ਵਗੈਰਾ ਇਹ ਕਈ ਸਾਲ ਪਹਿਲਾਂ ਦੀ ਗੱਲ ਆ। ਉਹਨਾਂ ਜ਼ਮਾਨਿਆਂ 'ਚ ਮੈਂ TV ਤੇ ਚਿੱਟਾ ਸੁਣਿਆ ਨਹੀਂ ਸੀਗਾ, ਤੇ ਜਦੋਂ ਹੁਣ ਗੱਲ ਯਾਦ ਕਰੀਦੀ ਹੈ ਤਾਂ ਬਹੁਤ ਦੁੱਖ ਲੱਗਦਾ ਵੀ ਉਦੋਂ ਤੋਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ, ਪਰ ਇੰਨੀ ਅਕਲ ਨਹੀਂ ਸੀ। ਹੁਣ ਤੁਸੀਂ ਬੈਠੇ ਆ ਸਰ, ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਵੀ ਸੰਸਦ ਦੇ ਵਿੱਚ ਇਹ ਸਵਾਲ ਮੈਂ ਨੈਕਸਟ ਜਿਹੜਾ ਸੈਸ਼ਨ ਸੁਣਾ, ਤੁਹਾਡੇ ਵੱਲੋਂ ਉੱਠਣਾ ਚਾਹੀਦਾ ਤਾਂ ਕਿ ਪੰਜਾਬ 'ਚ ਸ਼ਰਾਬ ਬੰਦ ਹੋਵੇ, ਚਿੱਟਾ ਬੰਦ ਹੋਵੇ, ਹੋਰ ਗੋਲੀਆਂ ਕੈਪਸੂਲ ਬੰਦ ਹੋਣ। ਜਿਨ੍ਹਾਂ ਨੇ ਲਾਉਣਾ ਆਪਣਾ ਲਿਮਟਿਡ ਲਵਾ ਦਿਓ, ਔਰ ਐਕਸਪੋਰਟ ਹੁੰਦੀ ਹੈ ਦਵਾਈਆਂ 'ਚ ਪੈਂਦਾ ਹੈ, ਜਾਂ ਉੱਥੇ ਭੇਜੋ, ਜਾਂ ਸਰਕਾਰ ਇੱਕ ਲਿਮਟਿਡ ਸਾਨੂੰ ਦੇ ਦੇਵੇ ਵੀ ਇੰਨਾ ਕੁ ਲਾਉਣਾ ਤੁਸੀਂ। ਬਈ ਅਗਲਾ ਹੁਣ ਘਰ ਦਾ ਦੁੱਧ ਆ, ਘਰ ਦਾ ਮੱਖਣ ਆ, ਇਹਨਾਂ ਦਾ ਵੀ ਸਾਰਾ ਖਾ ਜਾਂਦੇ, ਥੋੜਾ ਬਾਲਾ ਖਾਣਗੇ ਜੀ, ਥੋੜਾ ਬਾਲਾ ਬੱਚਤ ਹੋਊਗੀ, ਤੇ ਨਾਲੇ ਉਹਦੇ ਨਾਲ ਕੀ ਹੈ ਵੀ ਸਿਹਤ ਨਹੀਂ ਖਰਾਬ ਹੋਊਗੀ। ਬਾਕੀ ਦੂਜੀ ਗੱਲ ਹੈ ਜੀ, ਮੈਂ ਰਟੌਲ ਸਾਹਿਬ ਨੂੰ, ਜਿਹੜੇ ਇੰਨੇ ਰੌਸ਼ਨ ਦਿਮਾਗ ਨੇ, ਜਿਨ੍ਹਾਂ ਨੇ ਇੰਨੀ ਵੱਡੀ ਸਾਰੀ ਇਨਕੁਆਇਰੀ ਕਰਕੇ ਆਹ ਖਬਰ ਕੱਢੀ ਆ, ਮੈਂ ਇਹਨਾਂ ਨੂੰ ਬਹੁਤ ਵਧਾਈ ਦਊਂਗੀ ਤੇ ਸ਼ੁਕਰੀਆ ਕਰੂੰਗੀ। ਵਾਹਿਗੁਰੂ ਕਰੇ ਇਹੋ ਜਿਹੇ ਵੀਰ ਸਾਡੇ ਹੋਰ ਪੈਦਾ ਹੋਣ ਤੇ ਸਾਡਾ ਪੰਜਾਬ ਬਚੇ ਜੀ। ਥੈਂਕ ਯੂ ਸੋ ਮਚ। ਠੀਕ ਹੈ, ਠੀਕ ਹੈ। ਕਾਲਰ ਹੋਰ ਵੀ ਜੁੜੇ ਹੋਏ ਨੇ, ਨਾਮ ਦੱਸ ਦਿਓ ਜੀ ਆਪਣਾ, ਕਿੱਥੋਂ ਗੱਲ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਜੀ? ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਸੰਗਰੂਰ ਤੋਂ ਪਿਆਰਾ ਸਿੰਘ ਬੇਨਤੀ ਕਰ ਰਿਹਾ ਜੀ। ਸਰ ਦੇਖੋ, ਸਰਕਾਰ ਫੈਕਟਰੀਆਂ ਵਾਸਤੇ ਪਾਲਿਸੀਆਂ ਬਣਾਈਆਂ, ਉਹਦੇ ਕੁਝ ਨਿਯਮ ਬਣਾਏ, ਲਾਇਸੈਂਸ ਦੇਣ ਵਾਲੇ ਸਾਰੇ ਫੈਕਟਰੀ ਮਾਲਕ ਨੂੰ ਦੱਸਿਆ ਗਿਆ ਵੀ ਆਹ ਨਿਯਮਾਂ ਦੇ ਤਹਿਤ ਦਾ ਕੰਮ ਕਰਨਾ, ਨਹੀਂ ਕਰਿਆ ਉਹ ਜ਼ਿੰਮੇਵਾਰ ਹੈ। ਉਹਦੇ ਉੱਪਰ ਸੁਪਰਵਾਈਜ਼ਰ ਪ੍ਰਦੂਸ਼ਣ ਕੰਟਰੋਲ ਬੋਰਡ ਜਿਹੜਾ ਹੈਗਾ, ਉਹ CID ਵਿਭਾਗ, SDO ਸਾਹਿਬ, ਪ੍ਰਸ਼ਾਸਨ, ਇਹਨਾਂ ਦੀ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਜਾ ਕੇ ਆਪਣੇ ਹਲਕੇ 'ਚ ਜਾ ਕੇ ਦੇਖਣ ਵੀ ਕੀ ਹੋ ਰਿਹਾ। ਜਿਹੜੀ ਸਾਡੇ ਕੋਲ ਸਾਰੀ ਲਿਸਟ ਹੁੰਦੀ ਆ, ਸਾਡੇ ਕੋਲ ਕਿੰਨੀਆਂ ਫੈਕਟਰੀਆਂ ਨੇ, ਕਿੰਨਾ ਬੱਠੇ ਨੇ, ਕਿੰਨੇ ਉਹ ਨੇ, ਉਹਨਾਂ ਨੂੰ ਜਾ ਕੇ ਇਕੱਲੇ ਕੋਲ ਚੈੱਕ ਕਰਨਾ ਚਾਹੀਦਾ। ਜੇ ਉਹਦੇ ਕੋਲ ਨਹੀਂ ਟਾਈਮ, ਹਲਕਾ ਵੈਜ 5 ਬੰਦਿਆਂ ਦੀਆਂ ਕਮੇਟੀਆਂ ਬਣਾ ਕੇ ਆਪਣੇ ਨਾਲ ਜੋੜ ਕੇ ਰੱਖਣ, ਉਹ ਜਾ ਕੇ ਉੱਥੇ ਚੈੱਕ ਕਰਵਾ ਕੇ 10 ਰਿਪੋਰਟ ਲੈ ਸਕਦੇ ਨੇ ਵੀ ਇੱਥੇ ਆਹ ਹੋ ਰਿਹਾ ਜੀ। ਇਸ ਕਰਕੇ ਜਿੱਥੇ ਫੈਕਟਰੀ ਵਾਲੇ ਜ਼ਿੰਮੇਵਾਰ ਨੇ, ਉੱਥੇ SDO ਦਫ਼ਤਰ ਹੋ ਗਿਆ,
ਉੱਥੇ ਪ੍ਰਦੂਸ਼ਣ ਕੰਟਰੋਲ ਬੋਰਡ ਹੋ ਗਿਆ। ਇਹ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਠੀਕ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਮੈਂ ਤੁਹਾਡੇ ਕੋਲੇ ਦੁਬਾਰਾ ਆਉਣਾ। ਤੁਸੀਂ ਸਾਡੇ ਕਾਲਰਾਂ ਨੇ ਜਿਹੜੀ ਗੱਲ ਕਹੀ ਹੈ ਉਹ ਸੁਣ ਵੀ ਲਈ ਹੋਏਗੀ, ਉਸ 'ਤੇ ਵੀ ਤੁਸੀਂ ਜਿਹੜਾ ਜਵਾਬ ਜ਼ਰੂਰ ਦੇ ਦਿਓ। ਪਰ ਇੱਕ ਚੀਜ਼ ਜਾਣਨੀ ਚਾਹੁੰਦੇ ਹਾਂ ਕਿ ਜਿੱਥੇ ਮੰਨ ਲਓ ਕਿ ਹੁਣ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਰਿਵਰਸ ਹੋ ਰਿਹਾ ਸੀਗਾ, ਔਰ ਉਹਦੇ ਵਿੱਚ ਤੁਸੀਂ ਜਿਹੜੀਆਂ ਗੱਲਾਂ ਕਹੀਆਂ ਨੇ ਕਿ ਜਿਹੜੀਆਂ ਵਿੱਚ ਧਾਤਾਂ ਚਲੀਆਂ ਗਈਆਂ, ਜੋ ਕੈਮੀਕਲ ਚਲੇ ਗਏ, ਉਹ ਹੁਣ ਪਾਸੇ ਤਾਂ ਜਾਣੇ ਨਹੀਂ ਗਏ, ਉਹ ਤਾਂ ਉੱਥੇ ਦੇ ਉੱਥੇ ਹੀ ਰਹਿਣਗੇ। ਇਹ ਨਹੀਂ ਹੈਗਾ ਕਿ ਰਾਤੋਂ ਰਾਤ ਨੂੰ ਚੱਕ ਕੇ ਕਿਤੇ ਹੋਰ ਲਿਜਾਇਆ ਜਾ ਸਕੇਗਾ, ਔਰ ਜਿਹੜੇ ਹਾਲਾਤ ਉੱਥੇ ਬਣੇ ਹੋਏ ਆ ਉਹਦੇ ਵਿੱਚ ਜਾ ਵੀ ਨਹੀਂ ਸਕਦਾ। ਫਿਰ ਅਜਿਹੇ ਦੇ ਵਿੱਚ ਜ਼ਿੰਮੇਵਾਰੀ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੀ ਬਣਦੀ ਸੀਗੀ, ਹੋਰਨਾਂ ਵੀ ਬੜਿਆਂ ਦੀ ਬਣਦੀ ਸੀਗੀ। ਜੇ ਕੱਲ੍ਹ ਨੂੰ ਤੁਸੀਂ ਕਹਿੰਦੇ ਹੋ ਕਿ ਅਦਾਲਤ ਦੇ ਵਿੱਚ ਕੇਸ ਹੈ, ਜੇ ਇਸ ਸਾਰੀਆਂ ਚੀਜ਼ਾਂ ਸਿੱਧ ਹੋ ਜਾਂਦੀਆਂ, ਫਿਰ ਲੱਗਦਾ ਨਹੀਂ ਕਿ ਉਹਨਾਂ ਦੇ ਉੱਤੇ ਵੀ ਠੋਕ ਕੇ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਅਣਗਹਿਲੀ ਤਾਂ ਉਹਨਾਂ ਦੀ ਵੀ ਵੱਡੀ ਹੈ ਨਾ। ਹੋ ਸਕਦਾ ਕਿ ਬਿਜ਼ਨਸ ਵਾਲੇ ਨੇ ਆਪਦਾ ਫਾਇਦਾ ਸੋਚਿਆ ਹੋਵੇ ਤੇ ਉਹਨੇ ਕਿਹਾ ਹੋਵੇ ਕਿ ਚਲੋ ਕੋਈ ਨਾ, ਇਹਦੇ ਨਾਲ ਕਿਹੜਾ ਬਹੁਤਾ ਫਰਕ ਪੈਣਾ, ਲੋਕਾਂ ਨੂੰ ਜੇ ਪਊਗਾ ਤੇ ਪਈ ਜਾਣ ਦੇ, ਉਹਨੇ ਤਾਂ ਆਪਣਾ ਫਾਇਦਾ ਹੋ ਸਕਦਾ ਕਿ ਸੋਚ ਲਿਆ ਹੋਵੇ। ਪਰ ਜਿਨ੍ਹਾਂ ਦੀ ਜ਼ਿੰਮੇਵਾਰੀ ਸੀਗੀ ਨਿਗਰਾਨੀ ਰੱਖਣ ਦੀ, ਬਾਜ਼ ਅੱਖ ਰੱਖਣ ਦੀ, ਜੇ ਉਹੀ ਘੂਕਨੀ ਦੇ ਸੌਂ ਗਏ ਤਾਂ ਫਿਰ ਸਵਾਲ ਤਾਂ ਉਹਨਾਂ 'ਤੇ ਖੜੇ ਹੁੰਦੇ ਨਾ। ਹੁਣ ਤੁਹਾਡੇ ਕੋਲੇ ਪਾਵਰ ਵੀ ਹੈ, ਸਰਕਾਰ ਵੀ ਹੈ, ਕੀ ਉਹਨਾਂ 'ਤੇ ਫਿਰ ਠੋਕ ਕੇ ਕਾਰਵਾਈ ਹੋ ਜਾਏਗੀ? ਅਸੀਂ ਤਾਂ ਲੰਬੇ ਸਮੇਂ ਤੋਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਖਿਲਾਫ ਸਾਡੀ ਲੜਾਈ ਰਹੀ ਹੈ। ਅਸੀਂ ਉਹਦੇ ਮੈਂਬਰ ਰਹੇ, ਉਹਦੇ ਅੰਦਰ ਵੀ ਲੜਾਈ ਸੀ ਤੇ ਸਾਡੀ ਬਾਹਰ ਵੀ ਲੜਾਈ ਸੀ। ਬਿਲਕੁਲ। तो ਅਸੀਂ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਹਰ ਕਾਲਾ ਸਿੰਘਾਂ ਡਰੇਨ ਤੇ ਲਿਜਾ ਕੇ ਖੜਿਆ ਕੀਤਾ, ਹਰ ਥਾਂ ਦੇ ਉੱਤੇ, ਕਿਉਂਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਬਹੁਤ ਭੂਮਿਕਾ ਜਿਹੜੀ ਹੈ ਇਹ ਸੱਕੀ ਰਹੀ ਹੈ। ਕਿਉਂਕਿ ਜੋ ਕੁਝ ਵੀ ਇਹ ਵਾਪਰ ਰਿਹਾ ਇਹ ਕਾਨੂੰਨ ਦੇ ਅਨੁਸਾਰ ਨਹੀਂ ਹੋ ਸਕਦਾ, ਪਰ ਹਮੇਸ਼ਾ ਆਵਾਜ਼ ਉਠਾਉਂਦੇ ਰਹੇ ਹਾਂ। ਪਰ ਇਹ ਜਿਹੜੀ ਚੀਜ਼ ਕਈ ਵਾਰ ਜਿਹੜੀ ਹੈਗੀ ਹੈ ਮਹਿਕਮਿਆਂ ਦੇ ਉੱਤੇ, ਜਿਸ ਤਰ੍ਹਾਂ ਇਨਕੁਆਇਰੀ ਵੀ ਕੋਈ ਹੁੰਦੀ ਆ, ਸੈਂਪਲ ਭਰਨੇ ਆ, ਸੈਂਪਲ ਭਰ ਕੇ ਲੈ ਕੇ ਜਾਣੇ ਆ, ਭਾਵੇਂ ਕਿਤੇ ਆਪਾਂ ਕੋਰਟ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਉਹ ਇਨਕੁਆਇਰੀ ਹੁੰਦੀ ਆ ਤੇ ਥਰੂ ਮਹਿਕਮੇ ਦੇ ਹੋਣਾ ਹੁੰਦਾ। ਜਦੋਂ ਮਹਿਕਮੇ ਵਾਲਾ ਜਿਹੜਾ ਹੈਗਾ ਵਾ, ਜਿਹਦੇ ਕੋਲ ਡੱਟਾ ਦਿੱਤਾ ਹੋਇਆ ਵਾ, ਜਿਹਨੂੰ ਜਿਹੜੀ ਹੈਗੀ ਆ ਫੈਕਟਰੀ ਲਾਉਣ ਦੀ NOC ਉਹਨਾਂ ਨੂੰ ਮਿਲਦੀ ਹੈ, ਉਹਨਾਂ ਦੇ ਕੋਲੋਂ ਰਿਨਿਊ, ਉਹਨਾਂ ਨੇ ਉਹਨੂੰ ਜਿਹੜਾ ਹੈਗਾ ਬੰਦ ਕਰਨਾ, ਤੇ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੈ। ਜੇ ਕੋਈ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਾਂ ਕਿ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਜਿਹੜਾ ਅਧਿਕਾਰੀ ਇਹਦਾ ਜ਼ਿੰਮੇਵਾਰ ਹੈ, ਜਿਹਨੇ ਜ਼ਿੰਮੇਵਾਰੀ ਨਹੀਂ ਨਿਭਾਈ, ਜਿਹਦਾ ਕਰਕੇ ਕੋਈ ਨੁਕਸਾਨ ਹੁੰਦਾ, ਉਹ ਅਧਿਕਾਰੀ ਦੇ ਉੱਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਫੈਕਟਰੀ ਉੱਤੇ ਤਾਂ ਹੋਣੀ ਚਾਹੀਦੀ ਹੈ, ਜਿਹਨੇ ਗਲਤ ਕੀਤਾ ਆਪਣੇ ਪੈਸੇ ਬਚਾਉਣ ਲਈ ਜਾਂ ਕੁਝ ਵੀ। ਪਰ ਜਿਹੜਾ ਅਧਿਕਾਰੀ ਅੱਖੋਂ ਪਰੋਖੇ ਜਾਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਜਾਂ ਅੱਖਾਂ ਮੀਟ ਕੇ ਜਿਹਨੇ ਉਹ ਸਮਾਂ ਲੰਘਾਇਆ, ਉਹ ਵੀ ਜਿਹੜਾ ਹੈਗਾ ਸਜ਼ਾ ਦਾ ਹੱਕਦਾਰ ਹੈ। ਜਿੰਨਾ ਚਿਰ ਇਹ ਜਿਹੜੇ ਹੈਗੇ ਆ ਜ਼ਿੰਮੇਵਾਰ ਅਧਿਕਾਰੀ, ਇਹਨਾਂ ਦੀ ਜਵਾਬਦੇਹੀ ਤੈਅ ਨਹੀਂ ਹੋਊਗੀ ਤੇ ਉਹਨਾਂ ਚਿਰ ਇਹਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਇਹ ਬਹੁਤ ਵੱਡੀ ਅਸੀਂ ਲੰਬੇ ਸਮੇਂ ਤੋਂ ਮੰਗ ਉਠਾ ਰਹੇ ਹਾਂ। ਅਸੀਂ ਕੋਰਟ ਵਿੱਚ ਵੀ ਮੰਗ ਉਠਾਈ ਸੀ, ਅਸੀਂ ਆਪਣੀ ਕਮੇਟੀਆਂ ਦੇ ਵਿੱਚ ਵੀ ਜ਼ਿੰਮੇਵਾਰੀ ਤੈਅ ਹੋਵੇ, ਚਾਹੇ ਉਹ ਪੋਲਿਊਸ਼ਨ ਕੰਟਰੋਲ ਬੋਰਡ ਦਾ ਅਧਿਕਾਰੀ ਉਹਨੇ ਨਿਗਰਾਨੀ ਕਿਹਨੇ ਕਰਨੀ ਹੈ, ਚਾਹੇ ਉਹ ਸੀਵਰੇਜ ਬੋਰਡ ਦਾ ਜਿਹਨੇ ਟ੍ਰੀਟਮੈਂਟ ਪਲਾਂਟ ਚਲਾਉਣਾ ਉਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹਨਾਂ ਦੀ ਤੈਅ ਹੋਣੀ ਚਾਹੀਦੀ ਹੈ, ਤਾਂ ਕਿ ਜਵਾਬਦੇਹੀ ਕਿਸੇ ਕੋ ਜਵਾਬ ਸਰਕਾਰ ਜੇ ਜਵਾਬਦੇਹੀ ਤੈਅ ਕਰ ਦਿੰਦੀ ਹੈ ਤੇ ਇਹਦੇ ਆਊਟਪੁੱਟ ਜਿਹੜੀ ਹੈਗੀ ਹੈ ਲੋਕਾਂ ਦੇ ਵਿੱਚ ਤੇ এনवायरमेंट ਦੇ ਵਿੱਚ ਪੋਜ਼ਿਟਿਵ ਜਿਹੜਾ ਹੈਗਾ ਉਹ ਉਦੋਂ ਹੀ ਸ਼ੁਰੂ ਹੋ ਜਾਊਗਾ। ਠੀਕ ਹੈ, ਚਲੋ ਆਉਣੇ ਤੁਹਾਡੇ ਕੋਲੇ ਦੁਬਾਰਾ ਫਤਿਹ ਸਿੰਘ ਤੋਂ ਵੀ ਆਪਾਂ ਸਵਾਲ ਲੈ ਲਈਏ। ਫਤਿਹ ਸਿੰਘ ਜੀ, ਤੁਹਾਨੂੰ ਕੀ ਲੱਗਦਾ ਕਿ ਇਸ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ? ਕਿਉਂਕਿ ਇਹ ਤਾਂ ਹੈ ਨਹੀਂ ਰਾਤੋਂ ਰਾਤ ਇਹ ਸਾਰਾ ਕੁਝ ਹੋ ਗਿਆ। ਔਰ ਦੂਜਾ ਇੱਕ ਚੀਜ਼ ਇਹ ਵੀ ਦੱਸਿਓ, ਜਿਹੜੇ ਲੋਕ ਹਾਲੇ ਵੀ ਨਹੀਂ ਜਾਣਦੇ ਕਿ ਤੁਹਾਡੇ ਇਲਾਕੇ ਦੇ ਵਿੱਚ ਕੀ ਫਰਕ ਪਿਆ ਲੋਕਾਂ ਦੀ ਸਿਹਤ ਦੇ ਉੱਤੇ ਜਾਂ ਤੁਹਾਡੇ ਪਸ਼ੂਆਂ ਦੇ ਉੱਤੇ, ਤੁਹਾਡੀਆਂ ਫਸਲਾਂ ਦੇ ਉੱਤੇ, ਇਸ ਦੇ ਨਾਲ ਕਿੰਨਾ ਕੁ ਫਰਕ ਤੁਸੀਂ ਸਮਝਦੇ ਹੋ? ਕਿਉਂਕਿ ਇਲਜ਼ਾਮ ਇਹ ਲੱਗਦੇ ਰਿਹਾ ਕਿ ਫੈਕਟਰੀ ਦੇ ਨਾਲ ਜਿਹੜਾ ਪਾਣੀ ਗੰਦਲਾ ਹੋਇਆ ਉਸ ਨਾਲ ਸਾਡਾ ਇਲਾਕਾ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਿਆ। ਤੱਥਾਂ ਦੇ ਆਧਾਰ ਤੇ ਗੱਲ ਕਰਿਓ ਜੋ ਤੁਹਾਨੂੰ ਲੱਗਦਾ ਹੈ ਕਿ ਇਸ ਫੈਕਟਰੀ ਦੇ ਕਰਕੇ ਹੀ ਉਹ ਹੋਇਆ। ਸਰ ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਹਿਲਾਂ ਤਾਂ ਰਿਪੋਰਟ ਦੇ ਬਾਰੇ ਥੋੜ੍ਹੀ ਜਿਹੀ ਮੈਂ ਦੱਸਦਾ ਜੀ। ਨਹੀਂ, ਇਹ ਬਾਇਓ ਮੈਗਨੀਫਿਕੇਸ਼ਨ ਸਟੱਡੀ ਦੀ ਉਹਨਾਂ ਨੇ ਮੰਗ ਕੀਤੀ ਹੈ, ਇਹਦੇ ਵਿੱਚ ਪੁਆਇੰਟ ਲਿਖਿਆ ਹੋਇਆ ਵੀ ਇੱਥੇ ਹੋਣੀ ਚਾਹੀਦੀ ਹੈ, ਜਿਹਦੇ ਨਾਲ ਕਿੰਨੇ % ਇਸ ਇਲਾਕੇ ਦੀਆਂ ਫਸਲਾਂ ਖਰਾਬ ਹੋਈਆਂ, ਪਾਣੀ ਖਰਾਬ ਹੋਇਆ ਤੇ ਲੋਕਾਂ ਦੀ ਸਿਹਤ ਖਰਾਬ ਹੋਈ ਹੈ, ਇਹ ਜ਼ਰੂਰੀ ਆ ਇਸ ਰਿਪੋਰਟ ਦੇ ਵਿੱਚ ਲਿਖਿਆ। ਜਿਹੜੀ ਗੱਲ ਤੁਸੀਂ ਕਹਿੰਦੇ ਆ ਪਸ਼ੂਆਂ ਦੀ, ਬੜੀ ਤੁਸੀਂ ਵਧੀਆ ਗੱਲ ਕੀਤੀ। ਫਰਵਰੀ ਮਹੀਨੇ ਦੇ ਵਿੱਚ ਮਸੂਰਵਾਲ ਪਿੰਡ ਦੇ ਤਕਰੀਬਨ 2022 ਫਰਵਰੀ ਮਹੀਨੇ ਦੇ ਵਿੱਚ 60 ਤੋਂ 70 ਪਸ਼ੂ ਮਰੇ ਸੀਗੇ। ਉਹ ਸਰ ਮਰੇ ਕਿਵੇਂ ਜੀ? ਜਿਹੜੀ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੀ ਜਿਹੜੀ ਸਵਾਹ ਸੀ, ਇਹਨਾਂ ਦੀਆਂ ਚਿਮਨੀਆਂ 'ਚੋਂ ਸਵਾਹ ਉੱਡ ਕੇ
ਪੱਠਿਆਂ ਤੇ ਪੈ ਗਈ, ਜਿਹਨੂੰ ਆਪਾਂ ਚਾਰਾ ਵੀ ਕਹਿ ਦਿੰਦੇ ਆ, ਉਹਦੇ ਤੇ ਪੈ ਗਈ। ਹੁਣ ਦੇਖੋ ਸਰ, ਫਾਰਮਰਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਪੱਠਿਆਂ ਨੂੰ ਵਾਸ਼ ਕਰਕੇ ਪਾਉਣ। ਉਹਨਾਂ ਨੇ ਪੱਠੇ ਮਤਲਬ ਕਿ ਉਹਨਾਂ ਦੀ ਕਟਿੰਗ ਕਰਕੇ ਵੱਢ ਕੇ ਜਾਨਵਰਾਂ ਨੂੰ ਪਾਤੇ ਤੇ ਜਾਨਵਰ 60 ਤੋਂ 70 ਜਾਨਵਰ ਪਸ਼ੂ ਮਰ ਗਏ ਤੇ ਉਹਦੀ ਕਸੂਰਵਾਰ ਸੀਗੀ ਮਾਲਬਰੋਸ ਪ੍ਰਾਈਵੇਟ ਲਿਮਟਿਡ ਇੰਡਸਟਰੀ। ਤੇ ਜਦੋਂ ਉੱਥੇ ਰੌਲਾ ਪੈ ਗਿਆ, ਮੇਰਾ ਸਰ ਪਿੰਡ ਰਟੌਲ ਰੋਹੀ ਆ, ਨਾਲ ਦਾ ਪਿੰਡ ਮਸੂਰਵਾਲ ਹੈ ਜੀ, ਵੀ ਇੰਨੇ ਪਸ਼ੂ ਮਰ ਗਏ ਤੇ ਅਸੀਂ ਡਾਕਟਰਾਂ ਕੋਲੇ ਗਏ ਵੀ ਇਸ ਤਰ੍ਹਾਂ ਕਰਕੇ ਜੀ ਆਹ ਮਾਲਬਰੋਸ ਇਹਦੀ ਦੋਸ਼ੀ ਹੈ ਜੀ। ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਜੀ। ਪ੍ਰਸ਼ਾਸਨ ਨੇ ਪ੍ਰਭਾਵ ਪਾ ਕੇ ਡਾਕਟਰਾਂ ਤੋਂ ਸਹੀ ਰਿਪੋਰਟ ਹੀ ਨਹੀਂ ਬਣਵਾਈ ਗਈ ਜੀ। ਉਹ ਵੀ ਜਿਹੜੀ ਰਿਪੋਰਟ ਬਣਨੀ ਚਾਹੀਦੀ ਸੀਗੀ, ਜਿਹੜੇ ਉਹਦੇ ਤੱਥਾਂ ਦੇ ਆਧਾਰ ਤੇ ਰਿਪੋਰਟ ਬਣਨੀ ਚਾਹੀਦੀ ਸੀ, ਉਹ ਬਣਵਾਈ ਨਹੀਂ ਗਈ ਜੀ। ਉਹਦੇ ਚ ਕਾਰਨ ਕੀ ਦੱਸਿਆ ਗਿਆ ਫਿਰ? ਉਹ ਕਾਰਨ ਦੇ ਵਿੱਚ ਜੀ ਉਹਨਾਂ ਨੇ ਕਹਿਤਾ ਜੀ ਇਹ ਤਾਂ ਜੀ ਯੂਰੀਆ ਵੱਧ ਪਾਤੀ ਹੋਣੀ ਆ ਫਾਰਮਰਾਂ ਨੇ, ਜਿਹੜੀ ਆਪਾਂ ਨਾਈਟ੍ਰੋਜਨ ਵਰਤਦੇ ਆ, ਯੂਰੀਆ 46% ਖੇਤ ਚ ਪਾਉਣੇ ਆ ਜੀ, ਉਹ ਵੱਧ ਪਾਤੀ ਹੋਣੀ ਤਾਂ ਕਰਕੇ ਮਰ ਗਏ ਜੀ। ਡਾਕਟਰ ਕਹਿੰਦੇ ਜੀ ਹੋਰ ਕੋਈ ਤਾਂ ਇੱਥੇ ਰੀਜ਼ਨ ਹੀ ਹੈ ਨਹੀਂਗਾ ਜੀ। ਅਸੀਂ ਡਾਕਟਰ ਨੂੰ ਬੜੀ ਰਿਕੁਐਸਟ ਕੀਤੀ, ਡਾਕਟਰ ਸਾਹਿਬ ਵੀ ਯੂਰੀਆ ਵੱਧ ਤਾਂ ਇੱਕ ਫਾਰਮਰ ਨੇ ਪਾਤੀ ਕਿ ਸਾਰਿਆਂ ਨੇ ਪਾਤੀ? ਕਿਸੇ ਗੱਲ ਤੇ ਨਹੀਂ ਆਏ, ਕੁਛ ਨਹੀਂ ਹੋਇਆ ਜੀ, ਕੋਈ ਰਿਪੋਰਟ ਨਹੀਂ ਬਣੀ, ਕੁਛ ਨਹੀਂ ਹੋਇਆਗਾ। ਫਿਰ ਫੈਕਟਰੀ ਵਾਲਿਆਂ ਕੋਲ ਅੱਗੇ ਜਾ ਕੇ ਲੋਕਾਂ ਨੇ ਕਿਹਾ ਵੀ ਤੁਸੀਂ ਇਹਦੇ ਜ਼ਿੰਮੇਵਾਰ ਹੋ, ਜਾਂ ਤਾਂ ਤੁਸੀਂ ਇਹ ਇੰਡਸਟਰੀ ਬੰਦ ਕਰ ਦਿਓ ਤੇ ਜਾਂ ਫਿਰ ਅਸੀਂ ਆਪਦੇ ਇਹ ਘਰ ਛੱਡ ਦਿੰਦੇ ਇੱਥੇ, ਅਸੀਂ ਕਿਤੇ ਜਾ ਕੇ ਹੋਰ ਰਹਿਣ ਲੱਗ ਜਾਂਦੇ ਆ। ਸਾਡੇ ਨਾਲ ਦੇ ਪਿੰਡਾਂ ਦੇ ਲੋਕਾਂ ਨੇ ਤਾਂ ਇਹ ਵੀ ਗੱਲ ਕਹਿਤੀ ਸੀ ਕਿ ਅਸੀਂ ਆਪਦੀਆਂ ਜ਼ਮੀਨਾਂ ਵੇਚ ਦਿੰਦੇ ਆ ਤੇ ਕਿਤੇ ਹੋਰ ਚਲੇ ਜਾਂਦੇ ਆ। ਸਰ ਸਾਡਾ ਜਿਹੜਾ ਇਲਾਕਾ ਟੋਟਲੀ ਬਰਬਾਦ ਕਰਕੇ ਰੱਖਤਾ ਇਸ ਮਾਲਬਰੋਸ ਇੰਡਸਟਰੀ ਨੇ। ਅਸੀਂ ਜਿਹੜਾ ਸੰਤਾਪ ਅੱਜ ਦਾ ਨਹੀਂ ਭੋਗ ਰਹੇਗੇ। ਮੈਂ ਸਰ ਆਪ ਖੁਦ ਜਦੋਂ ਦੀ 2007 ਤੋਂ ਇਹ ਇੰਡਸਟਰੀ ਹੋਂਦ ਚ ਆਈ ਹੈ, ਮੈਂ ਉਦੋਂ ਦਾ ਲੜ ਰਿਹਾ ਜੀ। ਮੇਰੇ ਕੋਲ ਇਹੋ ਜਿਹੇ ਪ੍ਰੂਫ ਪਏ ਆ ਜਿਹੜੇ 2007 ਦੇ ਆ। ਉਦੋਂ ਸਾਡੀਆਂ ਪੰਚਾਇਤਾਂ ਨੇ ਇਸ ਇੰਡਸਟਰੀ ਦੇ ਅਗੇਂਸਟ ਮਤੇ ਪਾਏ ਸੀਗੇ ਵੀ ਇਹ ਸਾਨੂੰ ਨਹੀਂ ਚਾਹੀਦੀਗੀ। ਪ੍ਰਸ਼ਾਸਨ ਨੂੰ ਉਦੋਂ ਹੀ ਚਾਹੀਦਾ ਸੀਗਾ, ਜਿਹੜੇ ਉਸ ਟਾਈਮ ਦੇ DC ਸਾਹਿਬ ਸੀਗੇ ਉਹਨੂੰ ਵੀ ਲੈਟਰ ਸਾਡੇ ਕੋਲ ਪਈ ਹੈ ਜੀ, ਨਹੀਂ ਚਾਹੀਦੀ। ਗੋਇਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸੀਗੇ, ਮੈਂ ਖੁਦ ਉਹਨਾਂ ਦੇ ਦਫ਼ਤਰ ਜਾ ਕੇ ਕਿਹਾ ਜੀ ਉੱਥੋਂ ਦੇ ਲੋਕ ਇਹ ਇੰਡਸਟਰੀ ਨਹੀਂ ਚਾਹੁੰਦੇ ਕਿ ਤੁਸੀਂ ਕਿਉਂ ਥੋਪ ਰਹੇ ਹੋ, ਇਹ ਰੌਲਾ ਪਊਗਾ ਰੌਲਾ ਪਊਗਾ ਰੌਲਾ ਪਊਗਾ। ਨਹੀਂ ਮੰਨੇ ਜੀ, ਕਹਿੰਦੇ ਜੀ ਲੋਕਾਂ 'ਚ ਪਬਲਿਕ ਹੀਅਰਿੰਗ ਹੋ ਗਈ ਆ। ਫਿਰ ਇਸ ਇੰਡਸਟਰੀ ਨੇ ਸਰ, ਇਹ ਮਲਹੋਤਰੇ ਦੀ ਇੰਡਸਟਰੀ ਹੈ, ਦੀਪ ਮਲਹੋਤਰੇ ਦੀ, ਫਰੀਦਕੋਟ ਤੋਂ ਬੰਦੇ ਲਿਆ ਕੇ ਜਾਲੀ ਪਬਲਿਕ ਹੀਅਰਿੰਗ ਕਰਵਾ ਕੇ ਇਹ ਇੰਡਸਟਰੀ ਚਲਾਈ। ਇਹ ਤੇ 420 ਦਾ ਬਣਦਾ ਨਹੀਂ ਸਰ ਹਰਜਾਨਾ ਜੀ। ਜਿਹੜੇ ਲੋਕ ਮਰ ਗਏ ਜੀ ਗੰਦਾ ਪਾਣੀ ਪੀ ਕੇ। ਰਟੌਲ ਰੋਹੀ ਪਿੰਡ ਦੇ ਵਿੱਚ 2-2 ਸਾਲ ਦੇ ਬੱਚਿਆਂ ਨੂੰ ਸਰ ਲਿਵਰ ਕੈਂਸਰ ਹੈ ਜੀ। ਉਹਦਾ ਜ਼ਿੰਮੇਵਾਰ ਦੀਪ ਮਲਹੋਤਰਾ ਨਹੀਂ ਹੈਗਾ ਜੀ, ਹੋਰ ਕੌਣ ਆ ਸਰ? ਹੋਰ ਜਿਹੜੇ ਪਸ਼ੂ ਮਰੇ ਸਰ, ਬੰਦੇ ਮਰੇ, ਹਵਾ ਪੋਲਿਊਟ ਹੋ ਗਈ, ਪਾਣੀ ਪੋਲਿਊਟ ਹੋ ਗਈ, ਧਰਤੀ ਸਰ ਸਾਡੀ ਬੰਜਰ ਕਰਤੀ ਜੀ ਇਹਨੇ। ਇਸ ਜਿਹੜਾ ਕੈਮੀਕਲ ਧਰਤੀ 'ਚ ਪਾਈ ਗਿਆ, ਸਾਡੀਆਂ ਜ਼ਮੀਨਾਂ ਬੰਜਰ ਕਰਕੇ ਰੱਖਦੀਆਂ। ਉਹਦਾ ਮੁਆਵਜ਼ਾ ਸਰ ਸਾਨੂੰ ਕੌਣ ਦੇਊਗਾ ਜੀ? ਸਰਕਾਰ ਦੇਊਗੀ ਕਿ ਦੀਪ ਮਲਹੋਤਰਾ ਦੇਊਗਾ? ਉਹ ਤਾਂ ਸਰ ਬਣਦਾ ਹੀ ਹੈ ਜੀ। ਅਸੀਂ ਤਾਂ ਕਹਿੰਦੇ ਘੱਟ ਤੋਂ ਘੱਟ 1000 ਕਰੋੜ ਰੁਪਏ ਦਾ ਮੁਆਵਜ਼ਾ ਇਸ ਇੰਡਸਟਰੀ ਨੂੰ ਪਾਉਣਾ ਚਾਹੀਦਾ ਜੀ। 16 ਸਾਲ ਤੋਂ ਰਿਵਰਸ ਸਰ ਬੋਰਿੰਗ ਕਰ ਰਹੀ ਹੈ। ਇਸ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਸਰ ਵੀ 2 ਬੋਰਾਂ ਚੋਂ ਤਾਂ ਸ਼ਰੇਆਮ ਹੈਵੀ ਮੈਟਲ ਪਾਏ ਗਏ ਆ ਜੀ, ਸਾਈਨਾਈਡ ਪਾਇਆ ਗਿਆ, ਹੋਰ ਵੀ ਜਿਵੇਂ ਨਾਈਕਲ ਹੋ ਗਿਆ, ਕ੍ਰੋਮੀਅਮ ਹੋ ਗਿਆ, ਭਾਰੀ ਮਾਤਰਾ 'ਚ ਪਦਾਰਥ ਪਾਏ ਗਏ ਆ। ਉਹਨਾਂ ਸਾਰੇ ਕਾਸੇ ਦੀ ਜਿਹੜੀ ਜ਼ਿੰਮੇਵਾਰ ਆ ਮਾਲਬਰੋਸ ਪ੍ਰਾਈਵੇਟ ਲਿਮਟਿਡ ਆ। ਹੁਣ ਸਰ ਦੇਖੋ ਜੀ, ਜਿਹੜਾ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦਾ ਅਦਾਰਾ, ਸਭ ਤੋਂ ਵੱਡਾ ਅਦਾਰਾ ਜੀ, ਉਹ ਤਾਂ ਨਹੀਂ ਝੂਠ ਬੋਲ ਸਕਦਾ ਹੈਗਾ। ਉਹਨੇ 29 ਦੇ 29 ਸੈਂਪਲ ਫੇਲ ਹੋਏ ਆ। ਜਿਹੜੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਜਿਹੜੀ ਰਿਪੋਰਟ ਲਈ ਸੀ ਉਹ 'ਚ 5 ਸੈਂਪਲ ਫੇਲ ਹੋਏ ਸੀਗੇ ਜੀ, ਤੇ ਉਹਨਾਂ ਦੇ ਵਿੱਚੋਂ 1-2 ਸਕੂਲਾਂ ਦੇ ਸੈਂਪਲ ਵੀ ਫੇਲ ਹੋਏ। ਉਹ ਸਕੂਲਾਂ ਦਾ ਪਾਣੀ ਸਰ ਬੱਚਿਆਂ ਨੇ ਪੀਣਾ ਹੁੰਦਾ ਜੀ, ਬੱਚਿਆਂ ਨੂੰ ਮਾਲਬਰੋਸ ਜ਼ਹਿਰ ਪਿਆਰੀ ਹੈ ਜੀ। ਇਹੋ ਜਿਹੀਆਂ ਇੰਡਸਟਰੀਆਂ ਤੋਂ ਕੀ ਲੈਣੇ ਆ ਵੀ ਜਿਹੜੀ ਅਗਲੀ ਜਨਰੇਸ਼ਨ ਨੂੰ ਜੈਨੋਸਾਈਡ ਕਰ ਰਹੀ ਹੈ, ਮਾਰ ਰਹੀ ਹੈ, ਪਾਣੀ ਪਿਆ ਕੇ ਮਾਰ ਰਹੀ ਹੈ। ਇਹੋ ਜਿਹੀਆਂ ਦਾਰੂ ਵਾਲੀਆਂ ਜ਼ਹਿਰ ਵਾਲੀਆਂ ਇੰਡਸਟਰੀਆਂ ਤੋਂ ਲੈਣਾ ਕੀ? ਸੀਚੇਵਾਲ ਸਾਹਿਬ ਸਾਡੇ ਨਾਲ ਡਿਬੇਟ ਤੇ ਬੈਠੇ ਸੀਗੇ। ਇਹ ਸੀਚੇਵਾਲ ਸਾਹਿਬ ਸਾਡੇ ਕੋਲ ਇੱਕ ਵਾਰੀ ਆਏ, ਉਹ ਪਾਣੀ ਦਾ ਮਾੜਾ ਜਿਹਾ ਟੇਸਟ ਕਰਕੇ ਕਹਿੰਦੇ ਜੀ ਕੁਛ ਨਹੀਂ ਗਾ। ਉੱਥੋਂ ਜਦੋਂ ਚਲੇ ਗਏ ਕਹਿੰਦੇ ਜੀ ਮੈਂ ਤਾਂ ਜਾ ਕੇ ਆਇਆ ਜੀ, ਉੱਥੇ ਕੁਛ ਨਹੀਂ। ਜੇ ਸੀਚੇਵਾਲ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਕੁਛ ਵੀ ਹੈ ਨਹੀਂ, ਫਿਰ 43 ਪੇਜਾਂ ਦੀ ਰਿਪੋਰਟ ਨੇ 29 ਸੈਂਪਲ ਫੇਲ ਕਿਵੇਂ ਕਰਤੇ ਜੀ? ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਆ ਜੀ, ਸਭ ਤੋਂ ਵੱਡਾ ਬੋਰਡ ਆ ਦੇਸ਼ ਦਾ। ਮੈਂ ਖੁਦ ਸਰ ਜਿੱਦਣ ਫਸਟ ਡੇ ਸੈਂਪਲਿੰਗ ਹੁੰਦੀ, ਮੈਂ ਖੁਦ ਨਾਲ ਸੀਗਾ, ਮੈਂ ਨਾਲ ਜਾ ਕੇ ਸੈਂਪਲਿੰਗ ਕੀਤੀ। ਨਰਿੰਦਰ ਸ਼ਰਮਾ ਜੀ ਨਾਲ ਸੀਗੇ, ਉਹਨਾਂ ਨੇ ਬੜੇ ਵਧੀਆ ਸੁਚੱਜੇ ਢੰਗ ਨਾਲ ਸੈਂਪਲਿੰਗ ਕੀਤੀ ਆ ਜੀ। ਕੱਲੀ ਬਰੀਕੀ ਨਾਲ ਸੈਂਪਲਿੰਗ ਕੀਤੀ ਆ, ਹਰ ਪੁਆਇੰਟ ਵੇਖਿਆ ਜੀ। ਉੱਥੋਂ ਪੂਰੀ ਚੰਗੀ ਤਰ੍ਹਾਂ ਵਾਚ ਐਂਡ ਆਊਟ ਕਰਕੇ ਸੈਂਪਲਿੰਗ ਕਰਕੇ ਲੈ ਕੇ ਗਏ ਆ। ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਜੀ, ਬੜੇ ਵਧੀਆ ਤਰੀਕੇ ਨਾਲ ਸੈਂਪਲਿੰਗ ਕੀਤੀ। ਵੀ ਹੁਣ ਆਪਣੇ ਲੀਡਰ ਹੋ ਗਏ ਜੀ ਜਾਂ ਬਾਬਾ ਜੀ ਹੋ ਗਏ, ਇਹ ਕਹਿ ਤਾਂ ਦਿੰਦੇ ਆ ਜੀ ਕੁਛ ਨਹੀਂ। ਹੁਣ ਬਾਬਾ ਜੀ ਤੁਸੀਂ ਕਿਹੜਾ ਲੈਬੋਰਟਰੀ ਹੋ ਜੀ? ਲੈਬੋਰਟਰੀ ਨੇ ਫਿਰ ਸੈਂਪਲ ਕਿਵੇਂ ਫੇਲ ਕਰਤੇ ਜੀ 29 ਦੇ 29? ਹੁਣ ਤੁਸੀਂ ਸਾਨੂੰ ਪਹਿਲਾਂ ਆਪ ਦੱਸ ਦਿਓ, ਲੋਕ ਥੋੜੀ ਇੱਜ਼ਤ ਕਰਦੇ ਆ। ਤੁਸੀਂ ਕਹਿੰਦੇ ਸੀਗੇ ਜੀ ਉੱਥੇ ਕੁਛ ਵੀ ਹੈ ਨਹੀਂ, ਫਿਰ 29 ਸੈਂਪਲਾਂ ਦੇ ਵਿੱਚ ਜ਼ਹਿਰ ਆਇਆ ਜੀ। ਤੇ ਜ਼ਹਿਰ ਵੀ ਸਰ ਇਹੋ ਜਿਹੀ ਮਾਤਰਾ 'ਚ ਆਇਆ, ਜੇ ਮੈਂ ਦੱਸਣ ਲੱਗ ਜਾਂਦਾ ਤੁਹਾਨੂੰ ਬੜਾ ਟਾਈਮ ਲੱਗ ਜਾਣਾ। ਕ੍ਰੋਮੀਅਮ, ਆਇਰਨ, ਮੈਗਨੀਜ਼, ਨਾਈਕਲ, ਲੈਡ, ਇਹ 10-10, 12-12 ਗੁਣਾ। ਤੇ ਕਈਆਂ ਦੇ ਵਿੱਚ ਇਹ ਵੀ ਲਿਖਿਆ ਵੀ 650 ਤੋਂ 800
ਗੁਣਾ ਜ਼ਿਆਦਾ ਇਹ ਜ਼ਹਿਰ ਹੈ ਕਈ ਸੈਂਪਲਾਂ ਦੇ ਵਿੱਚ ਵੱਖ-ਵੱਖ ਮਤਲਬ ਸੈਂਪਲਾਂ ਦੇ ਵਿੱਚ ਵੱਖ-ਵੱਖ ਪੈਰਾਮੀਟਰ ਦੇ ਹਿਸਾਬ ਨਾਲ ਸਰ ਜ਼ਹਿਰ ਆ ਇਹ ਸਰ ਫਿਰ ਆ ਕਿਵੇਂ ਗਿਆ ਇਸ ਇੰਡਸਟਰੀ ਦੇ ਵਿੱਚ ਜੇ ਇਹ ਧਰਤੀ ਦੇ ਵਿੱਚ ਪਾਉਂਦੇ ਸੀਗੇ ਤਾਂ ਹੀ ਆ ਗਿਆ ਨਾ ਸਰ ਹੋਰ ਰੱਬ ਤੋਂ ਤਾਂ ਉੱਡ ਕੇ ਆ ਨਹੀਂ ਗਿਆਗਾ ਇਹ 16 ਸਾਲ ਤੋਂ ਇਹਨਾਂ ਦਾ ਸਿਸਟਮ ਜਿਹੜਾ ਇਹ ਚੱਲ ਰਿਹਾ ਸੀ ਅਸੀਂ ਸਾਡੇ ਲੋਕਾਂ ਨੇ ਉੱਥੇ ਸਰ ਬੜੇ ਧਰਨੇ ਲਾਏ 2008 ਦੇ ਵਿੱਚ ਮੈਂ ਖੁਦ ਸਰ 8 ਚ ਲਾਇਆ ਜੀ ਹੋਰ ਵੀ ਇੱਕ ਦੋ ਬੰਦਿਆਂ ਨੇ ਲਾਏ ਪਰ ਇਹਨਾਂ ਨੇ ਸਰ ਕਦੇ ਵੀ ਗੱਲ ਨਹੀਂ ਸੁਣੀ ਉੱਥੇ ਪੋਲੀਟੀਸ਼ੀਅਨ ਵੀ ਜ਼ਿੰਮੇਵਾਰ ਹੈ ਜੀ ਮੌਜੂਦਾ ਸਰਕਾਰਾਂ ਵੀ ਜ਼ਿੰਮੇਵਾਰ ਹੈ ਇਹੋ ਜਿਹੀਆਂ ਇੰਡਸਟਰੀਆਂ ਨੂੰ ਤੁਸੀਂ ਐਨਓਸੀਆਂ ਦਿੰਦੀਆਂ ਹੀ ਕਿਉਂ ਫਿਰ ਸਰ ਕਦੇ ਵੀ ਇਹਨਾਂ ਨੇ ਟ੍ਰੀਟਮੈਂਟ ਪਲਾਂਟ ਨਹੀਂ ਚਲਾਇਆ ਜੀ ਕਦੇ ਵੀ ਨਹੀਂ ਚਲਾਇਆ ਉਹ ਕਾਗਜ਼ਾਂ 'ਚ ਟ੍ਰੀਟਮੈਂਟ ਪਲਾਂਟ ਸੀਗਾ ਸੀ ਪਰ ਰਿਐਲਿਟੀ ਦੇ ਵਿੱਚ ਕਦੇ ਚੱਲਿਆ ਹੀ ਨਹੀਂਗਾ ਉਹ ਵੇਖਣ ਨੂੰ ਵਿਖਾ ਦਿੰਦੇ ਸੀਗੇ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਨਹੀਂ ਹੈਗਾ ਸਰ ਇਹ ਪੋਲਿਊਸ਼ਨ ਕਰੋ ਬੋਰਡ ਆ ਜੀ ਇਹ ਪੋਲਿਊਸ਼ਨ ਕੰਟਰੋਲ ਬੋਰਡ ਦੇ ਕੁਝ ਅਧਿਕਾਰੀ ਆਉਂਦੇ ਸੀਗੇ ਜੀ ਉੱਥੇ ਉਹਨਾਂ ਦੇ ਬਾਂਸਲ ਜਿਹੜਾ ਇਹਨਾਂ ਦਾ ਐਮਡੀ ਰਹਿ ਚੁੱਕਾ ਜੀ ਉਹਦੇ ਤੋਂ ਪੈਸੇ ਲੈ ਕੇ ਚਲੇ ਜਾਂਦੇ ਸੀ ਮੋਟੇ ਪੈਸੇ ਲੈਂਦੇ ਸੀਗੇ ਮੋਟੇ ਪੈਸੇ ਲੈ ਕੇ ਕਹਿ ਦਿੰਦੇ ਜੀ ਸਾਰਾ ਕੁਝ ਸਹੀ ਹੈ ਇੱਥੇ ਕੁਝ ਨਹੀਂ ਹੋ ਰਿਹਾ ਇਹ ਜਿਹੜਾ ਇਹਨਾਂ ਨੇ ਇਥਨੋਲ ਦਾ ਪਲਾਂਟ ਲਾਇਆ ਉਹ ਲੱਖਾਂ ਲੀਟਰ ਪਾਣੀ ਸਰ ਡੇਲੀ ਦਾ ਕੱਢ ਰਿਹਾ ਧਰਤੀ 'ਚ ਲੱਖਾਂ ਲੀਟਰ ਕੱਢ ਰਿਹਾ ਫਿਰ ਪੋਲਿਊਟ ਕਰਦੇ ਆ ਫਿਰ ਕਿਤੇ ਹੋਰ ਪਾ ਦਿੰਦੇ ਆ ਜੀ ਤੇ ਇਹਨਾਂ ਦਾ ਕੈਮੀਕਲ ਵਾਲਾ ਪਲਾਂਟ ਵੀ ਐਵੇਂ ਆ ਤੇ ਅਲਕੋਹਲ ਵਾਲਾ ਪਲਾਂਟ ਵੀ ਇਹਨਾਂ ਨੇ ਧਰਤੀ 'ਚੋਂ ਲੱਖਾਂ ਲੀਟਰ ਡੇਲੀ ਦਾ ਪਾਣੀ ਕੱਢ ਕੇ ਤਬਾਹ ਕਰਤਾ ਤੇ ਸਾਡਾ ਟੋਟਲੀ ਇਲਾਕਾ ਬਰਬਾਦ ਕਰਕੇ ਰੱਖਤਾ ਚਲੋ ਆਪਾਂ ਇਹਦੇ ਤੇ ਵੀ ਗੱਲ ਕਰਾਂਗੇ ਕਾਲਰ ਵੀ ਸਾਡੇ ਨਾਲ ਜੁੜੇ ਹੋਏ ਨੇ ਸ਼ਾਮਲ ਕਰ ਲਈਏ ਉਹਨਾਂ ਨੂੰ ਵੀ ਨਾਮ ਦੱਸ ਦਿਓ ਜੀ ਆਪਣਾ ਤੁਸੀਂ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਇਸ ਮਸਲੇ ਤੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਮੈਂ ਸਰ ਸਿੰਘ ਭੁੱਲਰ ਬੇਨਤੀ ਕਰਦਾ ਜੀ ਮੁਕਤਸਰ ਸਾਹਿਬ ਤੋਂ ਜੀ ਹਾਂਜੀ ਸਰ ਪਹਿਲਾ ਨੰਬਰ ਤਾਂ ਇਹ ਆ ਵੀ ਸੰਤ ਸੀਚੇਵਾਲ ਸਾਹਿਬ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਅੱਗੇ ਆਓ ਤੁਸੀਂ ਕੀ ਲੈਣਾ ਕੁਰਸੀਆਂ ਤੋਂ ਤੁਸੀਂ ਅੱਗੇ ਆਓ ਤੁਸੀਂ ਕੁਰਸੀਆਂ ਤੋਂ ਕੀ ਲੈਣਾ ਤੁਹਾਡੇ ਨਾਲ ਲੱਖਾਂ ਲੋਕ ਕਰੋੜਾਂ ਲੋਕ ਜੁੜੇ ਹੋਏ ਆ ਤੇ ਤੁਸੀਂ ਮਤਲਬ ਸਾਡੇ ਨਾਲ ਆਓ ਤੁਸੀਂ ਮਤਲਬ ਸਾਡੀ ਹੈਲਪ ਕਰੋ ਤੁਸੀਂ ਜਾ ਕੇ ਬਹਿ ਗਏ ਦਿੱਲੀ ਤੇ ਸਾਡਾ ਕੌਣ ਜ਼ਿੰਮੇਵਾਰ ਹੈ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਹਜ਼ਾਰਾਂ ਪਿੰਡਾਂ ਦੇ ਵਿੱਚ ਸੈਂਪਲਿੰਗ ਸਾਡੀ ਗਲਤ ਸਾਡੇ ਡੰਗਰ ਮਰ ਰਹੇ ਸੰਚੀ ਅਸੀਂ ਤੁਹਾਡੇ ਪਿੱਛੇ ਆ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਆ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਇਹੋ ਹੀ ਇੱਕੋ ਹੀ ਉਦਾਹਰਨ ਦਿਆਂਗਾ ਵੀ ਇਹ ਜ਼ਹਿਰ ਘੋਲ ਰਿਹਾ 18 ਸਾਲ ਤੋਂ 20 ਸਾਲ ਤੋਂ ਤੇ ਬਹੁਤ ਵੱਡਾ ਪਾਪ ਆ ਕਿਉਂਕਿ ਪੰਛੀ ਨਾਲ ਜਾਨਵਰ ਨਾਲ ਇਨਸਾਨ ਨਾਲ ਮੈਂ ਤਾਂ ਇਹ ਸਭ ਤੋਂ ਵੱਡਾ ਪਾਪ ਗਿਣਾਂਗਾ ਠੀਕ ਹੈ ਜੀ ਤੁਸੀਂ ਜੀ ਧੰਨਵਾਦ ਜੀ ਤੁਸੀਂ ਆਪਣੀ ਗੱਲ ਰੱਖੀ ਸਾਡੇ ਨਾਲ ਜੁੜੇ ਕਾਲਰ ਇੱਕ ਹੋਰ ਵੀ ਨੇ ਨਾਮ ਦੱਸ ਦਿਓ ਜੀ ਆਪਣਾ ਕਿੱਥੋਂ ਬੋਲ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਸਤਨਾਮ ਸਿੰਘ ਬੁੱਲਰ ਹੁਸ਼ਿਆਰਪੁਰ ਤੋਂ ਜੀ ਸਰ ਮੈਂ ਇੱਦਾਂ ਚਾਹੁੰਦਾ ਸੀ ਵੀ ਜਿੱਦਾਂ ਇਹ ਜੀਰਾ ਫੈਕਟਰੀ ਤੋਂ ਸਾਨੂੰ ਸਬਕ ਮਿਲਿਆ ਅਸੀਂ ਹੋਰ ਵੀ ਅੱਗੇ ਜਿਹੜੀਆਂ ਫੈਕਟਰੀ ਜਿਹੜਾ ਉਹ ਨਾ ਪਾਣਾ ਵਰਤੀ ਰਿਹਾ ਕਿਉਂਕਿ ਸਾਡੀ ਜਾਂਚ ਹੋਵੇ ਸਾਡੀ ਵਿੱਚ ਵੀ ਇੱਕ ਫੈਕਟਰੀ ਸਾਡਾ ਉਹ ਡੂੰਘਾ ਤੋਂ ਹੋਰ ਡੂੰਘਾ ਹੋ ਠੀਕ ਹੈ ਮਾਫ ਕਰਿਓ ਤੁਹਾਡੀ ਆਵਾਜ਼ ਜਿਹੜੀ ਉਹ ਸਹੀ ਨਹੀਂ ਪਹੁੰਚ ਪਾ ਰਹੀ ਸੀ ਜੀ ਦੁਬਾਰਾ ਕੋਸ਼ਿਸ਼ ਕਰਿਓ ਫਿਰ ਆਪਾਂ ਤੁਹਾਡੀ ਗੱਲ ਜਿਹੜੀ ਹੈ ਉਹ ਸਹੀ ਲੈ ਸਕੀਏ ਕਈ ਵਾਰ ਨੈਟਵਰਕ ਦੀ ਦਿੱਕਤ ਆ ਜਾਂਦੀ ਹੈ ਕਾਲਰ ਇੱਕ ਹੋਰ ਨੇ ਨਾਮ ਦੱਸ ਦਿਓ ਆਪਣਾ ਕਿੱਥੋਂ ਬੋਲ ਰਹੇ ਹੋ ਤੁਸੀਂ ਕੀ ਕਹਿਣਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਸਿੰਘ ਸੇਖੋਂ ਬੋਲ ਰਿਹਾ ਮੁੱਲਾਪੁਰ ਦਾਖੇ ਤੋਂ ਜੀ ਸਰ ਪਹਿਲੀ ਗੱਲ ਤਾਂ ਜਿਹੜਾ ਤੁਹਾਡਾ ਟੌਪਿਕ ਹੈ ਬੜਾ ਵਧੀਆ ਕਿਉਂਕਿ ਇਹ ਜਿਹੜੀ ਸਮੱਸਿਆ ਇਹ ਸਾਡੀ ਇਕੱਲੇ ਜੀਰੇ ਦੀ ਨਹੀਂ ਹੈ ਸਾਰੇ ਪੰਜਾਬ ਦੀ ਹੈ ਜੀ ਤੁਸੀਂ ਦੇਖੋ ਸਾਡਾ ਪਿੰਡ ਲੁਧਿਆਣੇ ਦੇ ਨੇੜੇ ਆ ਤੇ ਮੋਸਟਲੀ ਜਿੰਨੀ ਵੀ ਇੰਡਸਟਰੀ ਲੱਗੀ ਆ ਸਾਰਿਆਂ ਦਾ ਜਿਹੜਾ ਵੇਸਟੇਜ ਆ ਉਹ ਸਾਰੀ ਧਰਤੀ ਦੇ ਵਿੱਚ ਸੁੱਟਿਆ ਹੋਇਆ ਦੂਜੀ ਗੱਲ ਜਿਹਨੂੰ ਕਹਿੰਦੇ ਸੀ ਬੁੱਢਾ ਦਰਿਆ ਉਹ ਅੱਜ ਗੰਦਾ ਨਾਲਾ ਬਣ ਗਿਆ ਤੇ ਉਹ ਹੈ ਸਾਡੇ ਇੱਥੇ ਮੁੱਲਾਪੁਰ ਤੋਂ 10-12 ਕਿਲੋਮੀਟਰ ਦੂਰ ਸਤਲੁਜ ਦਰਿਆ ਦੇ ਵਿੱਚ ਪੈਂਦਾ ਪਾਣੀ ਉਹਦਾ ਜੀ ਜੇ ਤੁਸੀਂ ਉੱਥੇ ਜਾ ਕੇ ਦੇਖੋ ਤੁਹਾਨੂੰ ਸਤਲੁਜ ਦੇ ਪਾਣੀ ਦਾ ਤੇ ਉਹ ਬੁੱਢੇ ਦਰਿਆ ਦਾ ਜਿਹਨੂੰ ਗੰਦਾ ਨਾਲਾ ਦੋਨਾਂ ਦਾ ਡਿਫਰੈਂਸ ਪਤਾ ਲੱਗ ਜੂਗਾ ਕਿ ਉਹ ਪਾਣੀ ਕਿੰਨਾ ਗੰਦਾ ਜਿਹੜਾ ਇੰਡਸਟਰੀ ਦਾ ਵਿੱਚ ਪੈਂਦਾ ਆ ਕੇ ਜੀ ਹੁਣ ਜਨਰਲ ਗੱਲ ਇਹ ਆ ਵੀ ਅਸੀਂ ਗੱਲਾਂ ਕਰਦੇ ਆ ਵੀ ਸਾਡੇ ਜਿਹੜਾ ਗ੍ਰੀਨ ਟ੍ਰਿਬਿਊਨਲ ਆ ਜਾਂ ਕੋਈ ਹੋਰ ਪੋਲਿਊਸ਼ਨ ਕੰਟਰੋਲ ਬੋਰਡ ਆ ਪਰ ਜਦੋਂ ਸੀਵਰੇਜ ਦਾ ਕਨੈਕਸ਼ਨ ਕੀਤਾ ਜਾਂਦਾ ਕਿ ਉਦੋਂ ਇੰਡਸਟਰੀ ਨੂੰ ਐਨਓਸੀ ਕੌਣ ਦੇ ਦਿੰਦਾ ਵੀ ਸੀਵਰੇਜ ਦੇ ਵਿੱਚ ਤੁਸੀਂ ਆਪਣਾ ਹੀ ਗੰਦਾ ਪਾਣੀ ਪਾ ਦਿਓ ਤੇ ਦੂਜੀ ਗੱਲ ਜਿਹੜੀਆਂ ਡਰੇਨਾਂ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਗੰਦਾ ਪਾਣੀ ਪੈਣਾ ਕਾਨੂੰਨੀ ਤੌਰ ਤੇ ਨਹੀਂ ਹੈਗਾ ਤੇ ਪਰ ਸਾਰੀਆਂ ਡਰੇਨਾਂ ਜਿੰਨੀਆਂ ਵੀ ਉਹਨਾਂ ਦੇ ਵਿੱਚ ਸਾਰੀਆਂ 'ਚ ਗੰਦਾ ਪਾਣੀ ਉਹ ਅੱਗੋਂ ਜਾ ਕੇ ਦਰਿਆਵਾਂ ਦੇ ਵਿੱਚ ਪੈਂਦਾ ਜੀ ਤੇ ਸੈਕੰਡਲੀ ਇੱਥੋਂ ਜਿਹੜਾ ਪਾਣੀ ਹੈ ਸਤਲੁਜ ਦਾ ਉਹ ਅਬੋਹਰ ਗੰਗਾ ਨਗਰ ਫਾਜ਼ਿਲਕਾ ਵਾਲੀ ਸਾਈਡ ਤੋਂ ਜਿਹੜੇ ਲੋਕ ਨੇ ਉਹ ਪਾਣੀ ਪੀਂਦੇ ਆ ਇਹ
ਤੇ ਜੇ ਅਸੀਂ ਤਾਂ ਲੁਧਿਆਣੇ ਦੀ ਗੱਲ ਕਰਦੇ ਹਾਂ, ਸਾਡੇ ਘਰਾਂ ਦਾ ਪਾਣੀ ਵੀ ਇੰਨਾ ਗੰਦਾ ਵੀ ਤੁਸੀਂ ਉਹ ਬਿਨਾਂ ਫਿਲਟਰ ਕੀਤੇ ਤੋਂ ਪੀ ਨਹੀਂ ਸਕਦੇ। ਠੀਕ ਹੈ। ਤੇ ਜਿਹੜੇ ਲੋਕਾਂ ਨੇ ਡਾਇਰੈਕਟ ਉਹ ਦਰਿਆ ਦਾ ਪਾਣੀ ਸਾਫ਼ ਕਰਕੇ ਪੀਣਾ, ਉਹ ਕਿਵੇਂ ਪੀਣਗੇ? ਤੇ ਉੱਥੇ ਫਿਰ ਕੈਂਸਰ ਜਾਂ ਹੈਪੇਟਾਈਟਿਸ ਬੀ ਜਾਂ ਦੂਜੀਆਂ ਬਿਮਾਰੀਆਂ ਕਿਉਂ ਨਾ ਹੋਣਗੀਆਂ? ਠੀਕ ਹੈ ਜੀ, ਠੀਕ ਹੈ। ਜਿਹੜੇ ਸਾਡੇ ਸਮਾਜ ਸੇਵੀ ਪਹਿਲਾਂ ਸਮਾਜ ਸੇਵਾ ਦੇ ਨਾਂ ਤੇ ਵੋਟਾਂ ਲੈਂਦੇ ਨੇ, ਫਿਰ ਪੋਲੀਟੀਕਲ ਲੀਡਰ ਬਣ ਕੇ ਉਹਨਾਂ ਦੀ ਜਿਹੜੀ ਗੱਲ ਕਰਨ ਦਾ ਢੰਗ ਅੰਦਾਜ਼ ਬਦਲ ਜਾਂਦਾ। ਹਾਂਜੀ, ਤੇ ਇਸ ਕਰਕੇ ਮੈਂ ਤਾਂ ਬੇਨਤੀ ਕਰਦਾ ਕਿ ਸਾਡੇ ਪੋਲੀਟੀਕਲ ਲੀਡਰਸ ਨੂੰ, ਕਿ ਜਿਵੇਂ ਸਾਡੇ ਇੱਥੇ MP ਸਾਹਿਬ ਕਹਿੰਦੇ ਸੀ ਗੰਦਾ ਨਾਲਾ ਸਾਫ਼ ਕਰਾਵਾਂਗੇ 5 ਸਾਲ 'ਚ, ਤੇ ਮੈਨੂੰ ਲੱਗਦਾ ਵੀ 4 ਸਾਲ ਹੋ ਗਏ ਤੇ ਹਲੇ ਤੱਕ ਗੰਦੇ ਨਾਲੇ ਵੱਲ ਉਹਨਾਂ ਨੇ ਮੂੰਹ ਨਹੀਂ ਕੀਤਾ ਹੈ। ਚਲੋ ਠੀਕ ਹੈ, ਆਪਾਂ ਸਵਾਲ ਲੈ ਲੈਂਦੇ ਜੀ ਉਹਨਾਂ ਤੋਂ। ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਤੁਸੀਂ ਬੜੀ ਜਦੋਜਹਿਦ ਕਰਦੇ ਰਹੇ ਹੋ ਪਾਣੀਆਂ ਨੂੰ ਬਚਾਉਣ ਦੇ ਲਈ, ਚਾਹੇ ਉਹ ਅਕਾਲੀ ਵੀ ਨਦੀ ਦਾ ਜ਼ਿਕਰ ਹੋਵੇ ਜਾਂ ਇਸ ਤੋਂ ਇਲਾਵਾ ਉੱਥੇ এনवायरमेंट ਦਾ ਜ਼ਿਕਰ ਹੁੰਦਾ ਰਿਹਾ, ਜਾਂ ਉੱਥੇ ਆਪਾਂ ਕਹੀਏ ਕਿ ਰੁੱਖ ਲਾਉਣ ਦੀ ਜੋ ਜ਼ਿੰਮੇਵਾਰੀ ਤੁਸੀਂ ਲਈ, ਉਸ ਇਲਾਕੇ ਦੇ ਵਿੱਚ ਅਸੀਂ ਜਾ ਕੇ ਵੀ ਵੇਖਿਆ ਬਹੁਤ ਫਰਕ ਆ ਬਾਕੀਆਂ ਦੇ ਨਾਲੋਂ। ਉਸ ਸਮੇਂ ਬਹੁਤ ਸਾਰੇ ਲੋਕ ਜਿਹੜੇ ਆ ਉਸ ਕੰਮ ਦੀ ਸ਼ਲਾਘਾ ਵੀ ਕਰਦੇ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਬਹੁਤ ਵਧੀਆ ਕੰਮ ਕਰ ਰਹੇ ਆ, ਕੁਦਰਤ ਦੇ ਲਈ ਕਰ ਰਹੇ ਆ, ਸਾਡੇ ਲਈ ਕਰ ਰਹੇ ਨੇ, ਔਰ ਇਹ ਚੰਗੀ ਗੱਲ ਹੈ। ਉਸ ਤੋਂ ਬਾਅਦ ਤੁਸੀਂ ਸਿਆਸਤ ਦੇ ਵਿੱਚ ਆ ਜਾਂਦੇ ਹੋ, ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਸਿਆਸਤ ਦੇ ਵਿੱਚ ਆ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਚੇਂਜ ਹੋ ਗਏ ਹੈ। ਹੁਣ ਜਿਹੜੀਆਂ ਇਹ ਚੀਜ਼ਾਂ ਨੇ ਇਹ ਵੀ ਕੁਦਰਤ ਦੇ ਨਾਲ ਜੁੜੀਆਂ ਹੋਈਆਂ, ਜਿਸ ਨੂੰ ਬਚਾਉਣ ਦੀਆਂ ਤੁਸੀਂ ਕੋਸ਼ਿਸ਼ਾਂ ਕਰਦੇ ਰਹੇ, ਜਿਹੜੀ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਦੋਜਹਿਦ ਹੁੰਦੀ ਰਹੀ ਹੈ ਉਸ ਚੀਜ਼ ਨੂੰ ਲੈ ਕੇ। ਹੁਣ ਜਿਨ੍ਹਾਂ ਲੋਕਾਂ ਨੇ ਉਸ ਕੁਦਰਤੀ ਚੀਜ਼ਾਂ ਨੂੰ, ਕੁਦਰਤੀ ਸਰੋਤਾਂ ਨੂੰ ਗੰਦਲਾ ਕੀਤਾ, ਜਿਨ੍ਹਾਂ ਨੇ ਉੱਥੋਂ ਦੇ ਜਿਹੜੇ ਬੱਚੇ ਸੀ, ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਕਿ ਸਾਡੇ ਪਿੰਡ ਦੇ ਉੱਥੇ ਮਨਸੂਰਵਾਲ ਦੇ ਜੋ ਬੱਚੇ ਨੇ ਉਹ ਵੀ ਕੈਂਸਰ ਤੋਂ ਪੀੜਤ ਹੋ ਰਹੇ ਹੈ, ਪਸ਼ੂ ਮਰ ਜਾਂਦੇ ਹੈ, ਕੁਦਰਤ ਜਿਹੜਾ ਵਾਤਾਵਰਨ ਹੈ ਉਹ ਵੀ ਉਹਦੇ ਨਾਲ ਦੂਸ਼ਿਤ ਹੋ ਰਿਹਾ ਹੈ। ਤਾਂ ਉਸ ਤਜਰਬੇ ਦੇ ਹਿਸਾਬ ਨਾਲ ਮੈਂ ਜਾਣਨਾ ਚਾਹੁੰਦਾ, ਇੱਕ ਸਿਆਸਤਦਾਨ ਦੇ ਤੌਰ ਦੇ ਉੱਤੇ ਨਹੀਂ, ਉਸ ਹਿਸਾਬ ਦੇ ਨਾਲ ਜੇ ਇਹਨਾਂ ਲੋਕਾਂ ਨੂੰ ਸਜ਼ਾ ਦੇਣੀ ਹੋਵੇ ਤਾਂ ਉਹਨਾਂ ਦੇ ਲਈ ਕੀ ਜਿਹੜੀ ਆ ਉਹ ਸਖਤਾਈ ਹੋਣੀ ਚਾਹੀਦੀ ਹੈ? ਅਜਿਹਿਆਂ ਦੇ ਲਈ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ? ਕੀ ਤੁਹਾਡੀ ਸਰਕਾਰ ਉਹ ਕਰਾਉਣ ਦੇ ਵਿੱਚ ਕਾਮਯਾਬ ਹੋਊਗੀ? ਦੂਜੀ ਗੱਲ, ਤੁਸੀਂ ਜੇ ਸਰਕਾਰ ਤੁਹਾਡੀ ਨਹੀਂ ਵੀ ਕਰਦੀ, ਕੀ ਤੁਸੀਂ ਜਦੋਜਹਿਦ ਇੰਨੀ ਕੁ ਕਰੋਗੇ ਕਿ ਹਾਂ ਉਹ ਲੋਕ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਲਿਜਾਂਦਾ ਜਾਏ, ਜਾਂ ਵੱਧ ਤੋਂ ਵੱਧ ਉਹਨਾਂ ਦੇ ਉੱਤੇ ਜੁਰਮਾਨੇ ਹੋਣ, ਜਾਂ ਇਸ ਚੀਜ਼ ਨੂੰ, ਕਿਉਂਕਿ ਹੁਣ ਕੁਦਰਤੀ ਸਰੋਤ ਜਦੋਂ ਖਰਾਬ ਹੋ ਗਏ ਉਹਨੂੰ ਚੇਂਜ ਤਾਂ ਕੀਤਾ ਨਹੀਂ ਜਾ ਸਕਦਾ, ਬਹੁਤ ਜਦੋਜਹਿਦ ਕਰਨੀ ਪੈਂਦੀ, ਇਹ ਤਾਂ ਹੈ ਨਹੀਂ ਵੀ ਇਹ ਜਲਦੀ ਤੇ ਹੋ ਜਾਣਗੇ। ਤਾਂ ਕੀ ਤੁਹਾਡੇ ਤੋਂ ਲੋਕ ਕੀ ਆਸ ਕਰਨ? ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਸਾਡੇ ਉਸ ਕਾਲਰਾਂ ਨੇ ਵੀ ਸਾਰਿਆਂ ਨੇ ਇਸ ਗੱਲ ਦੇ ਉੱਤੇ ਕਿ ਬਾਬਾ ਜੀ ਪੋਲੀਟਿਕਸ 'ਚ ਆ ਗਿਆ, ਅਸੀਂ ਕਹਿੰਦੇ ਆ ਬਹੁਤ ਧੰਨਵਾਦ ਆ। ਤੁਸੀਂ ਜਿਹੜਾ ਹੈਗਾ ਉਹ ਜਿੱਥੇ ਅਸੀਂ ਬਾਹਰ ਖੜ ਕੇ ਰੌਲਾ ਪਾਉਂਦੇ ਸੀਗੇ ਕਿ ਸਾਡੀ ਉਹ ਗੱਲ ਉਸ ਤੱਕ ਪਹੁੰਚਾਓ, ਮਹਾਰਾਜ ਨੇ ਕਿਰਪਾ ਕੀਤੀ ਹੈ। ਉਹ ਅਸੀਂ ਗੱਲ ਸਾਨੂੰ ਕਿਸੇ ਦੇ ਦੱਸਣ ਦੀ ਲੋੜ ਨਹੀਂ, ਜਿਹੜੇ ਕੰਮ ਅਸੀਂ ਕਰ ਸਕਦੇ ਹਾਂ ਉਹ ਸਾਡੀ ਆਪਣੀ ਡਿਊਟੀ ਬਣਦੀ ਹੈ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬਾਬਾ ਜੀ ਉਹ ਬਿਨਾਂ ਦੇਖਣ ਤੋਂ, ਅਸੀਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਜੀਰਾ ਫੈਕਟਰੀ ਤੇ ਜਾਂ ਹੋਰ ਵੀ ਕਿਸੇ ਵੀ ਇੰਡਸਟਰੀ ਦੇ ਉੱਤੇ ਕੋਈ ਵੀ ਜਿਹੜੀ ਹੈਗੀ ਹੈ ਕਿ ਸਾਰਾ ਜਿਹੜਾ ਹੈਗਾ ਇਹ ਰਿਪੋਰਟਾਂ ਦੇ ਉੱਤੇ ਆਧਾਰਿਤ ਕੋਈ ਵੀ ਕਾਰਵਾਈ ਜਿਹੜੀ ਹੈਗੀ ਹੈ ਪੋਲਿਊਸ਼ਨ ਕੰਟਰੋਲ ਬੋਰਡ ਦੀ ਜੋ ਵੀ ਹੋ ਸਕਦੀ ਹੈ। ਸੋ ਉਹ ਉਸ ਵੇਲੇ ਵੀ ਕਿਹਾ ਸੀਗਾ ਕਿ ਜਿਹੜੀ ਰਿਪੋਰਟਾਂ ਹੈ ਜੋ ਕੁਛ ਉਸ ਵੇਲੇ ਵੀ ਜਿਹੜੀਆਂ ਰਿਪੋਰਟਾਂ ਆਈਆਂ ਸੀ, ਕਿਸੇ ਦਿਨ ਨਹੀਂ ਆਇਆ ਸੀ ਕਿ ਪਾਣੀ ਪੀਣ ਜਾਊਗਾ। ਸਾਰੀਆਂ ਰਿਪੋਰਟਾਂ ਚ ਕਿ ਪਾਣੀ ਜਿਹੜਾ ਹੈਗਾ ਇਹ ਖੇਤੀ ਦੇ ਵੀ ਯੋਗ ਨਹੀਂ, ਇਹਦੇ ਵਿੱਚ ਪਾਣੀ ਰਲਾ ਕੇ ਇਹਨੂੰ ਖੇਤੀ 'ਚ ਵਰਤਿਆ ਜਾ ਸਕਦਾ। ਸੁਰ ਜਿੱਦਾਂ ਇਹਨਾਂ ਨੇ ਕਿਹਾ 15 ਕਿਲੋਮੀਟਰ ਇਲਾਕੇ ਦੇ ਵਿੱਚ ਵੀ ਇਹ ਨੇੜੇ ਜਾ ਕੇ ਫਾਜ਼ਿਲਕਾ ਤੱਕ, ਉੱਥੋਂ ਤੱਕ ਅਸੀਂ ਉਸ ਇਲਾਕੇ ਦੇ ਵਿੱਚ ਜਿਹੜੀ ਹੈਗੀ NGD ਕਮੇਟੀ ਉੱਥੇ ਜਾ ਕੇ ਦੇਖਿਆ, ਉੱਥੋਂ ਤੱਕ ਇਹ ਸਾਰੇ ਪਾਣੀ ਜਿਹੜੀ ਹੈਗੀਆਂ ਬਾਈ ਡਰੇਨਾਂ ਜਾ ਕੇ ਉੱਥੇ ਜਾ ਕੇ ਰੁਕਦੀ ਹੈ। ਸਾਰਾ ਇਲਾਕਾ ਜਿਹੜਾ ਹੈ ਇਹ ਮੁਕਤਸਰ ਦੇ ਜਿਹੜਾ ਹੈ ਤੋਂ ਲੈ ਕੇ ਸਾਰਾ ਇਹ ਇਲਾਕਾ ਪੀੜਤ ਆ, ਪਾਣੀ ਗੰਦਾ ਵਾ, ਤੇ ਖੇਤ ਦਾ ਵੀ ਜਿਹੜੀ ਹੈਗੀ ਆਉਂਦੀ ਹੈ। ਸੋ ਇਹ ਜਿਹੜੀ ਹੈਗੀ ਹੈ ਕਿ ਜੋ ਵੀ ਇੰਡਸਟਰੀ ਹੈ, ਅਸੀਂ ਇੰਡਸਟਰੀ ਦੇ ਉੱਤੇ ਚਾਹੇ ਪੈਸੇ ਦੀ ਵੀ ਇੰਡਸਟਰੀ ਹੋਵੇ ਉਹਨੂੰ ਕਿਸੇ ਨੂੰ ਕੋਈ ਅਧਿਕਾਰ ਨਹੀਂ। ਜੋ 1974 ਦੇ ਐਕਟ ਅਨੁਸਾਰ ਜਾਂ ਜੋ ਵੀ ਕੋਰਟ ਦਾ ਜਿਹੜਾ ਹੈਗੇ ਆ ਵੱਧ ਤੋਂ ਵੱਧ ਜਿਹੜੀ ਸਜ਼ਾ ਹੈ ਇਹਦੇ ਵਿੱਚ ਜਿਹੜਾ ਹੈਗਾ ਪੋਲਿਊਸ਼ਨ ਕਰਦਾ ਉਹਨੂੰ 6 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਆ। ਉਹਦੇ ਉੱਤੇ ਜੋ ਵੀ ਜਿਹੜਾ ਹੈਗਾ ਉਹਨੇ এনवायरमेंट ਦਾ ਕੰਪਨਸੇਸ਼ਨ ਕੋਰਟ ਦੇ ਉੱਤੇ ਉਹਦੇ ਹੱਥ ਵਿੱਚ ਆ। ਸੋ ਇਸ ਵਾਸਤੇ ਜੇ ਪੋਲਿਊਸ਼ਨ ਕੰਟਰੋਲ ਬੋਰਡ ਹੁਣ ਤੱਕ ਇਹ ਸਾਰਾ ਕੁਝ ਸਹੀ ਕਰਦਾ ਹੁੰਦਾ ਤੇ ਇਸ ਤੋਂ ਤੱਕ ਹਾਲਾਤ ਨਹੀਂ ਸੀ ਹੋਣੇ। ਸੋ ਉਹਦੇ ਉੱਤੇ ਪੋਲੀਟੀਕਲ ਪ੍ਰਭਾਵ ਰਿਹਾ, ਸਰਕਾਰਾਂ ਦਾ ਪ੍ਰਭਾਵ ਰਿਹਾ। ਅਸੀਂ ਲਗਾਤਾਰ ਜਦੋਜਹਿਦ ਕਰਦੇ ਰਹੇ। ਹੁਣ ਵੀ ਜਿਹੜੀ ਹੈਗੀ ਹੈ ਪੈਸੇ ਦਾ ਪ੍ਰਭਾਵ, ਜਾਂ ਜਿਨ੍ਹਾਂ ਨੇ ਜਿਹੜੇ ਜਿਹੜੇ ਗੰਦੇ ਕਰ ਰਹੇ ਉਹ ਨਹੀਂ ਚਾਹੁੰਦੇ ਕਿ ਜਿਹੜਾ ਹੈਗਾ ਇਹ ਜਿਹੜਾ ਜੋ ਕੁਛ ਏਅਰਪੋਰਟਾਂ ਜਾਂ ਕੁਛ ਜਿਹੜੇ ਗੰਦ ਇਹਨਾਂ ਨੇ ਪਾਇਆ ਉਹ ਬਾਹਰ ਆਵੇ। ਉਹਦੇ ਵਾਸਤੇ ਸਾਡੀ ਜਿਹੜੀ ਹਮੇਸ਼ਾ ਜਿਹੜੀ ਸਹੀ ਪਰਿਆਵਰਨ ਵਾਸਤੇ
ਮਹਾਰਾਜ ਨੇ ਸਾਰਾ ਜੀਵਨ ਲਾ ਦਿੱਤਾ, ਜਿਹੜੀ ਦਾੜੀ ਚਿੱਟੀ ਹੋਈ ਆ, ਹੁਣ ਸਾਨੂੰ ਪੋਲੀਟਿਕਸ ਦਾ ਕੋਈ ਚਾਅ ਨਹੀਂ। ਪਰ ਅਸੀਂ ਆਪਣੇ ਜਿਹੜੀ এনवायरमेंट ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹਦੇ ਵਾਸਤੇ ਜੋ ਵੀ ਅਸੀਂ ਆਪਣੇ ਐਜ਼ MP ਮੈਂਬਰ ਪਾਰਲੀਮੈਂਟ, ਤੁਸੀਂ ਤੁਹਾਨੂੰ ਦੇਖੋਗੇ ਕਿ ਥੋੜੇ ਦਿਨ ਪਹਿਲਾਂ ਕਿੱਟੀ ਵੇਈ ਦੇ ਵਿੱਚ ਵੀ ਸਾਫ਼ ਪਾਣੀ ਛਡਵਾ ਦਿੱਤਾ। ਜਿੱਥੇ ਟ੍ਰੀਟਮੈਂਟ ਪਲਾਂਟ ਨਹੀਂ ਚੱਲਦੇ, ਉਹਨੂੰ ਕੋਰਟ ਜਿਹੜੀ ਹੈਗੀ ਆ ਉਹਦੇ ਉੱਤੇ ਲਗਾਤਾਰ ਜਿਹੜਾ ਹੈਗਾ ਨਿਗਾਹ ਰੱਖ ਰਹੀ ਹੈ। ਜਿਸ ਤਰ੍ਹਾਂ ਗੰਦੇ ਪਾਣੀਆਂ ਦੇ ਜਿਹੜੇ ਜੁਰਮਾਨੇ ਹੋਏ ਆ, ਜਿਹੜੀ ਸੋਲਿਡ ਦੇ ਵੀ ਜੁਰਮਾਨੇ ਹੋਣੇ ਆ, ਇਹ ਸਾਰਾ ਕੁਝ ਜਿਹੜਾ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ, ਇਹਨੂੰ ਕੋਰਟ ਵੀ ਵਾਚ ਰਹੀ ਹੈ। ਪਰ ਜਿਹੜੀ ਕੋਈ ਫੈਕਟਰੀ ਹੈ ਜੇ ਕੋਈ ਗਲਤ ਕਰ ਰਹੀ ਹੈ, ਜੇ ਅਸੀਂ ਕਹਿੰਦੇ ਜੀਰਾ ਫੈਕਟਰੀ ਨਹੀਂ, ਹੋਰ ਵੀ ਕੋਈ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਫੈਕਟਰੀ ਗਲਤ ਕਰ ਰਹੀ ਹੈ, ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜੋ ਵੀ ਉਹਨੇ ਅਪਰਾਧ ਕੀਤਾ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। ਇਹਦੇ ਵਿੱਚ ਦੋ ਰਾਵਾਂ ਨਹੀਂ। ਕੋਈ ਵੀ ਜਿਹੜੀ ਹੈਗੀ ਹੈ ਕਿ ਅਸੀਂ ਸਾਨੂੰ ਖੁਸ਼ੀ ਹੈ ਕਿ ਇਹ ਜਿਹੜੀ ਹੈਗੀ ਹੈ ਕਿ ਜੇ এনवायरमेंट ਪ੍ਰਤੀ ਜਿਹੜੀ ਆਵਾਜ਼ ਉੱਠਣ ਲੱਗੀ ਆ, ਲੋਕ এনवायरमेंट ਮੰਗਣ ਲੱਗੇ ਆ, ਤੇ ਇਹ ਸਾਡੀ ਮਾਲਕ ਦੇ ਕੋਲੋਂ ਵੀ ਮੰਗ ਆ ਕਿ ਜਿੰਨਾ ਚਿਰ ਲੋਕ ਨਹੀਂ ਉੱਠਦੇ, ਲੋਕ ਨਹੀਂ ਮੰਗਦੇ, ਉਹਨਾਂ ਚਿਰ ਉਹ ਜਿਹੜਾ ਹੈਗਾ ਇਹ ਜਿਹੜੀ ਹਰ ਪੋਲੀਟੀਕਲ ਪਾਰਟੀਆਂ ਜਾਂ ਉਹ ਵੱਡੇ ਲੋਕ, ਉਹਨਾਂ ਦੇ ਪ੍ਰਭਾਵ, ਉਹਨਾਂ ਦੀ ਸਦਰ ਛਾਇਆ ਥੱਲੇ ਹੀ ਹੁਣ ਤੱਕ ਸਾਰਾ ਕੁਝ ਗਲਤ ਹੋਇਆ। ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਵਾਸਤੇ এনवायरमेंट ਸਾਰਿਆਂ ਨੇ ਲੈਣਾ, ਪਾਣੀ ਸਾਰਿਆਂ ਨੇ ਪੀਣਾ, ਧਰਤੀ ਤੇ ਸਾਰਿਆਂ ਨੇ ਰਹਿਣਾ, ਚਾਹੇ ਉਹ ਪੋਲੀਟੀਸ਼ੀਅਨ ਆ, ਚਾਹੇ ਉਹ ਧਾਰਮਿਕ ਬੰਦਾ, ਚਾਹੇ ਆਮ ਜ਼ਿਮੀਂਦਾਰ ਆ, ਚਾਹੇ ਸਧਾਰਨ ਆ। ਇਹਦੇ ਉੱਤੇ ਸਾਨੂੰ ਨਾ ਰਾਜਨੀਤੀ ਵਿੱਚ ਜਾਣਾ ਚਾਹੀਦਾ, ਜੋ ਵੀ ਗਲਤ ਆ ਉਹਨੂੰ ਗਲਤ ਕਹਿਣਾ ਚਾਹੀਦਾ, ਉਹਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਠੀਕ ਹੈ, ਚਲੋ ਮੈਂ ਦੁਬਾਰਾ ਤੁਹਾਡੇ ਕੋਲੇ ਆਉਂਗਾ ਅਖੀਰ ਦੇ ਵਿੱਚ, ਜਿਹੜਾ ਇਹਦੇ ਤੇ ਆਪਾਂ ਹੱਲ ਬਾਰੇ ਜਿਹੜਾ ਉਹ ਜ਼ਰੂਰ ਤੁਹਾਡੇ ਤੋਂ ਜਾਣਾਂਗੇ। ਕਾਲਰ ਜੁੜੇ ਹੋਏ ਨੇ, ਆਪਾਂ ਇੱਕ ਵਾਰ ਸ਼ਾਮਲ ਕਰ ਲਈਏ। ਨਾਮ ਦੱਸ ਦਿਓ ਜੀ ਆਪਣਾ, ਕਿੱਥੋਂ ਗੱਲ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਗੁਰਜੀਤ ਸਿੰਘ ਬੋਲਦਾ ਸਰ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਗੱਲ ਕਰ ਰਹੇ ਜੀ, ਕੀ ਕਹਿਣਾ ਚਾਹੁੰਦੇ ਜੀ? ਸਰ ਜਿਹੜਾ ਤੁਹਾਡਾ ਲਾਈਵ ਚੱਲਣ ਡਿਆ, ਇਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਜੀ? ਕੀ ਦਿੱਕਤ ਹੋ ਗਈ ਜੀ? ਹੈਲੋ, ਆਵਾਜ਼ ਜਿਹੜੀ ਉਹ ਲੱਗਦਾ ਕੱਟ ਗਈ ਉਹਨਾਂ ਦੀ। ਇੱਕ ਹੋਰ ਕਾਲਰ ਨੇ ਨਾਮ ਦੱਸਿਓ ਜੀ ਆਪਣਾ, ਕਿੱਥੋਂ ਗੱਲ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਜੀ? ਸੁਖਦੇਵ ਸਿੰਘ ਫਿਰੋਜ਼ਪੁਰ ਤੋਂ ਜੀ। ਜੀ ਸਰ ਗੱਲ ਇਸ ਤਰ੍ਹਾਂ ਹੈ, ਆ ਸੀਚੇਵਾਲ ਸਾਹਿਬ ਬੈਠੇ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦਾ ਜੀ। ਇਹ ਗੱਲ ਇਹ ਹੈ ਕਿ ਜਦੋਂ ਸਰਕਾਰ ਕੋਈ ਵੀ ਹੋਵੇ, ਉਹਦੀ ਗੁੱਠੀ ਵਿੱਚ ਜਦੋਂ ਕੋਈ ਆ ਜਾਵੇ ਨਾ, ਬੋਲੀ ਬਦਲ ਜਾਂਦੀ ਹੈ। ਮਾਫ ਕਰਨਾ, ਮੇਰੀ ਉਮਰ 72 ਸਾਲ ਦੀ ਹੈ ਕਿ ਮੈਂ ਦੇਖਿਆ ਚਿਮਣੀ ਤੋਂ ਧੂੰਆਂ ਨਿਕਲ ਰਿਹਾ, ਚਿਮਣੀ ਤੋਂ ਧੂੰਆਂ। ਕਿ ਜਿਹੜੇ ਪ੍ਰਦੂਸ਼ਣ ਵਾਲੇ ਆ ਨਾ, ਉਹਨਾਂ ਨੂੰ ਜੋ ਪੈਸੇ ਮਿਲਦੇ ਨੇ, ਮਾਫ ਕਰਨਾ, ਸ਼ਰਮ ਆਉਂਦੀ। ਮੈਂ ਹਿੰਦੁਸਤਾਨੀ ਪੰਜਾਬੀ ਹਾਂ, ਗੁਰੂ ਨਾਨਕ ਮੈਂ ਸਿੱਖਿਆ, ਉਹ ਕਹਿੰਦੇ ਨੇ ਠੀਕ ਹੈ। ਜਿੰਨਾ ਚਿਰ ਸਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸਾਡੇ ਮਨ ਵਿੱਚ ਨਾ ਵੜੀ, ਸਾਡੇ ਸਿੱਖਾਂ ਦਾ ਦਿਲ ਫਿਰੇ ਨੂੰ ਜਿਉਣਾ, ਤੇ ਸਾਡੀਆਂ ਸਰਕਾਰਾਂ ਨੂੰ ਦਿਲ ਫਿਰੇ ਨੂੰ ਐਵੇਂ ਗੱਲਾਂ ਕੀਤੀ ਜਾਓ, ਜਿੰਨੀਆਂ ਮਰਜ਼ੀ ਕਰੀ ਜਾਓ। ਸਭ ਪੈਸੇ ਦੇ ਜਾ ਕੇ ਕੋਈ ਵੀ ਸਾਨੂੰ, ਕੋਈ ਵੀ ਬੰਦਾ ਜਦੋਂ ਸਰਕਾਰ ਦੀ ਜੱਫੀ ਵਿੱਚ ਆ ਜਾਂਦਾ ਨਾ, ਮਾਫ ਕਰਨਾ, ਮੈਂ ਕਿਉਂ ਨਹੀਂ ਕਰਦਾ ਸੀਚੇਵਾਲ ਸਾਹਿਬ, ਤੁਸੀਂ ਗੱਲਾਂ ਤਾਂ ਬੰਨ ਕੇ ਨਹੀਂ ਕਰਦੇ ਹੋ। ਮਾਫ ਕਰਨਾ, ਮੈਂ ਤੁਹਾਡਾ ਬਹੁਤ ਫੈਨ ਹਾਂ। ਆਓ ਰਲ ਕੇ ਯਾਰ, ਮੇਰੀ 72 ਸਾਲ ਦੀ ਉਮਰ ਹੋ ਗਈ ਹੈ, ਸ਼ਰਮ ਹੋ ਗਈ ਮੈਨੂੰ। ਮੈਂ ਇੱਥੇ ਮੁੰਡੇ ਦੇਖੇ ਜਿਹੜੇ ਨਵੇਂ ਪੋਜੀਸ਼ਨ ਦੇ ਵਿੱਚ ਘੱਟੀ ਹੋਏ ਨਾ, ਪੰਗੀਆਂ ਬਣਾ ਲਈਆਂ। ਚਲੋ ਠੀਕ ਹੈ ਜੀ, ਧੰਨਵਾਦ। ਤੁਸੀਂ ਜੁੜੇ ਸਾਡੇ ਨਾਲ। ਇੱਕ ਹੋਰ ਕਾਲਰ ਨੇ, ਨਾਮ ਦੱਸ ਦਿਓ ਜੀ ਆਪਣਾ, ਕਿੱਥੋਂ ਗੱਲ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਗੁਰਜੀਤ ਸਿੰਘ ਬੋਲਦਾ ਜੀ। ਸਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀਗਾ, ਜਿੱਦਾਂ ਸਾਡੇ ਕੋਲ ਨਾ ਨਹਿਰ ਆ, ਸਾਡੇ ਖੇਤਾਂ ਦੇ ਕੋਲੋਂ ਲੰਘਦੀ, ਆਪਣੇ ਰੋਪੜ ਵਾਲੀ ਨਹਿਰ ਲੰਘਦੀ ਹੈ ਸਰ। ਇਹ ਧਾਲੀਵਾਲ ਸਾਹਿਬ ਨੂੰ ਅਸੀਂ ਤੁਹਾਡੇ ਚੈਨਲ ਦਾ ਅਸੀਂ ਰਿਕੁਐਸਟ ਕਰਨਾ ਚਾਹੁੰਦੇ ਹਾਂ। ਤੇ ਇੱਕ ਤਾਂ ਸਾਨੂੰ ਕੋਈ ਪਾਣੀ ਦੀ ਉੱਥੇ ਦਾ ਬਿਲਕੁਲ ਜੇ ਦੇ ਦੇਣ ਤਾਂ ਮੋਗੇ ਲਾ ਦੇਣ ਤਾਂ ਬਹੁਤ ਵਧੀਆ ਗੱਲ ਹੋਊਗੀ। ਸਾਡੇ ਮੋਟਰਾਂ ਦਾ ਪਾਣੀ ਵੱਜ ਜਾਊਗਾ ਤੇ ਧਰਤੀ ਫੇਰ ਪਾਣੀ ਵੱਜ ਜਾਊਗਾ। ਤੇ ਦੂਜੇ ਨੰਬਰ ਦੇ ਉੱਤੇ ਉਹ ਖਤਾਨਾਂ ਆ ਜਿਹੜੀਆਂ ਲੋਕਾਂ ਨੇ ਬੜੇ ਚਿਰਾਂ ਤੋਂ ਕਬਜ਼ਾ ਕੀਤੇ ਹੋਏ ਵਾ, ਘੱਟੋ ਘੱਟ 6-7 ਫੁੱਟ ਨਾਲ ਨਹਿਰ ਦੇ ਖਤਾਨ ਆ, ਉਹ ਪੂਰ ਕੇ ਉਹ ਵੀ ਛਡਾ ਸਕਦੇ ਆ। ਠੀਕ ਹੈ, ਹਾਂਜੀ ਚਲੋ ਠੀਕ ਹੈ, ਕੋਈ ਨਹੀਂ। ਬਹੁਤ ਧੰਨਵਾਦ ਸਾਹਿਬ ਜੀ ਨੂੰ ਬੇਨਤੀ ਹੈ ਇਹ। ਠੀਕ ਹੈ ਜੀ, ਠੀਕ ਹੈ, ਧੰਨਵਾਦ, ਤੁਸੀਂ ਜੁੜੇ ਸਾਡੇ ਨਾਲ। ਸਮਾਂ ਆਪਣੇ ਕੋਲੇ ਘੱਟ ਆ। ਫਤਿਹ ਸਿੰਘ ਜੀ, ਤੁਹਾਡੇ ਕੋਲੇ ਮੈਂ ਆਉਣਾਗਾ। ਸੰਤ ਬਲਬੀਰ ਸਿੰਘ ਸੀਚੇਵਾਲ ਹੋਣੀ ਸਾਡੇ ਨਾਲ ਜੁੜੇ ਹੋਏ ਨੇ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਹਨਾਂ ਨੇ ਬਹੁਤ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਪਾਣੀਆਂ ਨੂੰ ਬਚਾਉਣ ਦੇ ਲਈ, ਵਾਤਾਵਰਨ ਨੂੰ ਬਚਾਉਣ ਦੇ ਲਈ ਕੀਤੀਆਂ।
ਹਾਲਾਂਕਿ ਚਲੋ ਹੁਣ ਸਰਕਾਰ ਦੇ ਵਿੱਚ ਆ ਗਏ ਨੇ, ਰਾਜ ਸਭਾ ਦੇ ਮੈਂਬਰ ਬਣ ਗਏ ਹੈ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦੇ ਹੱਥ ਦੇ ਵਿੱਚ ਹੁਣ ਤਾਕਤ ਜ਼ਿਆਦਾ ਹੈ। ਜੇ ਉਹ ਪੰਜਾਬ ਦੇ ਮੁੱਦਿਆਂ ਨੂੰ ਜਿਵੇਂ ਪਹਿਲਾਂ ਚੁੱਕਦੇ ਸੀਗੇ ਜਾਂ ਪੰਜਾਬ ਦੇ ਵਾਤਾਵਰਣ ਜਾਂ ਪਾਣੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜਿਵੇਂ ਪਹਿਲਾਂ ਹੁੰਦੀ ਸੀ, ਤਾਂ ਹੁਣ ਹੋਰ ਵਧੀਆ ਕਰ ਸਕਦੇ ਆ। ਕੇਂਦਰ ਦੇ ਕੋਲੇ ਜਾ ਕੇ ਜਾਂ ਪੰਜਾਬ ਸਰਕਾਰ ਦੇ ਕੋਲੇ ਜਾ ਕੇ ਸਿੱਧੇ ਤੌਰ ਦੇ ਉੱਤੇ ਗੱਲ ਕਰਕੇ ਮਸਲੇ ਹੱਲ ਕਰਾਏ ਜਾ ਸਕਦੇ ਆ। ਤੁਹਾਡੇ ਇਲਾਕੇ ਦੀ ਵੱਡੀ ਸਮੱਸਿਆ ਕੀ ਚਾਹੁੰਦੇ ਹੋ? ਸੰਤ ਬਲਬੀਰ ਸਿੰਘ ਸੀਚੇਵਾਲ ਸਾਡੇ ਨਾਲ ਨੇ, ਉਹਨਾਂ ਤੋਂ ਕਿਉਂਕਿ ਸਮਾਂ ਆਪਣੇ ਕੋਲੇ ਘੱਟ ਹੈ, ਉਹਨਾਂ ਨੂੰ ਜ਼ਰੂਰ ਇਹ ਦਿੱਕਤ ਦੱਸਿਓ ਵੀ ਜੇ ਆਹ ਚੀਜ਼ ਕਰ ਦੇਣ ਜਾਂ ਸਰਕਾਰ ਇਹ ਚੀਜ਼ ਕਰ ਦੇਵੇ ਤੇ ਉਹਦੇ ਨਾਲ ਸਾਰੇ ਇਲਾਕੇ ਦਾ ਜਿਹੜਾ ਉਹ ਮਸਲਾ ਹੱਲ ਹੋ ਜਾਊਗਾ। ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਾਣੀ ਤਾਂ ਹੁਣ ਗੰਦਲੇ ਹੋ ਹੀ ਚੁੱਕੇ ਹੈ, ਉਹਨਾਂ ਨੂੰ ਹੁਣ ਕਿਵੇਂ ਤਬਦੀਲ ਕੀਤਾ ਜਾਏ, ਉਹਦੇ ਵਿੱਚ ਤਬਦੀਲੀ, ਕਿਉਂਕਿ ਪਾਣੀ ਤਾਂ ਲੋਕਾਂ ਨੇ ਪੀਣਾ ਹੈ ਨਾ, ਉਹ ਛੱਡ ਕੇ ਤਾਂ ਜਾ ਨਹੀਂ ਸਕਦੇ ਆਪਣੇ ਇਲਾਕੇ ਨੂੰ, ਉਹ ਧਰਤੀ ਵਿੱਚੋਂ ਆਉਣਾ ਹੈ, ਉਹ ਗੰਦਲਾ ਹੋ ਗਿਆ ਤਾਂ ਫਿਰ ਕਰਨ ਕੀ ਲੋਕ? ਸਰ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਚਾਹੀਦਾ ਉੱਥੇ ਟੀਮਾਂ ਭੇਜੀਆਂ ਜਾਣ, ਟੀਮਾਂ ਭੇਜ ਕੇ ਉੱਥੇ ਬਿਮਾਰੀਆਂ ਦੇ ਬਾਰੇ ਰਿਸਰਚ ਕੀਤੀ ਜਾਵੇ, ਕਿਹੜੇ ਤਰ੍ਹਾਂ ਦੀਆਂ ਬਿਮਾਰੀਆਂ। ਸਰ ਮੈਂ ਜਿਵੇਂ ਪਹਿਲਾਂ ਵੀ ਤੁਹਾਡੇ ਕੋਲ ਗੱਲ ਕੀਤੀ ਸੀ, 2-2 ਸਾਲ ਦੇ ਬੱਚੇ ਨੂੰ ਲਿਵਰ ਕੈਂਸਰ ਹੋਣਾ ਕਿੰਨੀ ਸ਼ਰਮ ਦੀ ਗੱਲ ਆ। ਸਾਡੇ ਸਟੇਟ ਲਈ ਵੀ ਸ਼ਰਮ ਦੀ ਗੱਲ ਆ, ਸੀਐਮ ਲਈ ਵੀ ਸ਼ਰਮ ਦੀ ਗੱਲ ਆ ਵੀ ਇੱਕ ਇਲਾਕੇ ਦੇ ਵਿੱਚ ਜਿਹੜੀ ਜਨਰੇਸ਼ਨ ਖਤਮ ਹੋ ਰਹੀ ਆ, ਬਿਮਾਰੀਆਂ ਦੇ ਨਾਲ ਖਤਮ ਹੋ ਰਹੀ ਆ। ਸਭ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਐਮਰਜੈਂਸੀ ਹੈਲਥ ਦੀਆਂ ਟੀਮਾਂ ਭੇਜ ਕੇ ਤੇ ਸਰਵੇ ਕਰਾਉਣਾ ਚਾਹੀਦਾ ਵੀ ਜਿਹੜਾ ਇਹਨਾਂ ਨੇ ਕੈਮੀਕਲ 15-16 ਸਾਲ ਸਾਇਨੇਟ ਵਰਗਾ ਕੈਮੀਕਲ ਧਰਤੀ ਦੇ ਵਿੱਚ ਪਾਇਆ, ਜਾਂ ਹੋਰ ਲੈਡ ਹੋ ਗਿਆ, ਮਰਕਰੀ ਹੋ ਗਿਆ, ਜਿੰਨੇ ਤਰ੍ਹਾਂ ਦੇ ਵੀ ਇਹ ਕੈਮੀਕਲ ਹੈਗੇ ਆ ਖਤਰਨਾਕ ਆ ਧਰਤੀ ਦੇ ਵਿੱਚ ਪਾਏ ਆ, ਉਹ ਕਿੱਥੇ ਪਾਏ ਆ, ਉਹ ਕਿਉਂ ਪਾਏ ਆ। ਚਲੋ ਉਹ ਵੀ ਇੱਕ ਇਹਨਾਂ ਦਾ ਜੋ ਕੁਝ ਕਰਨਾ ਸੀ ਇਹਨਾਂ ਨੇ ਤਾਂ ਕਰਤਾ, ਪਰ ਹੁਣ ਆਪਾਂ ਪੰਜਾਬ ਨੂੰ ਬਚਾਉਣਾ, ਉਸ ਇਲਾਕੇ ਨੂੰ ਬਚਾਉਣਾ। ਆਪਾਂ ਬਿਮਾਰੀਆਂ ਵੇਖੀਏ ਲੋਕਾਂ ਨੂੰ ਕਿੰਨੀਆਂ ਹੈਗੀਆਂ, ਉਹਨਾਂ ਦਾ ਟ੍ਰੀਟਮੈਂਟ ਕਰੀਏ, ਫਿਰ ਉਸ ਪਿੰਡਾਂ ਨੂੰ ਵਿਦਿਨ 15 ਰੇਡੀਅਸ ਆਫ 15 ਕਿਲੋਮੀਟਰ ਪਾਣੀ ਮੁਹੱਈਆ ਕਰਾਇਆ ਜਾਵੇ। ਇਸ ਰਿਪੋਰਟ ਦੇ ਵਿੱਚ ਵੀ ਲਿਖਿਆ ਵੀ ਲੋਕਾਂ ਦੇ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਨੂੰ ਪਾਣੀ ਮੁਹੱਈਆ ਕਰਾਇਆ ਜਾਵੇ। ਫਿਰ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਵੀ ਇਹ ਪਾਣੀ ਜਾਨਵਰਾਂ ਦੇ ਪੀਣ ਯੋਗ ਵੀ ਹੈ ਨਹੀਂਗਾ ਜੀ। ਤੇ ਸੀਚੇਵਾਲ ਸਾਹਿਬ ਅਸੀਂ ਕਹਿੰਦੇ ਆ ਵੀ ਜੇ ਤੁਸੀਂ ਪੰਜਾਬ ਦੇ ਲਈ ਦੁੱਖ ਰੱਖਦੇ ਹੋ, ਜੇ ਤੁਹਾਨੂੰ ਪੰਜਾਬ ਦੇ ਲਈ ਪੰਜਾਬ ਚੰਗਾ ਲੱਗਦਾ, ਪੰਜਾਬ ਨੂੰ ਬਚਾਉਣਾ ਚਾਹੁੰਦੇ ਆ, ਅੱਗੇ ਆਓ, ਇਸ ਇੰਡਸਟਰੀ ਨੂੰ ਸਭ ਤੋਂ ਪਹਿਲਾਂ ਤਾਂ ਬੰਦ ਕਰਵਾਓ। ਸਿੱਧੀ ਜੀ ਗੱਲ, ਹਜੇ ਵੀ ਇੰਡਸਟਰੀ ਪੂਰੀ ਚੰਗੀ ਤਰ੍ਹਾਂ ਬੰਦ ਨਹੀਂ ਹੋਏਗੀ। ਸਰ ਗੱਲ ਇਸ ਤਰ੍ਹਾਂ ਹੋਈ ਜੀ, ਸਰਕਾਰ ਨੇ ਪਿੱਛੇ ਜਿਹੜੇ 2 ਕਨਸਟੈਂਟਾਂ ਨਾਲ ਐਨਓਸੀਆਂ ਦੀਆਂ ਰੱਦ ਕੀਤੀਆਂ ਸੀ ਉਹ ਬਹਾਲ ਕਰਤੀਆਂ, ਕਿਉਂਕਿ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਨਾ, ਕੋਰਟ ਨੇ 2 ਹਫ਼ਤਿਆਂ ਦਾ ਸਮਾਂ ਦਿੱਤਾ ਜੀ। ਉਹ ਕਨਸਟੈਂਟ ਦੁਬਾਰਾ ਕੈਂਸਲ ਕੀਤੇ ਜਾਣ ਜੀ, ਵੀ ਇਸ ਤਰ੍ਹਾਂ ਵੀ ਇਹ ਬੰਦ ਹੀ ਰਹੂਗੀ ਫੈਕਟਰੀ। ਜਿਹੜੇ ਕਨਸਟੈਂਟ ਆ ਉਹ ਪੱਕੇ ਵੀ ਫੈਕਟਰੀ ਬੰਦ ਆ ਜੀ, ਵੀ ਇਸ ਤੋਂ ਬਾਅਦ ਚੱਲ ਨਹੀਂ ਸਕਦੀ, ਐਨਓਸੀਆਂ ਦੇਣੀਆਂ ਹੀ ਨਹੀਂ ਗਈਆਂ ਜੀ, ਟੋਟਲੀ ਇੰਡਸਟਰੀ ਬੰਦ ਹੋਣੀ ਚਾਹੀਦੀ ਆ। ਤੇ 1000 ਕਰੋੜ ਦਾ ਜੁਰਮਾਨਾ, 1000 ਕਰੋੜ ਦਾ ਜੁਰਮਾਨਾ ਇਸ ਇੰਡਸਟਰੀ ਨੂੰ ਲਾਉਣਾ ਚਾਹੀਦਾ ਜੀ। ਦੀਪ ਮਲਹੋਤਰੇ ਤੇ FIR ਹੋਣੀ ਚਾਹੀਦੀ ਆ, ਉਹਦੇ ਕਰਕੇ ਲੋਕ ਮਰੇ ਆ ਜੀ, ਉਹਦੇ ਕਰਕੇ ਜਾਨਵਰ ਮਰੇ ਆ, ਪਸ਼ੂ ਮਰੇ ਆ, ਇਨਸਾਨ ਮਰੇ ਆ, ਇਨਸਾਨੀਅਤ ਦਾ ਘਾਣ ਹੋਇਆ, ਜੋ ਕੁਝ ਵੀ ਹੋਇਆ ਦੀਪ ਮਲਹੋਤਰੇ ਕਰਕੇ ਹੋਇਆ। ਉਹਨੂੰ ਵੱਧ ਤੋਂ ਵੱਧ ਤਕੜੀ ਤੋਂ ਤਕੜੀ ਸਜ਼ਾ ਹੋਣੀ ਚਾਹੀਦੀ ਆ, ਤੇ ਐਨਓਸੀਆਂ ਇਹਨੂੰ ਦੇਣੀਆਂ ਨਹੀਂ ਚਾਹੀਦੀਆਂ, ਤੇ ਇੰਡਸਟਰੀ ਨੂੰ ਫਰੀਜ਼ ਕਰਨਾ ਚਾਹੀਦਾ ਜੀ। ਅੱਜ ਤੋਂ ਬਾਅਦ ਇਹ ਇੰਡਸਟਰੀ ਚੱਲੇ ਨਾ ਤਾਂ ਕਰਕੇ ਸਾਡਾ ਇਹ ਇਲਾਕਾ ਬਚੇ। ਠੀਕ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਅਖੀਰ ਦੇ ਵਿੱਚ ਆਪਣੇ ਕੋਲੇ ਸਮਾਂ ਜਿਹੜਾ ਉਹ ਘੱਟ ਹੀ ਹੈ, ਇਹ ਜਿਹੜੀ ਗੱਲ ਇਹਨਾਂ ਨੇ ਕਹੀ ਉਸ ਉੱਤੇ ਤੁਹਾਡਾ ਰਿਐਕਸ਼ਨ? ਤੇ ਹੁਣ ਕਿ ਸਭ ਤੋਂ ਪਹਿਲੀ ਤਾਂ ਕਿ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਪਾਣੀ ਜਿਹੜਾ ਹੈਗਾ ਉਹਦੇ ਉੱਤੇ ਅਸੀਂ ਕੱਲ ਨੂੰ ਇਹਦੇ ਉੱਤੇ ਕਰਾਂਗੇ ਕਿ ਇਹ ਜਿਹੜਾ ਵੀ ਇਸ ਏਰੀਏ ਵਿੱਚ ਹੈ ਜਿੱਥੇ ਪਾਣੀ ਨਹੀਂ ਆ ਉੱਥੇ ਪਾਣੀ ਜਿਹੜਾ ਹੈਗਾ, ਪਹਿਲੀ ਗੱਲ ਤਾਂ ਸਾਫ਼ ਪਾਣੀ ਉਹਨਾਂ ਲੋਕਾਂ ਨੂੰ ਪਹੁੰਚੇ ਜਿੱਥੇ ਵੀ ਪਾਣੀ ਖਰਾਬ ਆ। ਪਾਣੀ ਜਿਹੜਾ ਹੈਗਾ ਇਹ ਪਹਿਲਾ ਜਿਹੜਾ ਹੈਗਾ ਇਹ ਡਿਊਟੀ ਬਣਦੀ ਆ। ਦੂਸਰਾ ਇਹਦੇ ਉੱਤੇ ਕੋਰਟ ਦੇ ਵਿੱਚ ਜੋ ਵੀ ਹੈਗੀ ਅੱਗੇ ਕੋਰਟ ਬੜੀ ਬਰੀਕੀ ਦੇ ਨਾਲ ਇਸ ਕੇਸ ਨੂੰ ਵਾਚ ਰਹੀ ਹੈ। ਸਰਕਾਰ ਦੀ ਜਿਹੜੀ ਹੈਗੀ ਹੈ ਇੱਕ ਬਹੁਤ ਮੁੱਖ ਮੰਤਰੀ ਨੇ ਆਪਣੇ ਉਹ ਐਲਾਨ ਕੀਤਾ ਇਹਨੂੰ ਬੰਦ ਕਰਨ ਦਾ, ਉਹਦਾ ਜਿਹੜਾ ਹੈਗਾ ਇਹ ਸਰਕਾਰ ਦੇ ਧਿਆਨ ਦੇ ਵਿੱਚ ਆ, ਕੋਰਟ ਦੇ ਧਿਆਨ ਦੇ ਵਿੱਚ ਆ। ਇਹਦੇ ਉੱਤੇ ਸਾਰੀ ਜਿਹੜੀਆਂ ਰਿਪੋਰਟਾਂ ਵਗੈਰਾ ਜਿਹੜੀ ਇਹਨਾਂ ਦੀ ਕਿ ਉਸ ਇਲਾਕੇ ਦੇ ਬੱਚਿਆਂ ਵਾਸਤੇ ਜਾਂ ਕੁਝ ਉਹਨਾਂ ਵਾਸਤੇ ਵੀ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਵੀ ਜਿੱਥੇ ਬਿਮਾਰੀ ਹੈ ਜਾਂ ਕੋਈ ਬੱਚਿਆਂ ਨੂੰ ਉਹ ਲੱਗ ਰਿਹਾ ਰੋਗ, ਉਹਨਾਂ ਦੇ ਉੱਤੇ ਉਹਨਾਂ ਦੀ ਜਿਹੜੀ ਰਿਸਰਚ ਵੀ ਹੋਣੀ ਚਾਹੀਦੀ ਹੈ ਤੇ ਉਹਦਾ ਇਲਾਜ ਵੀ ਹੋਣਾ ਚਾਹੀਦਾ। ਇਹਦੇ ਵਾਸਤੇ ਅਸੀਂ ਜਿਹੜੀ ਹੈਗੀ ਆ ਕੋਸ਼ਿਸ਼ ਕਰਾਂਗੇ ਕਿ ਇਹ ਸਾਰੇ ਮਹਿਕਮਿਆਂ ਨੂੰ ਵੀ ਕਿ ਉਸ ਏਰੀਏ ਦੇ ਵਿੱਚ ਰਿਸਰਚ ਵੀ ਹੋਵੇ ਤੇ ਉੱਥੇ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਪਹਿਲ ਦੇ ਆਧਾਰ ਦੇ ਉੱਤੇ ਹੋਵੇ। ਬਾਕੀ ਜੋ ਵੀ ਜਿਹਨੇ ਵੀ ਗਲਤੀ ਕੀਤੀ ਹੈ, ਜੋ ਕਾਨੂੰਨ ਅਨੁਸਾਰ ਵੱਧ ਤੋਂ ਵੱਧ ਜਿਹੜੀ ਸਜ਼ਾ ਵਾ ਉਹਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਦੂਸਰਿਆਂ ਵਾਸਤੇ ਇਹ ਜਿਹੜਾ ਹੈਗਾ ਉਹ ਜਿਹੜੀ ਇੱਕ ਮਿਸਾਲ ਬਣੇ, ਹੋਰ ਕੋਈ ਜਿਹੜਾ ਹੈ ਗਲਤੀ ਨਾ ਕਰੇ ਤਾਂ ਕਿ ਲੋਕਾਂ ਦਾ ਜੀਵਨ ਜਿਹਦੇ ਨਾਲ ਖਤਰੇ 'ਚ ਪਵੇ। ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਜੀ ਜਿਹੜਾ ਵੀ ਜਿੰਨੇ ਵੀ ਇਹ ਸਾਡੇ ਵੀਰ ਭੈਣ ਭਰਾ ਜਿਹੜੇ ਇਹੋ ਜਿਹੇ ਗਲਤ ਕਰਮ ਕਰ ਰਹੇ ਆ, ਜਿਹੜੇ ਸੋਚ ਨਹੀਂ ਰਹੇ ਕਿ ਸਾਡੇ ਇਹ ਗਲਤ ਕਰਨ ਦੇ ਨਾਲ ਅਸੀਂ ਕਿੰਨੇ ਘਰ ਉਜਾੜ ਰਹੇ ਹਾਂ, ਕਿੰਨਿਆਂ ਨੂੰ
ਦੇ ਬੱਚਿਆਂ ਨੂੰ ਅਸੀਂ ਜਿਹੜਾ ਹੈਗਾ ਮਾਵਾਂ ਤੋਂ ਦੂਰ ਕਰ ਰਹੇ ਹਾਂ, ਕਿੰਨਾ ਉਸ ਇਲਾਕੇ ਨੂੰ ਆਰਥਿਕ ਤੌਰ ਤੇ ਵਿਸਾੜ ਰਹੇ ਹਾਂ, ਕਿੰਨਾ ਉਹਦਾ ਆਲੇ ਦੁਆਲੇ ਦਾ ਉਸ ਤਰੱਕੀ ਦਾ ਕੋਈ ਫਾਇਦਾ ਨਹੀਂ ਜਿਹਦੇ ਨਾਲ ਹਵਾ ਪਾਣੀ ਤੇ ਧਰਤੀ ਖਰਾਬ ਹੋਵੇ। ਇਹੋ ਜਿਹੀ ਇੰਡਸਟਰੀ ਤੋਂ ਜਿਹੜੀ ਹੈਗੀ ਆ ਹੋਣੀ ਨਹੀਂ ਚਾਹੀਦੀ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਸਾਨੂੰ ਲੋੜ ਆ, ਸਰਕਾਰਾਂ ਨੂੰ ਵੀ ਪਾਲਿਸੀ ਲਿਆਉਣ ਦੀ ਲੋੜ ਆ ਕਿ ਕੋਈ ਵੀ ਪਾਣੀ ਜਿਹੜੀ ਇੰਡਸਟਰੀ ਆ ਉਹ ਜ਼ੀਰੋ ਡਿਸਚਾਰਜ ਹੋਵੇ, ਉਹ ਪਾਣੀ ਨਾ ਕੱਢੇ, ਉਹਨੂੰ ਹੀ ਤਰਜੀਹ ਦਿੱਤੀ ਜਾਵੇ, ਕਿਉਂਕਿ ਪੰਜਾਬ ਵਿੱਚ ਪਾਣੀ ਮੁੱਕ ਰਿਹਾ, ਸੁੱਕ ਰਿਹਾ। ਪਾਣੀ ਦੀ ਪੰਜਾਬ ਨੂੰ ਲੋੜ ਆ, ਨਾ ਕਿ ਪੀਣ ਦੀ ਵੀ ਜਿਹੜੀ ਹੈਗੀ ਆ ਘਾਟ ਆ ਰਹੀ ਹੈ, ਇਸ ਪਾਣੀ ਨੂੰ ਸੰਭਾਲਣ ਦੀ ਲੋੜ ਆ। ਠੀਕ ਹੈ, ਠੀਕ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਤੁਸੀਂ ਜਿਹੜੀਆਂ ਗੱਲਾਂ ਕਹੀਆਂ ਉਮੀਦ ਕਰਦੇ ਹਾਂ ਕਿ ਉਹ ਪੂਰੀਆਂ ਹੋਣਗੀਆਂ, ਕਿਉਂਕਿ ਪੰਜਾਬ ਭਰ ਦੇ ਲੋਕ ਜਿਹੜੇ ਨੇ ਇਹ ਸੁਣ ਵੀ ਰਹੇ ਆ, ਵੇਖ ਵੀ ਰਹੇ ਆ, ਔਰ ਖਾਸ ਤੌਰ ਦੇ ਉੱਤੇ ਜੀਰਾ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਦੀ ਉਮੀਦ ਜ਼ਰੂਰ ਬੱਝੀ ਹੋਏਗੀ ਕਿ ਉਹਨਾਂ ਦਾ ਮਸਲਾ ਜਿਹੜਾ ਹੱਲ ਹੋਏਗਾ, ਕਿਉਂਕਿ ਬੱਚੇ ਜੇ ਕੈਂਸਰ ਦੇ ਨਾਲ ਪੀੜਤ ਹੋ ਰਹੇ ਨੇ ਔਰ ਪਾਣੀਆਂ ਦੇ ਕਰਕੇ ਜਾਂ ਵਾਤਾਵਰਣ ਦੇ ਕਰਕੇ ਪਰੇਸ਼ਾਨੀ ਆ ਰਹੀ ਹੈ, ਤਾਂ ਸਭ ਦੀ ਜ਼ਿੰਮੇਵਾਰੀ ਬਣਦੀ ਹੈ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਭ ਤੋਂ ਪਹਿਲਾਂ ਉਸ ਮਸਲੇ ਦਾ ਜਿਹੜਾ ਉਹ ਹੱਲ ਹੋਵੇ, ਕਿਉਂਕਿ ਉੱਥੇ ਕੋਈ ਵੀ ਜਾ ਕੇ ਪਾਣੀ ਪੀਊਗਾ ਤੇ ਉਹਦੀ ਸਿਹਤ ਦੇ ਉੱਤੇ ਉਸ ਦਾ ਅਸਰ ਹੋਣਾ ਹੀ ਹੋਣਾ। ਵਾਤਾਵਰਣ ਜੇ ਮਾੜਾ ਤਾਂ ਉਸ ਦਾ ਅਸਰ ਵੀ ਹੋਣਾ। ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਤੁਸੀਂ ਸਾਡੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ। ਫਤਿਹ ਸਿੰਘ ਜੀ, ਤੁਸੀਂ ਵੀ ਸਾਡੇ ਨਾਲ ਜੁੜੇ, ਇਸ ਰਿਪੋਰਟ ਦੇ ਬਾਰੇ ਜਾਣਕਾਰੀ ਦਿੱਤੀ, ਤੁਹਾਡਾ ਵੀ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਤਾਂ ਇਹ ਸੀ ਵਿਸ਼ਾ, ਔਰ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਸੀ, ਕਿਉਂਕਿ ਇਹ ਸਿਰਫ ਇੱਕ ਜੀਰਾ ਦਾ ਮਸਲਾ ਨਹੀਂ ਹੈ। ਪੰਜਾਬ ਭਰ ਦੇ ਵਿੱਚ ਹੋਰ ਬਹੁਤ ਸਾਰੀਆਂ ਥਾਵਾਂ ਨੇ ਜਿੱਥੋਂ ਦੇ ਪਾਣੀ ਗੰਦਲੇ ਹੋ ਰਹੇ ਹੈ, ਫੈਕਟਰੀ ਕਰਕੇ ਨਹੀਂ, ਪਰ ਉੱਥੇ ਕਾਰਨ ਜਿਹੜੇ ਨੇ ਉਹ ਹੋਰ ਵੀ ਹੋ ਸਕਦੇ ਆ। ਜਿਨ੍ਹਾਂ ਥਾਵਾਂ ਦੇ ਉੱਤੇ ਫੈਕਟਰੀਆਂ ਦੇ ਕਰਕੇ, ਇੰਡਸਟਰੀ ਦੇ ਕਰਕੇ ਪਾਣੀ ਗੰਦਲੇ ਹੋ ਰਿਹਾ ਜਾਂ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ, ਤਾਂ ਸਾਨੂੰ ਇਹ ਸੋਚਣਾ ਪਏਗਾ ਕਿ ਅਸੀਂ ਜੇ ਇੱਕ ਪਾਸੇ ਰੁਜ਼ਗਾਰ ਦੇ ਲਈ ਫੈਕਟਰੀਆਂ ਲਗਾ ਰਹੇ ਹਾਂ ਜਾਂ ਪੰਜਾਬ ਦੇ ਖਜ਼ਾਨੇ ਦੇ ਵਿੱਚ ਕੁਝ ਪੈਸੇ ਆਉਣਗੇ ਉਸ ਦੇ ਲਈ ਫੈਕਟਰੀਆਂ ਲਗਾ ਰਹੇ ਹਾਂ, ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਵੇਖਣਾ ਪਏਗਾ ਕਿ ਇਸ ਦਾ ਅਸਰ 5 ਜਾਂ 10 ਜਾਂ 20 ਸਾਲਾਂ ਬਾਅਦ ਇੱਕ ਆਮ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਤਾਂ ਨਹੀਂ ਹੋਏਗਾ, ਸਾਡੇ ਵਾਤਾਵਰਣ 'ਤੇ ਤਾਂ ਨਹੀਂ ਹੋਏਗਾ, ਸਾਡੇ ਪਾਣੀਆਂ ਦੇ ਉੱਤੇ ਤਾਂ ਨਹੀਂ ਹੋਏਗਾ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਡਸਟਰੀ ਜਿਹੜੀ ਹੈ ਉਸ ਤੋਂ ਕੀਮਤੀ ਹੋ ਸਕਦੀ ਹੈ ਜਾਂ ਉਸ ਤੋਂ ਜ਼ਿਆਦਾ ਫਾਇਦਾ ਦੇ ਸਕਦੀ ਹੈ। ਇਸ ਕਰਕੇ ਸਭ ਤੋਂ ਪਹਿਲਾਂ, ਜਿਵੇਂ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਕਹਿ ਰਹੇ ਸੀ, ਕਿ ਨੀਤੀਆਂ ਦੇ ਵਿੱਚ ਵੀ ਤਬਦੀਲੀ ਹੋਣੀ ਚਾਹੀਦੀ ਹੈ। ਠੀਕ ਹੈ, ਇੰਡਸਟਰੀ ਲੱਗੇ, ਰੁਜ਼ਗਾਰ ਵੀ ਮਿਲਣਾ ਚਾਹੀਦਾ ਹੈ, ਪਰ ਸਭ ਤੋਂ ਪਹਿਲਾਂ ਇਹ ਧਿਆਨ ਦੇ ਵਿੱਚ ਰੱਖ ਕੇ ਕਿ ਇਸ ਦਾ ਕੋਈ ਮਾੜਾ ਅਸਰ ਕਿਸੇ ਜ਼ਿੰਦਗੀ ਦੇ ਉੱਤੇ ਤਾਂ ਨਹੀਂ ਹੋਏਗਾ। ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਜੁੜਾਂਗੇ ਤੁਹਾਡੇ ਨਾਲ ਕੋਈ ਹੋਰ ਵਿਸ਼ਾ ਲੈ ਕੇ। ਦਿਓ ਆਗਿਆ, ਧੰਨਵਾਦ, ਸਤਿ ਸ੍ਰੀ ਅਕਾਲ। Daily Post, Punjab, Haryana, Himachal. Journalism of hope.